ਸਵਾਗਤ ਜੀ ਤੁਹਾਡਾ ਸਾਰਿਆਂ ਦਾ ਪ੍ਰਾਈਮ ਏਸ਼ੀਆ ਟੀਵੀ ਦੇ ਇਸ ਖਾਸ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਹਰ ਰੋਜ਼ ਤੁਸੀਂ ਸੋਚਦੇ ਹੋਣੇ ਵੀ ਯਾਰ ਬਹਿ ਜਾਂਦੇ ਬੰਦੇ ਪਤਾ ਨਹੀਂ ਕੀ ਫੋਕਸ 'ਚ ਹੁੰਦਾ ਕੀ ਨਹੀਂ ਹੁੰਦਾ। ਫੋਕਸ ਅਸੀਂ ਕਾਹਦਾ ਕਰਨਾ ਜੀ, ਫੋਕਸ ਤੇ ਕਰਨ ਵਾਲੇ ਰੋਜ਼ ਕੋਈ ਨਾ ਕੋਈ ਸਾਡਾ ਕਦੀ ਇੱਧਰੋਂ ਉੱਧਰ ਤੇ ਉੱਧਰੋਂ ਉੱਧਰ ਪੁੱਟ ਕੇ ਕਰ ਦਿੰਦੇ ਆ। ਪਰ ਫਿਰ ਵੀ ਕੋਸ਼ਿਸ਼ ਕਰੀਦੀ ਹੈ ਵੀ ਜਿੰਨਾ ਕੁਛ ਵੀ ਹੋ ਸਕੇ ਉਸ ਸਾਰੇ ਕੁਛ ਨੂੰ ਆਪਾਂ ਫੋਕਸ ਕਰਕੇ ਤੇ ਤੁਹਾਡੀ ਨਜ਼ਰ 'ਚ ਲਿਆ ਸਕੀਏ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਲਾਂ ਬਾਤਾਂ ਕਰਾਂਗੇ ਨਾਲ ਵੀਰ ਪਰਮੀਰ ਬਾਠ ਹੋਰੀ। ਹੋਰ ਬਾਠ ਸਾਹਿਬ ਕਿੱਦਾਂ? ਫਿਰ ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ। ਆਪਣਾ ਸੁਣਾਓ? ਬਸ ਆਪਣਾ ਵੀ ਠੀਕ ਆ। ਮੈਂ ਬਸ ਇਹੀ ਸੋਚੀ ਜਾਂਦਾ ਸੀ ਵੀ ਉਹ ਸੁੱਖਾਂ ਸੁੱਖ ਦੀ ਨੂੰ ਆ ਦਿਨ ਆਏ, ਕਿਉਂਕਿ ਪੰਜਾਬ 'ਚ ਵਿਆਹਾਂ ਦਾ ਮੌਸਮ ਆ ਤੇ ਇਹ ਨਹੀਂ ਆ ਵੀ ਇਕੱਲਾ ਵਿਆਹਾਂ 'ਚ ਹੀ ਚੱਲਦਾ ਏ। ਮੈਂ ਮੱਠੀਆਂ ਲੈ ਕੇ ਆਵਾਂ ਕਿ ਗੁਲਗੁਲੇ? ਨਹੀਂ ਉੱਥੇ ਫਿੱਕੀ ਚਾਹ ਆਹ ਤੇ ਹੋ ਸਕਦਾ ਵੀ ਇਕੱਲੇ ਪਾਣੀ ਵਾਲੇ ਵੀ ਹੋਣ ਬੰਦੇ। ਹਾਂ ਨਹੀਂ ਇਹ ਮਤਲਬ ਇਹ ਕਿਉਂਕਿ ਦੇਖੋ ਇਹ ਸੁੱਖਾਂ ਸੁੱਖ ਦੀ ਨੂੰ ਆਹ ਦਿਨ ਆਏ, ਵਿਆਹ ਦੇ ਉੱਪਰ ਚੱਲਦਾ ਜ਼ਰੂਰ ਪਰ ਵਿਆਹ ਤੇ ਚੱਲਿਆ ਨਹੀਂ ਨਾ। ਇਹ ਚੱਲਿਆ ਚੰਡੀਗੜ੍ਹ। ਆਹ ਦੇਖੋ ਜੀ ਵੱਡੇ ਵੱਡੇ ਬਾਊ ਜੀ ਬੈਠੇ ਨੇ, ਉਹਨਾਂ ਨੂੰ ਮੇਰਾ ਖਿਆਲ ਨਹੀਂ ਵੀ 1.25 ਸਾਲ ਹੀ ਹੋ ਗਿਆ ਸੀ ਔਲਦਿਆਂ ਨੂੰ ਵੀ ਯਾਰ ਬਈਏ ਕਿਤੇ ਕੁਛ ਕਰੀਏ ਯਾਰ, ਮਤਲਬ ਇੱਦਾਂ ਕਿੱਦਾਂ। ਔਰ ਗੱਲ ਇਹ ਸੀ ਵੀ ਗੱਲ ਬਣ ਨਹੀਂ ਰਹੀ। ਜਦੋਂ ਕਿਤੇ ਜੁੜ ਕੇ ਬਹਿੰਦੇ ਸੀ ਖਬਰ ਆਉਂਦੀ ਸੀ ਵੀ ਅਗਲੇ ਗੇਟ ਤੋਂ ਗਏ ਨੇ, ਪਿਛਲੇ ਤੋਂ ਕੱਢ ਲਿਆ ਅਗਲੇ ਨੇ। ਨਹੀਂ ਫਿਰ ਤਾਂ ਉਹ ਥਾਂ ਵੀ ਉਹ ਦੇਖਦੇ ਜੇ ਦੋਏ ਪਾਸੇ ਗੇਟ ਹੋਣ। ਆਹ ਬਹੁਤ ਜ਼ਰੂਰੀ ਹੁੰਦਾ ਸੀ। ਆਹ ਬਾਹਰ ਆ ਜਾਏ ਹੁੰਦਾ ਸੀ ਕਿ ਕੰਮ ਇੱਧਰੋਂ। ਉਹ ਕਹਿੰਦੇ ਮੈਂ ਉਹ ਚਰਚਾ ਜੀ ਇੱਕ ਇਹ ਵੀ ਸੁਣੀ ਸੀ, ਉਹ ਕਹਿੰਦੇ ਵੀ ਕਈ ਵਾਰ ਤਾਂ ਇਹ ਸੀ ਵੀ ਜਿਹੜੇ ਵਿਚਾਰੇ ਉਹ ਤੰਬੂ ਕਨਾਤਾਂ ਵਾਲੇ ਜਾਂ ਕੁਰਸੀਆਂ ਕਰਸੀਆਂ ਲਾਉਣੇ ਉਹ ਵੀ ਗੱਲਾਂ ਕਰਦੇ ਚੱਲ ਲਾ ਲਾ ਯਾਰ 15 ਮਿੰਟ ਨੂੰ ਚੁੱਕਣੀਆਂ ਪੈਣੀਆਂ। ਹਾਂ ਵੀ ਬਹੁਤੇ ਰੱਸੇ ਟਾਈਟ ਕਰਨ ਦੀ ਲੋੜ ਨਹੀਂ। ਇਹ ਵੀ ਕਹਿੰਦੇ ਸੀ ਕਹਿੰਦੇ ਮੂਹਰਲਾ ਗੇਟ ਭਾਵੇਂ ਭੀੜਾ ਹੋਵੇ ਮਗਰਲਾ ਖੁੱਲਾ ਚਾਹੀਦਾ ਹੀ। ਐਵੇਂ ਅੜਨ ਨਾ ਬੰਦੇ ਕਾਲੀ ਹੁੰਦੀ ਹੈ। ਸੰਧਾਲੀਆ ਸਾਹਿਬ ਦੇਖੋ, ਮੈਂ ਸੋਚਦਾ ਸੀ ਕਿ ਪੰਜਾਬ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੂਹਰੇ ਸੰਕਟ 'ਚ ਆ। ਪਹਿਲਾਂ ਤਾਂ 1 ਸਾਲ ਜਾਂ 14 ਮਹੀਨੇ ਜਾਂ 15 ਮਹੀਨੇ ਇਹ ਸੰਕਟ ਰਿਹਾ ਕਿ ਦੇਖੋ ਕਿਤੇ ਬੰਦੇ ਤਾਂ ਨਹੀਂ ਆ ਗਏ। ਫਿਰ ਜਾ ਕੇ ਹਾਈ ਕਮਾਂਡ ਨੂੰ ਕਿਹਾ ਕਿ ਭਾਈ ਤੁਸੀਂ ਬਿੱਲ ਵਾਪਸ ਲੈ ਲਓ, ਕਾਨੂੰਨ ਵਾਪਸ ਲੈ ਲਓ, ਇਲੈਕਸ਼ਨ ਸਿਰ ਤੇ ਆ, ਲੋਕ ਪਿੰਡਾਂ 'ਚ ਨਹੀਂ ਜਾਣ ਦਿੰਦੇ, ਵਿਰੋਧ ਹੋਈ ਜਾਂਦਾ, ਆਪਣਾ ਉੱਦਾਂ ਔਖਾ, ਜੋ ਮਰਜ਼ੀ ਕਰਕੇ ਕਰੀ ਕਾਨੂੰਨ ਵਾਪਸ ਲਾਓ। ਉਦੋਂ ਤੱਕ ਤਾਂ ਇਹ ਸੀ ਕਿ ਦੇਖਿਓ ਕਿਤੇ ਬੰਦੇ ਤਾਂ ਨਹੀਂ ਆ ਕੇ ਡਰ ਲੱਗਦਾ ਸੀ। ਹੁਣ ਹਾਈ ਕਮਾਂਡ ਨੇ ਕਹਿਣਾ ਕਿ ਭਾਈ ਠੀਕ ਹੈ ਵਾਪਸ ਲੈ ਲੈਣਾ, ਪੰਜਾਬ ਜਿੱਤ ਕੇ ਦਿਖਾਓ। ਸੀਟਾਂ ਪਿਛਲੀ ਵਾਰੀ ਦੇ ਨਾਲੋਂ ਕਾਫੀ ਜ਼ਿਆਦਾ ਚਾਹੀਦੀਆਂ। ਪਿਛਲੀ ਵਾਰੀ 2 ਜਾਂ 3 ਸੀ, ਐਤਕੀ ਫਿਰ 33, 53, 63, 73, 83 ਕੁਛ ਤਾਂ ਹੋਵੇ। ਤੇ ਹੁਣ ਆਉਣ ਵਾਲੇ 3 ਮਹੀਨੇ ਹੁਣ ਯਾਰ ਬੰਦੇ ਨਹੀਂ ਆਏ, ਕਿਉਂਕਿ ਬੰਦੇ ਇਕੱਠੇ ਵੀ ਕਰਨੇ ਪੈਣੇ ਆ। ਜਦੋਂ 5-6 ਸਿਆਸੀ ਪਾਰਟੀਆਂ ਹੁਣ ਪਿੰਡ ਦੇ ਵਿੱਚ ਤਾਂ 10-12 ਬੰਦੇ ਹੁੰਦੇ ਜਿਹੜੇ ਸਿਆਸੀ ਰੈਲੀਆਂ ਤੇ ਜਾਂਦੇ ਆ। ਉਹਨਾਂ ਨੂੰ ਕਿਹਨੇ ਲੈ ਜਾਣਾ ਕਿਹਨੇ ਨਹੀਂ ਲੈ ਜਾਣਾ। ਇਸ ਕਰਕੇ ਪਹਿਲਾਂ ਜਿੱਥੇ ਅਸੀਂ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਕਿਤੇ ਬੰਦੇ ਤਾਂ ਨਹੀਂ ਆ ਗਏ, ਤੇ ਹੁਣੇ ਹੋਣਾ ਯਾਰ ਬੰਦੇ ਨਹੀਂ ਆਏ। ਹਾਈ ਕਮਾਂਡ ਵਾਲੇ ਨੇ ਬੰਦਾ ਆਪਣਾ ਭੇਜਿਆ, ਉਹਨੇ ਵੀਡੀਓ ਬਣਾ ਕੇ ਭੇਜ ਦੇਣੀ ਆ ਕੱਲ੍ਹ ਨੂੰ ਕਿਤੇ। ਆਹੋ ਨਹੀਂ ਚਲੋ ਜੋ ਵੀ ਹੈ, ਆਪਾਂ ਤਦੇ ਤੇ ਕਹਿਣ ਡਿਆ ਵੀ ਅਗਲਿਆਂ ਦੇ ਤੇ ਭਾਅ ਦਾ ਹੁਣ ਸੁੱਖਾਂ ਸੁੱਖਦਿਆਂ ਨੂੰ ਇਹ ਦਿਨ ਆਇਆ ਵੀ ਬੈਠੇ ਨੇ ਸੱਜ ਕੇ ਜੀ। ਵੱਡੇ ਵੱਡੇ ਲੀਡਰ ਸਾਹਿਬਾਨ ਦਿੱਲੀੋਂ ਵੀ ਆਏ ਨੇ, ਪੰਜਾਬ ਤੋਂ ਵੀ ਗਏ ਨੇ, ਉੱਥੋਂ ਦੇ ਲੋਕਲ ਪ੍ਰਧਾਨ ਜੀ ਵੀ ਬੈਠੇ ਨੇ, ਤੇ ਸਲਾਹ ਮਸ਼ਵਰਾ ਤੇ ਫਿਰ ਨਾਲ ਸਲਾਹ, ਇੰਨਾ ਕੁਛ ਉਹਨਾਂ ਨੇ ਕੀਤਾ ਵੀ ਪੰਜਾਬ 'ਚ ਹੁਣ ਆਪਾਂ ਕਰਨਾ ਤੇ ਕਰਨਾ ਕੀ। ਦੇਖੋ ਜਿੱਦਾਂ ਹੀ ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ ਆਇਆ, ਉਹਨਾਂ ਨੇ 2 ਦਿਨ ਉਡੀਕਿਆ ਤੇ ਨਾਲ ਹੀ ਇਕੱਠ ਕਰ ਲਿਆ। ਭਾਜਪਾ ਦੇ ਸਾਰੇ ਪੰਜਾਬ ਦੇ ਮੰਡਲ ਪ੍ਰਧਾਨ, ਜ਼ਿਲ੍ਹਾ ਪ੍ਰਧਾਨ, ਸੂਬਾ ਪੱਧਰੀ ਜਿੰਨੇ ਅਹੁਦੇਦਾਰ ਨੇ ਸਾਰੇ ਇੱਕ ਜਗ੍ਹਾ ਦੇ ਉੱਤੇ ਬਿਠਾ ਲਏ। ਸਾਹਮਣੇ ਸਟੇਜ ਦੇ ਉੱਤੇ 2 ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਸਾਹਿਬ, ਬੀਬੀ ਮੀਨਾਕਸ਼ੀ ਲੇਖੀ, ਨਾਲ ਪੰਜਾਬ ਦੀ ਲੀਡਰਸ਼ਿਪ। ਤੇ ਫਿਰ ਉਹਨਾਂ ਨੇ ਕਿਹਾ ਜੀ ਦੱਸੋ ਹੁਣ ਕਿਵੇਂ ਕਰਨੀ ਆ, ਕਿੰਨੀਆਂ ਸੀਟਾਂ ਲੜੀਏ, ਕਿਹੜੇ ਮੁੱਦਿਆਂ ਤੇ ਚੋਣ ਲੜੀਏ, ਕੌਣ ਅੱਗੇ ਹੋਵੇ ਕੌਣ ਪਿੱਛੇ ਹੋਵੇ, ਪੋਸਟਰ ਕਿਹਨੇ ਬਣਾਉਣੇ ਆ ਕਿਹਨੇ ਛਪਾਉਣੇ ਆ, ਡਿਜ਼ਾਈਨ ਕਿਹਨੇ ਕਰਨੇ ਆ, ਫਲੈਕਸ ਦੇ ਉੱਤੇ ਫੋਟੋ ਕਿਹਦੀ ਲਾਉਣੀ ਆ ਕਿਹਦੀ ਨਹੀਂ ਲਾਉਣੀ, ਮੁੱਦਾ ਹੋਏਗਾ ਕੀ। ਕੱਲੀ ਚੀਜ਼ ਦੇ ਉੱਤੇ ਸਾਰਾ ਦਿਨ ਵਿਚਾਰ ਚਰਚਾ ਹੁੰਦੀ ਰਹੀ। ਤੇ ਐਤਕੀ ਬਾਰ-ਬਾਰ ਤਾਕੀ ਖੋਲ੍ਹ ਕੇ ਕਈ ਬੰਦੇ ਦੇ ਕਹਿੰਦੇ ਬਾਹਰ ਐਤਕੀ ਕੋਈ ਨਹੀਂ ਆਇਆ। ਨਹੀਂ ਤਾਂ ਚੰਡੀਗੜ੍ਹ ਦੇ ਵਿੱਚ ਵੀ ਜਿੰਨੀਆਂ ਮੀਟਿੰਗਾਂ ਹੁੰਦੀਆਂ ਸੀ ਕੋਈ ਨਾ ਕੋਈ ਕਾਲਾ ਝੰਡਾ ਲੈ ਕੇ ਪਹੁੰਚ ਜਾਂਦਾ ਸੀ ਕਿ ਭਾਈ ਤੁਸੀਂ ਕਿਸਾਨੀ ਦੇ ਮੁੱਦੇ ਤੇ ਜਿਹੜਾ ਫੈਸਲਾ ਕੀਤਾ ਸਾਨੂੰ ਪ੍ਰਵਾਹ ਨਹੀਂ। ਗਜੇਂਦਰ ਸ਼ੇਖਾਵਤ ਸਾਹਿਬ ਨੂੰ ਪੁੱਛਿਆ ਕਿ ਐਤਕੀ ਪੰਜਾਬ 'ਚ ਕਿੱਦਾਂ, ਉਹ ਕਹਿੰਦੇ ਕਿੱਦਾਂ, ਜਿੰਨੇ ਤਕੜੇ ਕਹਿੰਦੇ ਅਸੀਂ ਕੰਮ ਕਰ ਦਿੱਤੇ ਪੰਜਾਬ ਦੇ ਕਿਸਾਨਾਂ ਦੇ ਲਈ, ਪੰਜਾਬ ਦੇ ਲੋਕਾਂ ਦੇ ਲਈ, ਹੈਰਾਨੀਜਨਕ ਨਤੀਜੇ ਹੋਣਗੇ। ਸਾਰੇ ਹੀ ਚੋਣ ਸਰਵੇਖਣ ਮੂਧੜੇ ਮੂੰਹ ਸਰਕਾਰ ਭਾਜਪਾ ਦੀ ਵੱਟ ਤੇ ਪਈ ਹੈ। ਨਹੀਂ ਇਹ ਤਾਂ ਕੌਨਫੀਡੈਂਸ ਉਹਨਾਂ ਦਾ ਪੂਰਾ। ਮੈਨੂੰ ਲੱਗਦਾ ਵੀ ਰਣਨੀਤੀ ਵੀ ਉਹਨਾਂ ਨੇ ਘੜ ਲਈ। ਉਹ ਕਹਿੰਦੇ ਵੀ ਦੇਖੋ ਕਾਰਨ ਹੈ ਵੀ ਪਹਿਲੀ ਗੱਲ ਤੇ ਇਹ ਹੈ ਵੀ ਆਪਾਂ ਨੂੰ, ਮੇਰਾ ਖਿਆਲ ਆਪਾਂ ਨੂੰ ਲਗਾਤਾਰ ਹੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਵਾਰ-ਵਾਰ ਯਾਦ ਕਰਾਉਂਦੇ ਉਹਨਾਂ ਨੂੰ ਵੀ ਮਹਾਰਾਜ ਐਬਸੋਲਿਊਟ ਪਾਵਰ ਆ ਤੁਹਾਡੇ ਕੋਲੇ। ਵੀ ਦੇਖੋ ਕੇਂਦਰ ਦੇ ਵਿੱਚ ਕੱਲਿਆਂ ਦੀ ਬਹੁਮਤ ਵਾਲੀ ਸਰਕਾਰ ਜੀ, ਪੰਜਾਬ ਦੇ ਵਿੱਚ ਵੀ ਹੁਣ ਕੱਲਿਆਂ ਨੇ ਇਲੈਕਸ਼ਨ ਲੜਨੀ। ਪਹਿਲਾਂ ਕਹਿੰਦਾ ਸੀ 22 ਦੇ ਦਿਓ 23 ਦੇ ਦਿਓ ਯਾਰ 24 ਦੇ ਕਰੋ ਨਾ ਕਿਸੇ ਤਰ੍ਹਾਂ। ਉਹ ਕਹਿੰਦਾ ਨਾ 23 ਮਿਲਣੀ ਹੈ, ਵੱਧ ਨਹੀਂ, ਨਾ ਵੱਧ ਨਾ ਘੱਟ। ਹੁਣ ਐਤਕੀ ਦੇਖੋ 117 ਦੀਆਂ 117 ਸੀਟਾਂ ਲੜਨੀਆਂ, ਇਸ ਕਰਕੇ ਤਿਆਰੀ ਵੀ ਵੱਡੀ ਚਾਹੀਦੀ ਹੈ।
ਪ੍ਰਧਾਨ ਅਸ਼ਵਨੀ ਸ਼ਰਮਾ ਸਾਹਿਬ ਕਹਿੰਦੇ ਆਹ ਦੇਖੋ ਇਹ ਝੂਠ ਫਰਾਦ ਮਾਰਨਾ ਸ਼ੁਰੂ ਕੀਤਾ ਇਹਨਾਂ ਨੇ। ਕਹਿੰਦਾ ਨਾ ਪਹਿਲਾਂ ਇਹਨਾਂ ਨੇ ਕੁਝ ਕੀਤਾ ਤੇ ਨਾ ਹੋਣ ਵਾਲਿਆਂ ਕੀਤਾ। ਪਹਿਲਾਂ ਇਹਨਾਂ ਦੇ ਮੂੰਹ ਹਲਕਾ ਜਿਹਾ ਸ਼ਬਦ ਨਿਕਲਿਆ ਸੀ ਕੈਪਟਨ ਜੀ, ਫਿਰ ਨਾਲ ਹੀ ਗੋਲ ਕੀਤਾ ਉਹਨਾਂ ਨੇ। ਉਹ ਚੇਤਾ ਆ ਗਿਆ ਵੀ ਉਹ ਇਹ ਨਹੀਂ ਕਹਿਣਾ ਯਾਰ ਹੁਣ। ਫਿਰ ਕਹਿੰਦੇ ਚੰਨੀ ਸਾਹਿਬ ਤੇ ਕੇਜਰੀਵਾਲ ਹੋਰਾਂ ਨੇ ਇਹਨਾਂ ਪਹਿਲਾਂ ਇਹ ਵੀ ਵਾਅਦੇ ਕੀਤੇ, ਸਹੁੰ ਖਾਧੀਆਂ, ਇਹ ਅਸੀਂ ਨਸ਼ਾ ਖਤਮ ਕਰ ਦਾਂਗੇ, ਅਸੀਂ ਰੇਤ ਬਜਰੀ ਘਟਾ ਦਾਂਗੇ, ਅਸੀਂ ਐਂ ਕਰ ਦਾਂਗੇ। ਜੋ ਹੋਇਆ ਕੁਛ ਨਹੀਂ। ਕਹਿੰਦੇ ਕਿਸਾਨਾਂ ਦੇ ਕਰਜ਼ ਮਾਫੀ ਦੀਆਂ ਗੱਲਾਂ ਕਰਦੇ। ਮੈਂ ਤੇ ਕਿਸਾਨਾਂ ਨੂੰ ਬੇਨਤੀ ਕਰਦਾ ਵੀ ਮੋਦੀ ਸਾਹਿਬ ਨੂੰ ਤੁਸੀਂ ਕਿਹਾ ਵੀ ਸਾਡਾ ਕੰਮ ਕਰੋ, ਉਹਨਾਂ ਨੇ ਮੰਨਿਆ। ਆਹ ਜਿਹਨਾਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਕਰਜ਼ਾ ਮਾਫ ਕਰਾਂਗੇ, ਇਹਨਾਂ ਨੂੰ ਪੁੱਛੋ ਇਦਾਂ ਹੀ ਕਰ ਕਰਕੇ ਦਰਦ ਜਾਗਿਆ ਉਹਨਾਂ ਦਾ। ਜੋ ਸਾਡੇ ਨਾਲ ਕੀਤਾ ਇਹਨਾਂ ਨੇ ਕਰੋ। ਨਹੀਂ, ਗੱਲ ਉਹਨਾਂ ਦੀ ਸਹੀ ਹੈ, ਜਾਇਜ਼ ਆ ਵੀ ਭਾਈ ਸਾਹਿਬ ਜੇ ਵਾਅਦਾ ਉਧਰੋਂ ਨਹੀਂ ਸੀ ਪੂਰਾ ਹੋਇਆ ਤੇ ਉਧਰ ਧਰਨਾ ਲਾਇਆ, ਜੇ ਇੱਧਰੋਂ ਇਹਨਾਂ ਨੇ ਨਹੀਂ ਪੂਰਾ ਕੀਤਾ ਤੇ ਜ਼ਰੂਰ ਕਿਸਾਨ ਪੁੱਛਣਗੇ। ਪਰ ਨਾਲ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਵੀ ਭਾਈ ਸਾਹਿਬ ਇਹ ਲੋਕ ਤੇ ਦਿੰਦੇ ਮੈਨੀਫੈਸਟੋ, ਅਸੀਂ ਦੇਣਾ ਸੰਕਲਪ ਪੱਤਰ। ਇਹ ਨਹੀਂ ਵੀ ਜੋ ਲਿਖਤਾ ਮੁੜ ਕੇ ਤੂੰ ਕੌਣ ਮੈਂ ਕੌਣ, ਅਸੀਂ ਜੋ ਕਹਿਤਾ ਉਹ ਕਰਨਾ। ਨਹੀਂ, ਇਹ ਗੱਲ ਤਾਂ ਠੀਕ ਹੈ। ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਐਤਕੀ ਚਵਨਪ੍ਰਾਸ਼ ਖਾਣਾ ਚਾਹੀਦਾ, 1.5 ਚਮਚਾ ਸਵੇਰੇ ਤੇ ਪੌਣਾ ਚਮਚਾ ਸ਼ਾਮ ਨੂੰ। ਨਹੀਂ ਮਤਲਬ ਲੀਡਰ ਕੁਛ ਕਰਨ ਨਾ ਕਰਨ, ਭਾਪਾ ਗਰਮੀ ਕਰਾ ਲਵੇ ਸਵੇਰੇ ਸ਼ਾਮ ਜ਼ਰੂਰੀ ਆ ਨਾ। ਅੱਗੇ ਤਾਂ ਹੁੰਦਾ ਸੀ ਕਿ ਵਾਅਦਾ ਕਿਹੜਾ ਕੀਤਾ, ਐਤਕੀ ਇਦਾਂ ਨਹੀਂ ਨਾ। ਐਤਕੀ ਤੇ ਟਰੰਕ ਇੱਕ ਲਾ ਲੈਣਾ ਹੀ, ਜਿੰਦਰਾ ਲਾ ਲੈਣਾ ਹੀ, ਚਾਬੀਆਂ 3 ਚਾਹੀਦੀਆਂ ਜਿੰਦਰੇ ਦੀਆਂ, ਵੱਖਰੇ ਵੱਖਰੇ ਬੰਦੇ ਨੇ ਫੜ ਕੇ ਰੱਖਣੀਆਂ। ਇੱਦਾਂ ਥੋੜ੍ਹੀ ਆ ਲਿਆ ਕਾਗਜ਼ ਜਿਹੜਾ ਇਹਨਾਂ ਨੇ, ਅਕਾਲੀਆਂ ਨੇ, ਕਾਂਗਰਸੀਆਂ ਨੇ, ਭਾਜਪਾ ਨੇ, ਆਪ ਨੇ ਵਾਅਦਾ ਕੀਤਾ ਨਾ। ਐਤਕੀ ਮੈਨੀਫੈਸਟੋ ਲਿਆ, ਕਿਸੇ ਦਾ ਮੈਨੀਫੈਸਟੋ ਆ। ਐਤਕੀ ਇਹਨਾਂ ਦਾ ਸੰਕਲਪ ਪੱਤਰ ਲਿਆ ਕਿਸੇ ਦਾ, ਇਹਨਾਂ ਦੀ ਗਰੰਟੀ ਲਿਆ। ਜਾਣੀ ਤੁਸੀਂ ਦੇਖੋ ਨਾ ਕਿ ਇੱਕ ਪਾਸੇ ਕਾਂਗਰਸ ਪਾਰਟੀ ਨਾਲ ਹੋਣਾ ਕਿ ਅਸੀਂ ਆ ਪੂਰੇ ਕਰ ਦਿੱਤੇ, ਇਹਨਾਂ ਦਾ ਪੂਰਾ ਕਰ ਪੱਤਰ ਲਿਆ। ਹੁਣ ਇੱਕੋ ਹੀ ਟਰੰਕ ਦੇ ਵਿੱਚ ਇੱਕ ਤਾਂ ਹੁੰਦਾ ਨਾ ਕਿ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਚੋਣ ਐਲਾਨਨਾਮੇ ਜਾਰੀ ਕੀਤੇ, ਐਤਕੀ ਤਾਂ ਨਹੀਂ। ਲੀਡਰਾਂ ਦਾ ਪੱਧਰ ਹੀ ਹੋਰ ਪਾਸੇ ਚਲਾ ਗਿਆ। ਸੰਕਲਪ ਪੱਤਰ, ਗਰੰਟੀ ਪੱਤਰ, ਇਲੈਕਸ਼ਨ ਮੈਨੀਫੈਸਟੋ, ਇਧਰਲੇ ਪਾਸੇ ਵਾਅਦੇ ਪੂਰੇ ਕੀਤਿਆਂ ਦਾ ਪੱਤਰ। ਹੁਣ ਉਹ ਆਪੋ ਆਪਣੇ ਹਿਸਾਬ ਨਾਲ ਰੱਖਣੇ ਪੈਣੇ। ਇਸ ਕਰਕੇ ਟਰੰਕ ਵਧੀਆ ਰੱਖਣਾ, ਐਨ ਪਹਿਲਾਂ ਗੱਲਾਂ ਕਰਨੀ, ਬਾਅਦ ਚ ਧੁੱਪ ਲਵਾਉਣੀਆਂ, ਥੱਲੇ ਅਖਬਾਰਾਂ ਸੋਹਣੀਆਂ ਵਿਛਾਉਣੀਆਂ ਰੰਗਦਾਰ, ਉਹਨਾਂ ਦੇ ਉੱਪਰ ਰੱਖਣੇ ਆ। ਤੇ ਦੋਨਾਂ ਚੀਜ਼ਾਂ ਦੇ ਵਿਚਾਲੇ ਇੱਕ ਕਾਗਜ਼ ਹੋਰ ਰੱਖ ਲੈਣਾ, ਨਹੀਂ ਤਾਂ ਲੜ ਵੀ ਸਕਦੇ ਆ। ਨਹੀਂ ਬੜਾ ਜ਼ਰੂਰੀ ਹੈ। ਚਲੋ ਕੁੱਲ ਮਿਲਾ ਕੇ ਤੇ ਹੁਣ ਲੋਕ ਕਰਨਗੇ ਪੰਜਾਬ ਦੇ, ਕਿਉਂਕਿ ਹੁਣ ਮੇਰਾ ਖਿਆਲ ਸਾਲ 1.5 ਸਾਲ ਚ ਉਹਨਾਂ ਨੂੰ ਵਾਹਵਾ ਜਾਂਚ ਆ ਗਈ ਜੀ। ਪਰ ਇੱਕ ਗੱਲ ਤੇ ਹੈਗੀ ਆ ਵੀ ਜਿਸ ਹਿਸਾਬ ਨਾਲ ਹੁਣ ਭਾਜਪਾ ਇੱਧਰੋਂ ਗਰਮ ਹੋਈ ਆ, ਸਰਗਰਮ ਹੋਈ ਆ, ਤੱਤੀ ਹੋਈ ਆ, ਆਉਣ ਵਾਲੇ 10-15 ਦਿਨਾਂ ਦੇ ਵਿੱਚ ਹਨੇਰੀ ਤੇ ਲਿਆਉਣਗੇ ਪੰਜਾਬ 'ਚ। ਨਹੀਂ ਪੂਰੀ ਦੇਖੋ, ਉਹਨਾਂ ਨੇ ਉਧਰਲੇ ਪਾਸੇ JP ਨੱਡਾ ਸਾਹਿਬ ਕੌਮੀ ਪ੍ਰਧਾਨ ਨੇ, ਤੁਸੀਂ ਉਹਨਾਂ ਦੀ ਗੱਲ ਸੁਣ ਲਓ, ਤੁਸੀਂ ਅਸ਼ਵਨੀ ਸ਼ਰਮਾ ਸਾਹਿਬ ਦੀ ਸੁਣ ਲਓ, ਹਰਜੀਤ ਸਿੰਘ ਗਰੇਵਾਲ ਸਾਹਿਬ ਦੀ ਸੁਣ ਲਓ, ਸੁਰਜੀਤ ਕੁਮਾਰ ਜਿਆਣੀ ਸਾਹਿਬ ਦੀ ਸੁਣ ਲਓ। ਸਾਰੇ ਲੀਡਰ ਇਸ ਵੇਲੇ ਕਹਿ ਰਿਹਾ ਕਿ ਜੋ ਮੋਹ ਤੇ ਪਿਆਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦਾ ਪੰਜਾਬੀਆਂ ਲਈ, ਸਿੱਖਾਂ ਲਈ ਆ, ਉਹ ਕਿਸੇ ਹੋਰ ਦਾ ਹੈ ਹੀ ਨਹੀਂ। ਉਹ ਕਹਿੰਦੇ ਦੇਖੋ 84 ਚ ਕਤਲੇਆਮ ਹੋਇਆ, ਇਨਸਾਫ ਕਿਹਨੇ ਦਵਾਇਆ? ਮੋਦੀ ਸਾਹਿਬ ਨੇ। ਉਹ ਕਹਿੰਦੇ ਆ ਉਹਦੇ ਤੋਂ ਬਾਅਦ ਉਹ ਕਹਿੰਦੇ ਖੇਤੀ ਕਾਨੂੰਨਾਂ 'ਚ ਵਿਰੋਧ ਹੋਇਆ ਸੀ, ਖੁੱਲਾ ਦਿਲ ਕਰਕੇ ਕਿਹਨੇ ਕੀਤਾ? ਮੋਦੀ ਸਾਹਿਬ ਨੇ। ਉਹ ਕਹਿੰਦੇ ਕਿੰਨੇ ਦਹਾਕੇ ਹੋ ਗਏ ਤੁਹਾਡੀ ਪੁਰਾਣੀ ਮੰਗ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦਿਓ, ਕਿਹਨੇ ਖੋਲ੍ਹਿਆ? ਕਿਹਨੇ ਖੋਲ੍ਹਿਆ? ਮੋਦੀ ਸਾਹਿਬ ਨੇ। ਹੁਣ ਉਹ ਕਹਿੰਦੇ ਜਦੋਂ ਇੱਕ ਤੋਂ ਬਾਅਦ ਇੱਕ ਤੁਹਾਡੀਆਂ ਚਿਰੋਕਣੀਆਂ ਪੁਰਾਣੀਆਂ ਮੰਗਾਂ ਚੇਚੀਆਂ ਮੋਦੀ ਸਾਹਿਬ ਨੇ ਆਪ ਹੱਲ ਕੀਤੀਆਂ, ਕਈ ਆ ਕੇ ਤੇ ਕਈ ਦਿੱਲੀ ਬੈਠੇ ਆ, ਵੋਟ ਤਾਂ ਕਹਿੰਦੇ ਸਾਡੀ ਬਣਦੀ ਹੈ। ਬਿਲਕੁਲ ਬਣਦੀ ਹੈ। ਦੇਖੋ ਮੈਨੂੰ ਇਹ ਜਾਪਦਾ ਵੀ ਜਿਸ ਹਿਸਾਬ ਨਾਲ ਰਣਨੀਤੀ ਘੜ ਲਈ ਗਈ ਹੈ, ਇਹ ਮੇਰਾ ਖਿਆਲ ਹੋ ਸਕਦਾ ਵੀ ਵਿਰੋਧੀਆਂ ਨੂੰ ਇਹ ਜਾਪਦਾ ਵੀ BJP ਗਈ। ਜੇ ਅਗਲਾ ਨੇ ਏਡਾ ਵੱਡਾ ਫੈਸਲਾ ਲਿਆ, ਇਹਦਾ ਮਤਲਬ ਇਹ ਨਹੀਂ ਵੀ ਉਹ ਇਕੱਲਾ ਫੈਸਲਾ ਲਿਆ, ਉਹਦੇ ਨਾਲ ਬਾਕੀ ਦੀਆਂ ਚੀਜ਼ਾਂ ਵੀ ਜੁੜੀਆਂ ਹੋਣਗੀਆਂ। ਜੇ ਤਾਂ ਆਪਾਂ ਅੱਜ ਦੀਆਂ ਅਖਬਾਰਾਂ ਦੇਖ ਲਈਏ ਤੇ ਅੱਜ ਦੀਆਂ ਅਖਬਾਰਾਂ ਦੇ ਵਿੱਚ ਇੱਕ ਪੋਸਟਰ ਤੇ ਉਹ ਆ ਜਿੱਤੇ ਆਪਾਂ ਬਾਅਦ ਚ ਆਉਣਾ, ਚੰਨੀ ਸਾਹਿਬ ਦਾ ਵੱਡਾ ਸਾਰਾ ਇੱਕ ਪੋਸਟਰ ਹਰਿਆਣਾ ਸਰਕਾਰ ਨੇ ਛਪਾਇਆ। ਮਨੋਹਰ ਲਾਲ ਖੱਟਰ ਸਾਹਿਬ ਪੰਜਾਬ ਦੀਆਂ ਅਖਬਾਰਾਂ 'ਚ ਪੰਜਾਬੀ 'ਚ ਇਸ਼ਤਿਹਾਰ ਛਪਾਉਂਦੇ ਨੇ, ਜਿਹਦੇ ਤੇ ਜ਼ਿਕਰ ਆਉਂਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ, ਕਿਉਂਕਿ ਉਹਨਾਂ ਦਾ ਦਿਨ ਹੈ। ਤੇ ਉਹਦੇ ਤੇ ਇੱਕ ਪਾਸੇ ਖੱਟਰ ਸਾਹਿਬ ਨੇ ਖੱਟੇ ਰੰਗ ਦੀ ਪੱਗ ਬੰਨੀ, ਤੁਸੀਂ ਪੀਲੀ ਕਹਿੰਦੇ, ਚਲੋ ਮੈਂ ਪੀਲੀ ਕਹਿ ਦਿੰਦਾ ਹੈ, ਉਹਨਾਂ ਦੀ ਫੋਟੋ ਲੱਗੀ ਹੈ। ਦੂਜੇ ਪਾਸੇ ਮੋਦੀ ਸਾਹਿਬ ਦੀ ਫੋਟੋ ਲੱਗੀ ਹੈ। ਹੁਣ ਤੁਸੀਂ ਇਹ ਦੇਖੋ ਵੀ ਪੰਜਾਬ ਦੀ ਪੰਜਾਬੀ ਦੀ ਅਖਬਾਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਰਿਲੇਟਡ ਇਸ਼ਤਿਹਾਰ ਹਰਿਆਣੇ ਦੀ ਸਰਕਾਰ ਵੱਲੋਂ ਖੱਟਰ ਸਾਹਿਬ ਲਾਉਣ ਮੋਦੀ ਸਾਹਿਬ ਦੀ ਫੋਟੋ ਦੇ ਨਾਲ। ਜਿਹੜਾ ਰਿਸ਼ਤੇਦਾਰ ਸਭ ਤੋਂ ਨੇੜੇ ਹੁੰਦਾ ਨਾ, ਟਰਾਲੀ ਤਾਂ ਉਹਦੀ ਮੰਗੀ ਜਾਂਦੀ ਹੈ। ਜੋ ਵੀ ਹੈ, ਜੋ ਮੈਂ ਤਾਂ ਕਿਹਾ ਵੀ ਹੁਣ ਇਹ ਨਾ ਆਪਾਂ ਇਹ ਸਮਝੀਏ ਵੀ ਭਾਈ ਸਾਹਿਬ ਅਗਲੇ ਹੁਣ ਉਹ ਜਿਹੜੀਆਂ ਪਿਛਲੀਆਂ ਗੱਲਾਂ ਬਾਤਾਂ ਉਹਨਾਂ ਨੇ ਕਰ ਲਈਆਂ ਉਸੇ ਤੇ ਰਹਿਣਗੇ, ਉਹਨਾਂ ਦੀ ਤਿਆਰੀ ਪੂਰੀ ਨਹੀਂ। ਤਿਆਰੀ ਪੂਰੀ ਆ। ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਅਨਾਉਂਸ ਕੀਤਾ, JP ਨੱਡਾ ਸਾਹਿਬ ਗੁਰੂ ਘਰ ਗਏ, ਇੱਧਰਲੇ ਪਾਸੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋ ਗਈ, ਖੱਟਰ ਸਾਹਿਬ ਨੇ ਇਸ਼ਤਿਹਾਰ ਛਪਾਉਣੇ ਸ਼ੁਰੂ ਕਰ ਦਿੱਤੇ ਆ। ਤੇ ਉਧਰ ਪਤਾ ਲੱਗਿਆ ਕਿ ਹੁਣ ਨਵੇਂ ਸਿਰਿਓਂ ਪੈਫਲੈਂਟ ਵੰਡੇ ਜਾ ਰਹੇ ਆ, ਬਣਾਏ ਜਾ ਰਹੇ ਆ ਕਿ ਭਾਈ ਆਹ ਗੱਲਾਂ ਜਿਹੜੀਆਂ ਅਸੀਂ ਕੀਤੀਆਂ ਪਿਛਲੇ ਸਮੇਂ 'ਚ, ਕਿਤਾਬ ਵੀ ਛਾਪੀ ਸੀ। ਤੁਸੀਂ ਦੇਖੋ ਕਿ ਉਹ ਸਾਰੀਆਂ ਚੀਜ਼ਾਂ
ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਦੀ ਫੋਟੋ ਤਾਂ ਹੈਗੀ ਨਾ ਕਿ ਲਾਂਘੇ ਦਾ ਉਦਘਾਟਨ ਕਰਨ ਲਈ ਆਏ ਸੀ, ਸ਼ੁਰੂਆਤ ਕਰਨ ਲਈ ਆਏ ਸੀ, ਇਸ ਗੁਰੂ ਘਰ 'ਚ ਗਿਆ ਸੀ। ਉਹ ਸਾਰੀਆਂ ਚੀਜ਼ਾਂ ਅਗਲਿਆਂ ਨੇ ਹੁਣ ਚਿਣ ਕੇ ਰੱਖਣੀਆਂ। ਤੇ ਤੁਸੀਂ ਇਹ ਵੀ ਦੇਖਿਓ, ਜਦੋਂ ਇਹ ਕਲੀਅਰ ਹੋ ਗਿਆ ਕਿ ਜੇ ਖੇਤੀਬਾੜੀ ਕਾਨੂੰਨ ਵਾਪਸ ਹੋ ਗਿਆ, MSP ਦੇ ਉੱਤੇ ਗੱਲ ਬਣ ਗਈ, ਤਾਂ ਭਾਜਪਾ ਚੋਣਾਂ ਲੜੂ ਤਾਂ ਵਿਰੋਧ ਨਹੀਂ ਹੋਣਾ। ਇਹ ਗੱਲ ਪੱਕੀ ਹੈ, ਜਿੱਦਾਂ ਪਹਿਲਾਂ ਹੁੰਦਾ ਸੀ। ਫਿਰ ਇਹਦਾ ਮਤਲਬ 117 ਸੀਟਾਂ ਵੀ ਹੈਗੀਆਂ। ਇਹਦਾ ਮਤਲਬ ਹੈ ਕਿ ਪਹਿਲਾਂ 23 ਸੀਟਾਂ ਸੀ ਤੇ ਹੁਣ ਜਿਹੜੀਆਂ 95, 96, 97 ਸੀਟਾਂ ਬਾਕੀ ਬਚੀਆਂ, ਉਹਨਾਂ ਦੇ ਉੱਤੋਂ ਕੈਂਡੀਡੇਟ ਵੀ ਚਾਹੀਦੇ ਆ। ਭੁਰਨ ਬਾਕੀ ਪਾਰਟੀਆਂ ਤੋਂ ਬੰਦੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਟੋਕਰੇ 'ਚ ਆ ਕੇ ਬਹਿਣੇ ਆ, ਉਹ ਕਿਹੜੇ ਹੋਣਗੇ, ਕਿੱਦਾਂ ਹੋਣਗੇ। ਤੇ ਜਦੋਂ ਇੱਕ ਦਿਨ 'ਚ ਅਗਲਿਆਂ ਨੇ 5-5, 7-7 ਬੰਦੇ ਸ਼ਾਮਲ ਕਰਾਏ, ਕਿਉਂਕਿ ਫਲੈਕਸੀਬਿਲਿਟੀ ਤਾਂ ਆਪਣੇ ਲੀਡਰਾਂ 'ਚ ਬਥੇਰੀ ਹੈ। ਮਿੰਟ ਇੱਕ ਲਾਉਂਦੇ ਹੁੰਦੇ ਉਹ ਕਹਿਣ ਨੂੰ, ਇਹ ਤਾਂ ਜੀ ਬਹੁਤ ਵਧੀਆ ਬੰਦੇ ਨੇ, ਅਸੀਂ ਪਹਿਲਾਂ ਥੋੜ੍ਹੇ ਜਿਹਾ ਨਾਰਾਜ਼ ਸੀ, ਜਦੋਂ ਫਿਰ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਭਾਸ਼ਣ ਦਿੱਤਾ, ਫਿਰ ਸਾਨੂੰ ਲੱਗਾ ਨਹੀਂ ਬਈ ਨਹੀਂ, ਚੱਲਦੇ ਆ ਉਧਰਲੇ ਪਾਸੇ ਨੂੰ। ਤੇ ਜੇ ਅਗਲੇ ਲਾਲਪੁਰਾ ਸਾਹਿਬ ਨੂੰ ਐਡਜਸਟ ਕਰ ਸਕਦੇ ਆ, ਬਾਕੀਆਂ ਸਾਰੇ ਨੂੰ ਐਡਜਸਟ ਕਰ ਸਕਦੇ, ਤਾਂ ਉਹਨਾਂ ਹੋਣਾ ਕਿ ਭਾਈ ਇਲੈਕਸ਼ਨ ਲੜਦੇ ਆ, ਹਾਰੀਏ ਜਿੱਤੀ ਐਡਜਸਟ ਕਰ ਹੀ ਦਿੰਦੇ ਹੁੰਦੇ ਆ। ਨਹੀਂ, ਉਹ ਤਾਂ ਹੈ। ਦੇਖੋ, ਪਿਛਲੇ ਦਿਨਾਂ 'ਚ ਬੜੇ ਬੰਦੇ ਗਏ ਉੱਥੇ, ਐਂਡ ਆਪਾਂ ਇਹ ਵੀ ਦੇਖਿਆ ਵੀ ਉਹਦੇ ਵਿੱਚ ਬਹੁਤੇ ਬੰਦੇ ਪੁਰਾਣੇ ਰਾਜਨੇਤਾ ਨਹੀਂ ਸੀ ਜੀ, ਉਹਨਾਂ ਦਾ ਪ੍ਰੋਫੈਸ਼ਨ ਕੋਈ ਹੋਰ ਸੀਗਾ, ਪਰ ਚਲੋ ਬੀਜੇਪੀ ਨੇ ਸ਼ਾਮਲ ਕਰ ਲਿਆ। ਤੇ ਜਦੋਂ ਉਹਨਾਂ ਨੂੰ ਰਾਜਨੇਤਾ ਮਿਲਦੇ ਹੋਏ, ਫਿਰ ਅਗਲੇ ਨਾ ਕਿਉਂ ਕਰਨਗੇ? ਨਹੀਂ, ਸਵਾਲ ਹੀ ਨਹੀਂ ਪੈਦਾ ਹੁੰਦਾ। ਨਾਲੇ ਇੱਕ ਗੱਲ ਹੋਰ ਮੈਨੂੰ ਯਾਦ ਹੀ ਸਾਹਿਬ, ਮੈਨੂੰ ਜਾਪਦਾ ਵੀ ਹੁਣ ਨਾ ਬੀਜੇਪੀ ਟੀਚਰਾਂ ਕਰਨ ਵਾਲੇ ਮਾਹੌਲ 'ਚ ਵੀ ਆ ਗਈ। ਇੱਕ ਬੜੀ ਚਰਚਾ ਨਾ ਕੱਲ ਪਰਸੋਂ ਦੀ ਚੱਲੀ ਜਾਂਦੀ, ਲੈ ਯਾਰ ਬੀਜੇਪੀ ਤੇ ਅਕਾਲੀ ਦਲ ਦਾ ਗੱਠਜੋੜ ਹੋਏ ਨਾ। ਹਾਲਾਂਕਿ ਸੁਖਬੀਰ ਬਾਦਲ ਸਾਹਿਬ ਕਹਿ ਚੁੱਕੇ ਨਾ, ਇਹ ਕਿੱਦਾਂ ਹੋ ਸਕਦਾ। ਕੁਝ ਲੋਕ ਕਹਿੰਦੇ ਨਹੀਂ ਇਹਨਾਂ ਕਰ ਲੈਣਾ ਹੀ, ਅੰਦਰੋਂ ਰਲੇ, ਇੱਕੋ ਹੀ ਇਕੱਠੇ ਹੀ ਲਲੇ ਆ, ਹੈ ਨਾ। ਪਰ ਮੈਨੂੰ ਜਾਪਦਾ ਵੀ ਇਹ ਹੋਣਾ ਤਾਂ ਨਹੀਂ, ਕਿਉਂਕਿ ਜਿਸ ਹਿਸਾਬ ਨਾਲ ਜਿਹੜੇ ਆਪਣੇ ਮੁਖੀ ਸੀਗੇ ਬੀਜੇਪੀ ਦੇ ਕੱਲ ਪਰਸੋਂ, ਉਹਨਾਂ ਨੇ ਜਿੱਦਾਂ ਬਿਆਨ ਦਿੱਤਾ ਵੀ ਦੇਖੋ ਪਹਿਲਾਂ ਅਸੀਂ ਨਿੱਕੇ ਭਰਾ ਦੇ ਤੌਰ 'ਤੇ ਸੀ, ਜੇ ਹੁਣ ਨਿੱਕੇ ਭਰਾ ਦੇ ਤੌਰ 'ਤੇ ਆਣ ਕੇ ਮਿਲਣਾ ਤੇ ਵੇਖ ਲਵਾਂਗੇ, ਵਿਚਾਰ ਲਵਾਂਗੇ, ਉਹ ਹੈ ਤੇ ਇੱਕ ਤਰ੍ਹਾਂ ਦੀ ਟੀਚਰ ਹੀ। ਕਿਉਂਕਿ ਜੇ ਆਪਾਂ ਥੋੜ੍ਹਾ ਜਿਹਾ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਥੋੜ੍ਹਾ ਜਿਹਾ ਇਤਿਹਾਸ ਯਾਦ ਕਰਾਈਏ, ਜਦੋਂ ਅਕਾਲੀ ਭਾਜਪਾ ਗੱਠਜੋੜ ਹੁੰਦਾ ਸੀ, ਜਦੋਂ ਅਜੇ ਖੇਤੀ ਕਾਨੂੰਨਾਂ ਦੀ ਵੀ ਕੋਈ ਗੱਲ ਨਹੀਂ ਸੀ ਹੁੰਦੀ, ਉਦੋਂ ਜਿਹੜੀ ਮੈਂਬਰਸ਼ਿਪ ਡਰਾਈਵ ਚੱਲਦੀ ਹੁੰਦੀ ਸੀ, ਉਹ ਲੰਬੀ ਤੱਕ ਜਾ ਕੇ ਤੇ ਰੌਲੇ ਪੈਂਦੇ ਹੁੰਦੇ ਵੀ ਅਸੀਂ ਫੇਰ ਐਤਕੀ ਫੇਰ ਕੱਲਿਆਂ ਲੜਨੀ, ਉਹ ਇਲੈਕਸ਼ਨ ਫੇਰ ਵੇਖ ਲਾਂਗੇ ਅਸੀਂ ਤੱਕ ਜਾ ਕੇ, ਹੈ ਨਾ। ਉਦੋਂ ਜਿਹੜੇ ਬਿਆਨ ਆਉਂਦੇ ਹੁੰਦੇ ਸੀ ਤੇ ਇਹ ਚਰਚਾ ਆਮ ਹੀ ਚੱਲਦੀ ਹੁੰਦੀ ਸੀ ਵੀ ਐਤਕੀ ਭਾਈ ਸਾਹਿਬ ਅਕਾਲੀ ਭਾਜਪਾ ਗੱਠਜੋੜ ਟੁੱਟਣਾ ਹੀ ਟੁੱਟਣਾ। ਉਦੋਂ ਤੇ ਕਿਤੇ ਖੇਤੀ ਕਾਨੂੰਨ ਨਹੀਂ ਸੀ ਹੈਗੇ। ਇਹਦਾ ਮਤਲਬ ਇਹ ਹੋ ਗਿਆ ਵੀ ਅਗਲਿਆਂ ਦੇ ਪਹਿਲਾਂ ਹੀ ਡਿਸਾਈਡ ਸੀਗਾ। ਉਹ ਤੇ ਚਲੋ ਖੇਤੀ ਕਾਨੂੰਨਾਂ ਦਾ ਕਰਕੇ ਇੱਧਰੋਂ ਚਰਖਾ ਜਿਹਦਾ ਵੀ ਟੁੱਟ ਗਿਆ ਤੇ ਜਿੰਦ ਜਿਹਦੀ ਵੀ ਅਜਾਬੋਂ ਛੁੱਟ ਗਈ, ਆਪਾਂ ਉਹਦੇ 'ਚ ਨਹੀਂ ਜਾਂਦੇ। ਹੁਣ ਦੁਬਾਰਾ ਗੱਠਜੋੜ ਵਾਲੇ ਪਾਸੇ ਜੀ ਮੈਨੂੰ ਲੱਗਦਾ ਨਹੀਂ ਵੀ ਨਾ ਅਕਾਲੀ ਦਲ ਜਾ ਕੇ ਰਾਜੀ ਤੇ ਨਾ ਬੀਜੇਪੀ ਵਾਲੀ। ਨਹੀਂ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਲੀਅਰ ਕਹਿਤਾ, ਉਹ ਕਹਿੰਦੇ ਨਾ ਇਲੈਕਸ਼ਨ ਤੋਂ ਪਹਿਲਾਂ ਨਾ ਚੋਣਾਂ ਤੋਂ ਬਾਅਦ ਸਾਡਾ ਭਾਰਤੀ ਜਨਤਾ ਪਾਰਟੀ ਨਾਲ ਲੈਣਾ ਦੇਣਾ ਕੋਈ ਨਹੀਂ। ਪੰਜਾਬੀ ਇੱਕ ਗੱਲ ਕਲੀਅਰ ਕੱਟ ਸੁਣ ਲਓ। ਦੂਸਰਾ, ਦੁਸ਼ਯੰਤ ਗੌਤਮ ਹੋਰਾਂ ਨੇ ਟੀਚਰ ਕੀਤੀ ਕਿ ਛੋਟੇ ਭਰਾ ਦੇ ਤੌਰ ਤੇ ਆਜੋ ਹਰਜੀਤ ਸਿੰਘ ਗਰੇਵਾਲ ਨੂੰ ਛਾਊਗਾ ਨਹੀਂ। ਇਹਨਾਂ ਨੇ ਗੱਠਜੋੜ ਕੌਣ ਕਰਦਾ? ਇਹਨਾਂ ਨੇ ਗੱਠਜੋੜ ਕਰਨਾ? ਇਹ ਬੰਦੇ ਮੁੱਕਰ ਜਾਂਦੇ ਆ ਜੱਟ, ਪਹਿਲਾਂ ਸਾਡੇ ਨਾਲ ਖਲੋਤੇ ਸੀ, ਬਾਅਦ 'ਚ ਹਟ ਗਏ। ਇਹਨਾਂ ਨਾਲ ਕਹਿੰਦੇ ਕੋਈ ਗੱਠਜੋੜ ਨਹੀਂ, ਅਸੀਂ ਆਪਣੇ ਦਮ ਤੇ ਚੋਣਾਂ ਲੜਨੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਾਲ ਗੱਲ ਚੱਲਦੀ ਹੈ, ਸੀਟ ਸ਼ੇਅਰਿੰਗ ਹੋ ਜਾਣੀ ਹੈ। ਪਰ ਇਹਦੇ ਵਿੱਚ ਹੀ ਇੱਕ ਪੰਗਾ ਹੋਰ ਪੈ ਗਿਆ। ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਦਿੱਤਾ ਸੀ ਕਿ ਸਾਡੀ ਗੱਲ ਹੋ ਗਈ ਆ, ਮੈਂ ਬੜੀ ਛੇਤੀ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਜਾਊਂਗਾ, ਸੀਟਾਂ ਦੀ ਅਦਲਾ ਬਦਲੀ ਹੋ ਜਾਣੀ, ਕਿੰਨੀਆਂ ਉਹਨਾਂ ਲੜਨੀਆਂ ਕਿੰਨੀਆਂ ਅਸੀਂ। ਤੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੀ ਅਕਾਲੀ ਦਲ ਜਿਹੜੀ ਇਹ ਸੰਯੁਕਤ ਹੈ ਉਹ ਸਾਡੇ ਨਾਲ ਹੋਏਗੀ। ਤੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਸੀ, ਉਹਨਾਂ ਨੇ ਕਿਹਾ ਗੱਲ ਉਹਨੇ ਹੋ ਤਾਂ ਗਈ ਹੈ, ਸ਼ਾਹ ਸਾਹਿਬ ਦੇ ਨਾਲ ਗੱਲ ਹੋ ਤਾਂ ਗਈ, ਉਹਨਾਂ ਨੇ ਆਪ ਦੱਸਿਆ ਸੀ ਕਿ ਸਾਡੀ ਗੱਲ ਚੱਲਦੀ। ਅੱਜ ਸੁਖਦੇਵ ਸਿੰਘ ਢੀਂਡਸਾ ਨੇ ਬਿਆਨ ਦਿੱਤਾ, ਉਹ ਕਹਿੰਦੇ ਯਾਰ ਕੋਈ ਗੱਲ ਹੀ ਨਹੀਂ ਹੋਈ, ਮੈਨੂੰ ਕੋਈ ਟੈਲੀਫੋਨ ਨਹੀਂ ਆਇਆ, ਮੈਂ ਕਿਸੇ ਨੂੰ ਟੈਲੀਫੋਨ ਨਹੀਂ ਕੀਤਾ, ਨਾ ਮੇਰੀ ਕਿਸੇ ਨਾਲ ਮੁਲਾਕਾਤ ਹੋਈ ਹੈ, ਇਹ ਮਨ ਘੜਤ ਗੱਲਾਂ ਨੇ। ਮੈਂ ਮੀਡੀਆ ਵਾਲਿਆਂ ਨੂੰ ਵੀ ਬੇਨਤੀ ਕਰਦਾ, ਐਵੇਂ ਸਾਡੇ ਕਾਡਰ ਦੇ ਉੱਤੇ ਇਹਦਾ ਬੁਰਾ ਪ੍ਰਭਾਵ ਪੈਂਦਾ, ਸਾਡੀ ਕੋਈ ਗੱਲ-ਗੁੱਲ ਨਹੀਂ ਕਿਸੇ ਨਾਲ ਚੱਲਦੀ, ਅਸੀਂ ਅਜੇ ਉਹਨਾਂ ਨੇ ਗੱਠਜੋੜ ਕਰਨ ਦਾ ਕੋਈ ਫੈਸਲਾ ਹੀ ਨਹੀਂ ਕੀਤਾ। ਪਰ ਕੈਪਟਨ ਸਾਹਿਬ ਬੜੇ ਕੌਨਫੀਡੈਂਟ। ਨਹੀਂ, ਕੈਪਟਨ ਸਾਹਿਬ ਕੌਨਫੀਡੈਂਟ ਤੇ ਹੋਣਗੇ, ਕਿਉਂਕਿ ਇਕੱਲੇ ਕੈਪਟਨ ਸਾਹਿਬ ਨਹੀਂ ਕੌਨਫੀਡੈਂਟ ਹੈਗੇ ਨਾ। ਆਪਾਂ ਹੋਰਨਾਂ ਚੀਜ਼ਾਂ ਨੂੰ ਦੇਖੀਏ, ਹੁਣ ਜਿਹੜੀ ਅੱਜ ਦੀ ਤਰੀਕ ਹੈ, ਅੱਜ ਦੀ ਤਰੀਕ ਦੇ ਵਿੱਚ ਇੱਕ ਪੁਰਾਣਾ ਕਾਡਰ ਜਿਹੜਾ ਇੱਕ ਤੇ ਹੁੰਦਾ ਗਰਮ ਕਰਨਾ, ਇੱਕ ਹੁੰਦਾ ਗਰਮ ਕਰਕੇ ਸਰਗਰਮ ਕਰਨਾ। ਰਾਮੂਵਾਲੀਆ ਸਾਹਿਬ ਨੇ ਵੀ ਤੇ ਕਰਨਾ ਨਾ। ਅੱਜ ਉਹਨਾਂ ਨੇ ਆਪਣੀ ਪੁਰਾਣੀ ਪਾਰਟੀ ਜਿਹੜੀ ਉਹਨੂੰ ਮੁੜ ਸੁਰਜੀਤ ਕਰਨਾ ਜੀ। ਤੇ ਸ਼ਬਦ ਉਹਨਾਂ ਕਿਹੜੇ ਵਰਤੇ? ਉਹ ਕਹਿੰਦੇ ਪੰਜਾਬੀਆਂ ਦਾ ਪਿਆਰ ਹੀ ਲੈ ਆ ਮੈਨੂੰ ਯੂਪੀਓਂ, ਕਿੱਥੇ ਆਉਣਾ ਹਮੈਂ। ਤੇ ਜਦੋਂ ਇੰਨਾ ਮੋਹ ਪਿਆਰ ਕਰਦੇ ਆ ਤੇ ਫਿਰ ਲੋਕ ਭਲਾਈ ਪਾਰਟੀ ਕਿੱਦਾਂ ਮਰਜੂ ਮਿੱਤਰੋ ਇੱਕ ਵਾਰ ਫਿਰ ਤੋਂ। ਨਹੀਂ, ਰਾਮੂਵਾਲੀਆ ਵੈਸੇ ਪੰਜਾਬ ਦੇ ਸਿਆਸਤਦਾਨਾਂ ਦੇ ਭਾਸ਼ਣਾਂ 'ਚ ਜਿਹੜੀ ਚੀਜ਼ ਮਿਸਿੰਗ ਸੀ ਉਹ ਦੁਬਾਰਾ ਆ ਜਾਊਗੀ, ਕਿਉਂਕਿ ਰਾਮੂਵਾਲੀਆ ਸਾਹਿਬ ਜਿੱਦਾਂ ਗੱਲ ਸੁਣਾਉਂਦੇ ਹੁੰਦੇ ਆ, ਮੈਨੂੰ ਚੇਤਾ ਹੈ ਮੈਂ ਸੁਣਾਉਣਾ ਗੱਲ ਤੁਹਾਨੂੰ, ਦਿੱਲੀ ਬੈਠੇ 3 ਇੱਧਰ 2 ਇੱਧਰ। ਮੈਂ ਕਿਹਾ ਏਦਾਂ ਨਹੀਂ, ਇਹ ਰਾਮੂਵਾਲੀਆ ਏ, ਏਦਾਂ ਕਿੱਦਾਂ ਹੋ ਜੂ। ਉਹ ਫਿਰ ਐ ਜਦੋਂ ਖੜੇ ਹੋ ਕੇ ਭਾਸ਼ਣ ਦਿੰਦੇ ਨਾ, ਰਮਾਲ ਹੱਥ ਜਾਂਦਾ, ਕਦੇ ਮਾਈਕ ਨਾਲ ਟੰਗ ਲੈਣਾ, ਫੇਰ ਚੱਕ ਲੈਣਾ, ਫੇਰ ਐਂ ਕਰਨ ਲੱਗ ਪੈਣਾ, ਫੇਰ ਟੰਗ ਦੇਣਾ, ਫੇਰ ਚੁੱਕ ਲੈਣਾ।
ਹੁਣ ਰਾਮੂਵਾਲੀਆ ਸਾਹਿਬ ਦੇ ਜਿਹੜੇ ਟੋਟਕੇ ਆ, ਆਪਣੀ ਜਿਹੜੀ ਭਾਸ਼ਣ ਕਲਾ ਹੈ, ਦੇਖੋ ਵੋਟਾਂ ਕਿੰਨੀਆਂ ਪੈਂਦੀਆਂ, ਜਿੱਤਦੇ ਹਰਦੇ, ਕਿਹਨੂੰ ਹਰਾਉਂਦੇ ਕਿਹਨੂੰ ਜਿਤਾਉਂਦੇ, ਉਹ ਬਾਅਦ ਦੀਆਂ ਗੱਲਾਂ। ਪਰ ਜਿਹੜਾ ਇੱਕ ਤੜਕਾ ਜਿਹਾ ਪੰਜਾਬ ਦੇ ਸਿਆਸਤਦਾਨਾਂ ਦੇ ਭਾਸ਼ਣਾਂ 'ਚ ਮੁੱਕ ਚੱਲਿਆ, ਰਾਮੂਵਾਲੀਆ ਸਾਹਿਬ ਨੂੰ ਲਾ ਦੇਣੇ ਆ ਕੇ। ਨਹੀਂ, ਇਹ ਗੱਲ ਹੈਗੀ ਆ। ਦੇਖੋ ਮੈਂ ਨਹੀਂ ਆਂਦਾ ਵੀ ਇਦਾਂ ਹੋਣਾ, ਪਰ ਹੁੰਦਾ ਨਾ ਵੀ ਮਤਲਬ ਜਿਹੜੇ ਰਾਜਨੀਤਿਕ ਮਾਹਰ ਹੁੰਦੇ ਆ ਉਹ ਇੱਧਰੋਂ ਉੱਧਰੋਂ ਤਾਰਾਂ ਜਿਹੀਆਂ ਜੋੜਨ ਦੀ ਕੋਸ਼ਿਸ਼ ਕਰਦੇ ਆ। ਹੁਣ ਜਦੋਂ ਇਸ ਵਕਤ ਇੱਕ ਵੱਖਰੇ ਗੱਠਜੋੜ ਦੀ ਚਰਚਾ ਚੱਲਦੀ ਆ ਤੇ ਤੁਸੀਂ ਸ਼ੇਖਾਵਤ ਸਾਹਿਬ ਦਾ ਬਿਆਨ ਵੀ ਦਿੱਤਾ, ਵੇਖਿਓ ਕਿੱਦਾਂ ਹੁੰਦੀ ਹੈ। ਹੁਣ ਜੇ ਵੇਖਿਓ ਕਿੱਦਾਂ ਹੁੰਦੀ ਹੈ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਹੈਰਾਨ ਰਹਿ ਜਾਓਗੇ, ਆਹ ਜਿਹੜੀਆਂ ਹੈਰਾਨੀਆਂ ਹੋਣ ਲੱਗੀਆਂ ਨੇ ਇਹ ਵੀ ਤੇ ਕਿਤੇ ਨਾ ਕਿਤੇ ਗਿਣਤੀਆਂ ਮਿਲਦੀਆਂ। ਕੋਈ ਪਤਾ ਨਹੀਂ ਲੱਗਦਾ ਹੁੰਦਾ ਮਹਾਂ ਗੱਠਜੋੜ ਕਿਹੜੇ ਵੇਲੇ ਬਣ ਜਾਵੇ। ਆਹੋ ਹੈ ਨਾ, ਜੋ ਉਹਦੇ 'ਚ ਫਲਾਨੀ ਪਾਰਟੀ, ਉਹਦੇ 'ਚ ਢੀਂਗੜੀ ਪਾਰਟੀ, ਉਹਦੇ 'ਚ ਆ ਵੀ ਕਿਉਂਕਿ ਰਾਮੂਵਾਲੀਆ ਸਾਹਿਬ ਵੀ ਕੇਂਦਰ 'ਚ ਮੰਤਰੀ ਰਹੇ ਨੇ, ਸੁੱਖ ਨਾਲ ਤਜਰਬਾ ਉਹਨਾਂ ਦਾ ਵਾਹਵਾ। ਤੇ ਪਿਛਲੇ ਦਿਨਾਂ 'ਚ ਚਰਚਾ ਇਹ ਵੀ ਸੀਗੀ ਵੀ ਉਧਰ ਤੇ ਆਮ ਹੀ ਜਾਂਦੇ ਆਉਂਦੇ, ਨਹੀਂ ਤੇ ਏਡੀ ਕਿਹੜੀ ਗੱਲ ਆ। ਨਾਲੇ ਫੇਰ ਜੇ ਦੁਬਾਰਾ ਵੀ ਉਹਨਾਂ ਨੂੰ ਬਣਾ ਲੈਣ ਤਾਂ ਕਿੱਡੀ ਗੱਲ ਆ। ਆਹੋ, ਪੰਜਾਬੀਆਂ ਦਾ ਭਲਾ ਹੀ ਕਰਨਾ ਹੀ, ਉਸੇ ਕਰਕੇ ਤੇ ਆਏ ਉਹ। ਤੇ ਉਹ ਕੁਰਸੀ ਤੇ ਬਹਿ ਕੇ ਹੋਣਾ ਹੀ। ਇੱਕ ਗੱਲ ਮੈਂ ਹੋਰ ਐਡ ਕਰ ਦਵਾਂ, ਪਤਾ ਹੀ ਕਾਰਨ ਆਪਣਾ ਕੰਮ ਹੁੰਦਾ ਚੇਤਾ ਕਰਾਉਣਾ। ਪਿਛਲੇ ਦਿਨੀ ਇੱਕ ਖਬਰ ਆਈ ਸੀ ਤੇ ਬੜੇ ਲੋਕ ਉਦੋਂ ਫਿਰ ਹੈਰਾਨ ਹੋਏ ਸੀ, ਇਦਾਂ ਕਿੱਦਾਂ ਹੋ ਗਿਆ। ਰਾਮੂਵਾਲੀਆ ਸਾਹਿਬ ਦੀ ਬੇਟੀ ਨੇ ਬੀਜੇਪੀ ਜੁਆਇਨ ਕਰ ਲਈ ਸੀ, ਵਾਹਵਾ ਦੇਰ ਹੋ ਗਈ। ਮੈਂ ਕਿਹਾ ਚੇਤਾ ਕਰਾ ਦਈਏ। ਉਦੋਂ ਉਹ ਥੋੜਾ ਜਿਹਾ ਹੋ ਵੀ ਗਏ ਸੀ ਨਾ, ਥੋੜਾ ਜਿਹਾ। ਹਾਂ, ਨਹੀਂ ਉਹ ਚਲੋ ਹੁੰਦਾ ਹੀ ਹੈ। ਤੇ ਅਸੀਂ ਆਖਿਆ ਵੀ ਕੱਲ ਨੂੰ ਜੇ ਗੱਠਜੋੜ ਦੇ ਵਿੱਚ ਉਹ ਵੀ ਚਲੇ ਜਾਣ ਤੇ ਉਦੋਂ ਬਾਅਦ ਫਿਰ ਭੱਜੀਆਂ ਬਾਹਾਂ ਗੱਲ ਨੂੰ ਆ ਜਾਣ ਤੇ ਫਿਰ ਕੁਝ ਹੋ ਜਵੇ ਤੇ ਫਿਰ ਐਵੇਂ ਇਹ ਨਾ ਵੀ ਲੋਕ ਹੈਰਾਨ ਹੁੰਦੇ ਰਹਿਣ। ਮੈਂ ਤਾਂ ਪਤਾ ਨਹੀਂ। ਹੁਣ ਤੁਸੀਂ ਦੇਖੋ ਕਿ ਬੰਦੇ ਉਹਨਾਂ ਨੇ ਗੰਢ ਲਿਆ। ਜੇ ਕਿਸੇ ਨੂੰ ਹੈਰਾਨੀ ਹੁੰਦੀ ਹੈ, ਹੈਰਾਨੀ ਆਪਾਂ ਦੂਰ ਕਰ ਦਿੰਦੇ ਹਾਂ। ਅਕਾਲੀ ਦਲ ਨੇ ਭਾਜਪਾ ਦੇ ਨਾਲੋਂ ਸਾਂਝ ਤੋੜੀ ਤੇ ਬਸਪਾ ਦੇ ਨਾਲ ਗੱਠਜੋੜ ਕਰ ਲਿਆ। ਬਸਪਾ ਦੇ ਨਾਲ ਗੱਠਜੋੜ ਕਰ ਲਿਆ, 20 ਸੀਟਾਂ ਦੇ ਦਿੱਤੀਆਂ। ਜਿੱਥੇ ਜਾਂਦੇ ਅਕਾਲੀ ਦਲ ਵਾਲੇ ਬਸਪਾ ਦੇ ਨਾਲ ਜਾਂਦੇ, ਇਕੱਠੇ ਰੈਲੀਆਂ, ਇਕੱਠੇ ਧਰਨੇ, ਪ੍ਰਦਰਸ਼ਨ, ਸਾਰਾ ਕੁਝ ਇਕੱਠਾ। ਉਹ ਤੇਰੀ ਮੇਰੀ ਇੱਕ ਜਿੰਦੜੀ ਤੈਨੂੰ ਤਾਪ ਚੜੇ, ਮੈਂ ਹੋਊਂਗਾ, ਜਸਵੀਰ ਸਿੰਘ ਗੜੀ ਹੋਰੀ ਨਾਲ ਹੂੰਗਦੇ ਜਿੱਧਰਲੇ ਪਾਸੇ ਤਾਪ ਚੜੇ। ਪਰ ਕਿਆ ਬਾਤਾਂ, ਜਿਹੜੀ ਇੰਨਾ ਫਲੈਕਸੀਬਲ ਗੱਠਜੋੜ ਨਹੀਂ ਸੀ ਦੇਖਿਆ। ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਕਈ ਵਾਰੀ ਹੁੰਦਾ ਕਿ ਲੈ ਭਰਾ ਨੇ ਪਹਿਲਾਂ ਆ ਕੇ ਅਸੀਂ ਆਹ ਨਹੀਂ ਕੀਤਾ, ਬਾਪੂ ਨੇ ਪਹਿਲਾਂ ਆਹ ਲੈ ਕੇ ਦੇਣ ਨੂੰ ਕਿਹਾ, ਅਸੀਂ ਆਹ ਨਹੀਂ ਕੀਤਾ, ਦਰਾਣੀ ਜਠਾਣੀ ਦਾ ਰੌਲਾ, ਕਿ ਇਹਨਾਂ ਤੋਂ ਸਿੱਖੋ ਲੀਡਰਾਂ ਤੋਂ। ਹੁਣ ਪਹਿਲਾਂ 20 ਸੀਟਾਂ ਦੇਤੀਆਂ ਤੇ ਤੁਹਾਨੂੰ ਯਾਦ ਹੋਣਾ ਕੁਝ ਮਹੀਨੇ ਪਹਿਲਾਂ ਜਦੋਂ ਅਚਾਨਕ ਅਨਿਲ ਜੋਸ਼ੀ ਸਾਹਿਬ ਤੇ ਰਾਜਕੁਮਾਰ ਗੁਪਤਾ ਸਾਹਿਬ ਭਾਰਤੀ ਜਨਤਾ ਪਾਰਟੀ ਛੱਡ ਕੇ ਅਕਾਲੀ ਦਲ 'ਚ ਆਏ ਤੇ ਅਕਾਲੀ ਦਲ ਨੇ ਅਨਾਉਂਸ ਕਰਤਾ, ਦੇਖੋ ਜੀ ਵੈਸੇ ਤਾਂ ਅੰਮ੍ਰਿਤਸਰ ਉੱਤਰੀ ਸੀਟ ਅਸੀਂ ਬਸਪਾ ਨੂੰ ਦਿੱਤੀ ਸੀ, ਪਰ ਕਿਉਂਕਿ ਹੁਣ ਅਨਿਲ ਜੋਸ਼ੀ ਸਾਹਿਬ ਆ ਗਏ ਆ, ਅਸੀਂ ਉਹ ਸੀਟ ਬਸਪਾ ਤੋਂ ਲੈ ਕੇ ਅਨਿਲ ਜੋਸ਼ੀ ਸਾਹਿਬ ਨੂੰ ਕੈਂਡੀਡੇਟ ਬਣਾਉਣੇ ਆ ਤੇ ਕਪੂਰਥਲੇ ਵਾਲੀ ਸੀਟ ਬੀਐਸਪੀ ਨੂੰ ਦੇਣੇ। ਉਹ ਕਹਿੰਦੇ ਠੀਕ ਆ ਜੀ, ਆਹ ਵਧੀਆ, ਦੁਆਬੇ 'ਚ ਨੇੜੇ ਆ ਗਏ। ਇੱਦਾਂ ਹੀ ਕਹਿੰਦੇ ਸੁਜਾਨਪੁਰ ਵਾਲੀ ਸੀਟ ਪਠਾਨਕੋਟ ਦੇ ਨੇੜੇ ਉਹ ਅਸੀਂ ਬਹੁਜਨ ਸਮਾਜ ਪਾਰਟੀ ਨੂੰ ਦਿੱਤੀ ਸੀ, ਪਰ ਕਿਉਂਕਿ ਭਾਜਪਾ ਦੇ ਇੱਕ ਬਹੁਤ ਵੱਡੇ ਲੀਡਰ ਨੇ ਰਾਜਕੁਮਾਰ ਗੁਪਤਾ, ਉਹ ਅਕਾਲੀ ਦਲ 'ਚ ਆ ਗਿਆ, ਉਹਨਾਂ ਨੂੰ ਐਡਜਸਟ ਕਰਨਾ, ਉਹਨਾਂ ਨੂੰ ਉੱਥੋਂ ਕੈਂਡੀਡੇਟ ਬਣਾਉਣਾ। ਅਸੀਂ ਇਹ ਸੀਟ ਜਿਹੜੀ ਸੁਜਾਨਪੁਰ ਵਾਲੀ ਬਸਪਾ ਤੋਂ ਲੈ ਕੇ ਉਹ ਅਸੀਂ ਅਕਾਲੀ ਦਲ ਵਾਲੇ ਲੈਂਦੇ ਆ, ਇਹਨਾਂ ਨੂੰ ਸ਼ਾਮ 84 ਵਾਲੀ ਸੀਟ ਦੇਣੇ ਬੜੀ ਵਧੀਆ। ਐਨ ਉਦਾਂ ਹੀ ਇੱਕ ਵਾਰੀ ਫਿਰ ਉਹੀ ਕੰਮ ਅਕਾਲੀ ਦਲ ਨੇ ਕਿਹਾ, ਕਹਿੰਦੇ ਜੀ ਮੋਹਾਲੀ ਵਾਲੀ ਸੀਟ ਅਸੀਂ ਬਸਪਾ ਨੂੰ ਦਿੱਤੀ ਸੀ, ਪਰ ਅਸੀਂ ਉਹ ਸੀਟ ਬਸਪਾ ਤੋਂ ਲੈ ਕੇ ਬਸਪਾ ਨੂੰ ਰਾਏਕੋਟ ਦਿੰਨੇ ਆ। ਇਦਾਂ ਹੀ ਅਸੀਂ ਲੁਧਿਆਣਾ ਉੱਤਰੀ ਦੀ ਸੀਟ ਜਿਹੜੀ ਹੈ ਉਹ ਬਸਪਾ ਨੂੰ ਦਿੱਤੀ ਸੀ, ਅਸੀਂ ਉਹ ਬਸਪਾ ਤੋਂ ਲੈ ਕੇ ਤੇ ਬਸਪਾ ਨੂੰ ਸੀਟ ਦੀਨਾਨਗਰ ਵਾਲੀ ਦਿੰਨੇ ਆ। ਤੇ ਹੁਣ ਰੌਲਾ ਇਹ ਪੈ ਜਾਣਾ ਕਿ ਭਾਈ ਕੀ ਬਹੁਜਨ ਸਮਾਜ ਪਾਰਟੀ ਨੂੰ ਪੁੱਛ ਕੇ ਕੀਤਾ ਜਾਂਦਾ, ਜਾਣੀ 20 ਸੀਟਾਂ ਦੇ ਵਿੱਚੋਂ 20% ਸੀਟਾਂ ਜਿਹੜੀਆਂ ਉਹ ਅਦਲਾ ਬਦਲੀ ਕਰ ਦਿੱਤੀਆਂ। ਸ਼ਾਮ 84 ਵਾਲੀ ਸੀਟ ਤਾਂ ਫਿਰ ਠੀਕ ਹੈ, ਪਰ ਉਹ ਜਿਹੜੀ ਦੀਨਾਨਗਰ ਵਾਲੀ ਸੀਟ ਹੈ ਉੱਥੇ ਬਹੁਜਨ ਸਮਾਜ ਪਾਰਟੀ ਦੀਆਂ ਵੋਟਾਂ ਕਿੰਨੀਆਂ ਕੁ ਨੇ, ਇਹ ਆਪਣੇ ਆਪ ਦੇ ਵਿੱਚ ਬੜਾ ਕਹਿਣ ਸੁਣਨ ਵਾਲੀ ਗੱਲ ਹੈ। ਮੋਹਾਲੀ ਦਾ ਤੁਸੀਂ ਦੱਸ ਦਿਓ, ਲੁਧਿਆਣੇ ਦੀ ਉੱਤਰੀ ਵਾਲੀ ਸੀਟ ਜਿਹੜੀ ਲਈ ਹੈ ਉੱਥੋਂ ਵੀ ਬੀਜੇਪੀ ਦੇ ਇੱਕ ਬਹੁਤ ਵੱਡੇ ਲੀਡਰ ਅਕਾਲੀ ਦਲ ਸ਼ਾਮਲ ਹੋ ਗਏ। ਪਤਾ ਲੱਗਾ ਕਿ ਸ਼ਾਇਦ ਉਹਨਾਂ ਦੀ ਐਡਜਸਟਮੈਂਟ ਅਕਾਲੀ ਦਲ ਕਰਦਾ ਹੈ। ਉਹ ਤਾਂ ਠੀਕ ਆ। ਮੋਹਾਲੀ ਬਾਰੇ ਮੈਂ ਕੀ ਦੱਸਣਾ, ਪਿਛਲੇ ਦਿਨ ਹੀ ਰੌਲਾ ਪਿਆ ਹੀ ਸੀਗਾ। ਬਾਕੀ ਹੁਣ ਅਸੀਂ ਗੱਲ ਕਰਾਂਗੇ ਤੇ ਫਿਰ ਕਹਿਣਗੇ ਵੀ ਲੈ ਇਹ ਕਹਿੰਦੇ ਹੀ ਬੋਲਦੇ ਰਹਿੰਦੇ ਅਸੀਂ ਕੱਲ ਹੀ ਬੋਲਣਾ ਭਾਈ, ਸਿਆਣਾ ਬਿਆਣਾ ਬੰਦਾ ਹੀ। ਆਹੋ, ਤੇ ਨਿਆਣੇ ਨੂੰ ਨਾਲ ਲਾ ਲੈਂਦਾ, ਨਿਆਣੇ ਐਵੇਂ ਮੈਂ ਤਾਂ ਹੀ ਕਿਹਾ ਵੀ ਆਪਾਂ ਅਸੀਂ ਉਹ ਗੱਲ 'ਚ ਨਹੀਂ ਆਉਂਦੇ। ਜਿੱਦਣ ਉਹ ਗੱਲ ਹੋ ਜੂਗੀ ਉਦਣ ਆਪੇ ਸਾਰਿਆਂ ਨੂੰ ਪਤਾ ਲੱਗ ਜਾਣਾ। ਸਾਨੂੰ ਕੀ ਲੋੜ ਪਈ ਅਸੀਂ ਕੁਝ ਕਹਿ ਦਈਏ, ਮੁੜ ਕੇ ਅਗਲਾ ਕੋਈ ਰੋ ਕੇ ਵੀਡੀਓ ਪਾਵੇ ਜੀ। ਨਹੀਂ, ਮੁਸ਼ਕਲ ਹੋ ਜਾਂਦੀ ਹੈ, ਸਾਨੂੰ ਕੋਈ ਲੋੜ ਨਹੀਂ। ਆਪਾਂ ਕਾਹਨੂੰ ਸਾਰੀ ਦੁਨੀਆ ਦਾ ਟਾਈਮ ਖਰਾਬ ਕਰਨਾ, ਮੁੜ ਕੇ ਲੋਕ ਵੀਡੀਓ ਕੱਢਦੇ ਰਹਿੰਦੇ ਆ। ਇੱਕ ਵੀਡੀਓ ਦੇ ਵਿੱਚ ਇਦਾਂ ਆ ਗਿਆ ਸੀ, ਜੇ ਕੋਈ ਪਾਰਟੀਆਂ ਨਾਲ ਮੰਚ ਸਾਂਝਾ ਕਰੂ ਤਾਂ ਉਹ ਗੱਦਾਰ ਹੋਊ। ਉਹ ਕਹਿੰਦੇ ਮੈਂ ਇਦਾਂ ਹੀ ਕਿਹਾ ਸੀ, ਮੈਂ ਥੋੜ੍ਹਾ ਕਿ ਸ਼ਾਮਲ ਹੋ ਜੂ। ਦੂਜੀ ਵੀਡੀਓ ਆ ਗਈ, ਜੇ ਕੋਈ ਕਿਸੇ ਸਿਆਸੀ ਪਾਰਟੀ 'ਚ ਕਿਸਾਨ ਮੋਰਚੇ ਸ਼ਾਮਲ ਹੋ ਗੱਦਾਰ ਹੋਊ। ਉਹ ਤੋਂ ਬਾਅਦ ਕਹਿੰਦੇ ਲੋਕਾਂ ਦਾ ਪਿਆਰ ਹੀ ਆ ਰਾਮੂਵਾਲੀਆ ਸਾਹਿਬ ਵਾਂਗੂ, ਜੇ ਲੈ ਜੂ ਤਾਂ ਫਿਰ ਚੱਲ ਜਾਣਾ ਸਿਆਸਤ। ਦੇਖੋ ਇਹ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਹੈ ਨਾ, ਇਸ਼ਕ ਪਲ ਕਿਹੜਾ ਰਾਜਨੀਤੀ ਦਾ। ਅੱਛਾ, ਗੱਲ ਇਹ ਹੈ ਵਾਟ ਸਾਹਿਬ ਵੀ ਇਹ ਸਾਰੇ ਕੁਝ ਦੇ ਵਿੱਚ ਜਿਹੜੀ ਫਲੈਕਸੀਬਿਲਿਟੀ ਹੈ, ਇੱਕ ਚੀਜ਼ ਤੇ ਇਹਦੇ 'ਚ ਹੈਗੀ ਹੈ ਤੰਗ ਕਰਨ ਵਾਲੀ। ਹੁਣ ਭਾਵੇਂ ਆਪਾਂ ਅਕਾਲੀ ਦਲ ਦੀ ਗੱਲ ਕਰ ਲਈਏ, ਭਾਵੇਂ ਗੱਲ ਕਰ ਲਈਏ ਬਸਪਾ ਦੀ ਜੀ, ਜਿਹੜੇ ਵਿਚਾਰੇ ਥੱਲੇ ਵਾਲੇ ਮਤਲਬ ਵਰਕਰ ਨੇ ਨਾ, ਜਿਨ੍ਹਾਂ ਨੂੰ ਇਹ ਆਸ ਹੈ ਵੀ ਲੈ ਵੀ ਇਹ ਫਿਰ ਆਪਣੇ ਵਾਲੀ ਸੀਟ ਹੈ, ਉਹ ਕਹਿੰਦਾ ਠੀਕ ਹੈ, ਲੈ ਫਿਰ ਮੈਂ ਮੇਚਾ ਦੇ ਆਵਾਂ
ਕਹਿੰਦੇ ਟਿਕਟ ਮਿਲਣੀ ਹੈ, ਕੀ ਪਤਾ ਹੁੰਦਾ। ਉੱਥੇ ਹੋ ਸਕਦਾ ਵੀ ਆਪਣੇ ਦਰਜੀ ਭਾਈ ਜਾਨ ਵੀ ਜਦੋਂ ਕਿਤੇ ਉਹ ਮੇਚਾ ਲੈਂਦਾ ਇਹ ਟਾਈਪ ਹੈ ਵੀ ਕਿੱਦਾਂ ਦਾ ਰੱਖਣਾ, ਇਹ ਕੱਪੜਾ ਕਿਸੇ ਤੇ ਨਾਲ ਲੈ ਯਾਰ ਤੂੰ ਉਸ ਹਿਸਾਬ ਨਾਲ ਰੱਖ ਤੂੰ ਪੂਰਾ। ਹੋ ਸਕਦਾ ਲਾਗੇ ਖਲੋਤਾ ਕੋਈ ਬੰਦਾ ਸਲਾਹ ਕਰ, ਸਾਹਿਬ ਬਹੁਤਾ ਮਹਿੰਗਾ ਨਾ ਸਵਾ ਲਿਓ, ਕੀ ਗੱਲ ਹੋ ਗਈ ਅਜੇ ਕੀ ਪਤਾ ਲੱਗਦਾ ਜੀ ਪ੍ਰਧਾਨ ਜੀ ਨੇ ਕਿਹੜੀ ਚੀਜ਼ ਕਿੱਥੋਂ ਚੁੱਕ ਕੇ ਕਿੱਥੇ ਕਰਦੇ ਨੇ। ਉੱਦਾਂ ਇਹਦਾ ਸਵਾ ਲਓ ਵੀ ਆਪਾਂ ਵਿੱਚ ਰਚੇ ਮਚੇ ਜੇ ਰਹੀਏ, ਜੇ ਟਿਕਟ ਮਿਲ ਗਈ ਤੇ ਅਗਲੀ ਵਾਰ ਚੰਗਾ ਸਵਾ ਲਾਂਗੇ, ਨਹੀਂ ਤੇ ਫਿਰ ਹਲਕਾ ਇੰਚਾਰਜ ਤਾਂ ਪੈ ਗਈ ਹੈ। ਨਹੀਂ ਇਹ ਵੀ ਹੋ ਸਕਦਾ ਕਿ ਅਗਲੇ ਕਹਿਣ ਹੋ ਗਿਆ ਕਿਉਂ ਨਾ ਮਹਿੰਗਾ ਸਵਾਵਾਂ। ਮੈਂ ਨਹੀਂ ਜੀ ਕਹਿੰਦਾ ਸੁਜਾਨਪੁਰ ਵਾਲੇ ਤੋਂ ਪੁੱਛ ਲਓ, ਜੇ ਉਹ ਤੇ ਨਹੀਂ ਯਕੀਨ ਆਉਂਦਾ ਅੰਮ੍ਰਿਤਸਰ ਉੱਤਰੀ ਵਾਲੇ ਤੋਂ ਪੁੱਛ ਲਓ, ਜੇ ਬਿਲਕੁਲ ਨਹੀਂ ਯਕੀਨ ਆਉਂਦਾ ਤਾਂ ਮੁਹਾਲੀ ਵਾਲੇ ਬਾਕਰਪੁਰ ਸਾਹਿਬ ਤੋਂ ਪੁੱਛ ਲਓ। ਤੇ ਜੇ ਤਿੰਨਾਂ ਜਗ੍ਹਾ ਤੇ ਗੱਲ ਨਹੀਂ ਬਣਦੀ ਤਾਂ ਜਿਹੜੇ ਲੁਧਿਆਣੇ ਉੱਤਰੀ ਵਾਲਿਆਂ ਨੇ ਪੋਸਟਰ ਵੀ ਲਾਤੇ ਸੀ ਵੱਡੇ ਵੱਡੇ, ਕਹਿੰਦੇ ਖਰਚਾ ਵੀ ਸੁੱਖ ਨਾਲ ਵਾਹਵਾ ਕਰ ਲਿਆ, ਨਹੀਂ ਤਾਂ ਉਹਨਾਂ ਨੂੰ ਜਾ ਕੇ ਪੁੱਛ ਲਓ। ਬਾਕੀ ਸਾਨੂੰ ਕੀ ਭਾਈ, ਤੁਹਾਡੀ ਮਰਜ਼ੀ, ਸਿਆਣੇ ਬਿਆਣੇ ਬੰਦੇ ਨੇ। ਬਿਲਕੁਲ ਜੀ, ਅਸੀਂ ਉਸ ਗੱਲ 'ਚ ਪੈਂਦੇ ਨਹੀਂ। ਆਪਾਂ ਹੁਣ ਗੱਲ ਕਰ ਲਈਏ ਵੀ ਕੇਜਰੀਵਾਲ ਸਾਹਿਬ ਪੰਜਾਬ ਆਏ ਵੀ ਜਿੱਦਾਂ ਉਹਨਾਂ ਗੇੜਾ ਦਿੱਤਾ ਨਾ, ਇੱਦਾਂ ਦੇ ਗਿੱਧੇ 'ਚ ਗੇੜਾ ਦੇ ਕੇ ਤੇ ਮਤਲਬ ਮੇਲਾ ਲੁੱਟਣ ਵਾਲੀ ਗੱਲ ਹੀ ਹੋ ਜਾਂਦੀ ਜਿਹੜਾ ਉਹਨਾਂ ਨੇ ਲੁੱਟਿਆ। ਨਹੀਂ ਐਂ ਲੱਗਦਾ ਕਿ ਜਦੋਂ ਨਾ 15 ਕੁ ਦਿਨ ਪਹਿਲਾਂ ਤੱਕ ਸਾਰੇ ਕਹਿੰਦੇ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਤੁਸੀਂ ਲੇਟ ਹੋ ਗਏ, ਕੇਜਰੀਵਾਲ ਸਾਹਿਬ ਬਾਕੀ ਨੇ ਆ ਕੇ ਉਹ ਕਹਿੰਦੇ ਜਦੋਂ ਮੈਂ ਜਾ ਕੇ ਦਿੱਤਾ ਨਾ ਪਿੜ 'ਚ ਗੇੜਾ, ਫੇਰ ਤੁਸੀਂ ਦੇਖਿਓ ਇੱਕ ਤੇ ਸੱਪ ਲੇਟਣੇ ਨੇ, ਫਿਰ ਬਾਲਟੀਆਂ ਫੜ ਫੜ ਕੇ ਗਿੱਧੇ ਪੈਣੇ ਆ। ਐਤਕੀ ਤਾਂ ਫਿਰ ਉਦੋਂ ਹੀ ਹੋਈ ਕਿਉਂਕਿ ਬੀਬੀਆਂ ਨੂੰ ਐਲਾਨ ਵੀ ਕਰਕੇ ਗਏ ਸੀ ਨਾ। ਨਹੀਂ ਪੂਰਾ। ਪਰ ਦੇਖੋ ਚਲੋ ਆਪਾਂ ਕੇਜਰੀਵਾਲ ਸਾਹਿਬ ਦੇ ਐਲਾਨ ਤੇ ਆ ਜਾਈਏ। ਮਜੀਠੀਆ ਸਾਹਿਬ ਉਹਨਾਂ ਨੇ ਨਾਂ ਰੱਖਣ ਦੇ ਵਿੱਚ ਬੜੇ ਸ਼ੌਕੀਨ ਨੇ, ਉਹ ਚਲੋ ਮੈਂ ਨਹੀਂ ਨਾਂ ਲੈਂਦਾ, ਜਿਹੜਾ ਰੱਖਤਾ ਉਹਨਾਂ ਨੇ ਆਪੇ ਲੱਭ ਜਾਣਾ। ਉਹ ਕਹਿੰਦੇ ਕੇਜਰੀਵਾਲ ਸਾਹਿਬ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਇਹ ਜਿਹੜਾ 1000 ਰੁਪਈਆ ਤੁਸੀਂ ਪੰਜਾਬ ਦੀਆਂ ਬੀਬੀਆਂ ਨੂੰ ਦੇਣਾ, ਇਹਦੇ ਲਈ ਕੋਈ ਸਮਾਂ ਸੀਮਾ, ਕੋਈ ਬਟੂਆ, ਕੋਈ ਮਤਲਬ ਆਰਥਿਕ ਪੱਧਰ ਕੋਈ ਤੈਅ ਕਰ ਲੈਂਦੇ ਵੀ ਜਿਹੜੀ ਬੀਬੀ ਕਰੋੜਾਂਪਤੀ ਉਹਨੂੰ 1000 ਤੁਸੀਂ ਦਓਗੇ ਤੇ ਦੂਜੀ ਜਿਹੜੀ ਚਲੋ ਮਾਤਰ ਧਮਾਤੜ ਉਹਨੂੰ ਕਹਿੰਦੇ ਯਾਰ ਠੀਕ ਹੈ ਮੰਨ ਲਿਆ। ਕਹਿੰਦੇ ਵੀ ਇਹ ਦੱਸੋ ਵੀ ਦਿੱਲੀ 'ਚ ਦਿੱਤਾ। ਅੱਛਾ ਦੂਜੀ ਚੀਜ਼ ਹੋਰ ਹਿਸਾਬ ਕਿਤਾਬ ਲਾਇਆ ਉਹਨਾਂ ਨੇ, ਉਹ ਪਤਾ ਨਹੀਂ ਉਹ ਸਹੀ ਹੈ ਗਲਤ ਆ। ਉਹ ਕਹਿੰਦੇ ਵੀ 2021 ਵਾਲਾ ਸੈਂਸੈਕਸ ਇਹ ਕਹਿੰਦਾ ਵੀ 1 ਕਰੋੜ ਤੋਂ ਵੱਧ ਬੀਬੀਆਂ ਪੰਜਾਬ 'ਚ 18 ਸਾਲ ਤੋਂ ਵੱਧ ਉਮਰ ਵਾਲੀਆਂ, ਉਸ ਹਿਸਾਬ ਨਾਲ ਕਹਿੰਦੇ ਵੀ ਜੇ ਆਪਾਂ ਮੋਟਾ ਹਿਸਾਬ ਲਾਈਏ ਤੇ ਮਹੀਨੇ ਦਾ ਖਨੀ 1100 ਕਰੋੜ ਬਣਾਉਂਦੇ ਸੀ ਉਹ, ਤੇ ਸਾਲ ਦਾ ਕਹਿੰਦੇ 11,000 ਕਰੋੜ ਤੋਂ ਵੀ ਵੱਧ ਜਾਣਾ ਕੰਮ। ਇਹਦੇ ਪੰਜਾਬ ਦਾ ਤਾਂ 3 ਲੱਖ ਕਰੋੜ ਦਾ ਕਰਜ਼ਾ ਨਹੀਂ ਕਿਸੇ ਪਾਸੇ ਲੱਗਣ ਡਿਆ, ਤੇ ਮਹੀਨੇ ਦਾ 1100 ਕਰੋੜ ਹਜ਼ਾਰ ਲੋਕਾਂ ਨੂੰ ਦੇਣ ਲਈ ਕਿੱਥੋਂ ਆਉਣਾ ਕੇਜਰੀਵਾਲ ਸਾਹਿਬ ਦੱਸੋ ਜੀ। ਉਹ ਤਾਂ ਉਹਨਾਂ ਨੇ ਦੱਸਿਆ 2 ਵਾਰੀ ਦੱਸਿਆ। ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਬੈਠੇ ਹੁੰਦੇ ਆ ਚੰਨੀ ਸਾਹਿਬ, ਇੱਕ ਪਾਸੇ ਰੇਤ ਮਾਫੀਆ ਵਾਲੇ ਬੈਠੇ ਹੁੰਦੇ, ਦੂਜੇ ਪਾਸੇ ਟਰਾਂਸਪੋਰਟ ਮਾਫੀਆ ਵਾਲੇ ਬੈਠੇ ਹੁੰਦੇ, ਕਹਿੰਦੇ ਐ ਲਿਆਉਣਾ 550 ਕਰੋੜ, ਆਪੇ 1100 ਕਰੋੜ ਹੋ ਗਿਆ। ਨਹੀਂ ਫਿਰ ਇਹ ਮਜੀਠੀਆ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਕਿਉਂ ਪੁੱਛਣਾ ਵੇ, ਚੰਨੀ ਸਾਹਿਬ ਨੂੰ ਪੁੱਛ ਲੈਂਦੇ ਵੀ ਉਹ ਬੰਦੇ ਕਿਹੜੀ ਦੱਸਦੇ ਸਾਨੂੰ, ਉਹ ਜ਼ਿਆਦਾ ਵਧੀਆ ਨਹੀਂ। ਤੁਸੀਂ ਦੇਖੋ ਕਮਾਲ ਦੀ ਗੱਲ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਲੱਗਦਾ ਸੀ ਕਿ ਅਸੀਂ ਪਛੜ ਗਏ ਪਈ, ਹੁਣ ਇਹ ਲੱਗਦਾ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਨਾ ਸਮਝ ਲਿਆ। ਉਹਨਾਂ ਨੂੰ ਸਵਾਲ ਪੁੱਛਿਆ ਕਿ ਸੀਐਮ ਕੇਜਰੀਵਾਲ ਸਾਹਿਬ ਬਣਨਾ, ਉਹ ਕਹਿੰਦੇ ਮੈਂ ਤਾਂ ਨਹੀਂ ਬਣਨਾ, ਮੈਂ ਤਾਂ ਦਿੱਲੀ ਦਾ ਮੁੱਖ ਮੰਤਰੀ ਹਾਂ, ਐਸੀ ਗੱਲ ਹੀ ਕੋਈ ਨਹੀਂ, ਲੋਕ ਮੈਨੂੰ ਪਿਆਰ ਕਰਦੇ ਆ, ਪੰਜਾਬ ਦੇ ਲੋਕ ਬਹੁਤ ਪਿਆਰ ਕਰਦੇ, ਮੈਂ ਰਿਣੀ ਆ ਇਹਨਾਂ ਦਾ। ਪਰ ਉਹ ਕਹਿੰਦੇ ਜੀ ਦੇਖੋ ਗੱਲ ਇਹ ਆ ਕਿ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕਰਾਂਗੇ, ਪਿੱਛੋਂ ਰੌਲਾ ਪਾਉਣਾ ਪਿਆ ਭਗਵੰਤ ਮਾਨ। ਮੈਂ ਵੈਸੇ ਭਗਵੰਤ ਮਾਨ ਸਾਹਿਬ ਉਹਨਾਂ ਦੇ ਬਾਰੇ ਹੀ ਜਾਣਾ, ਉਹ ਐਂ ਬੈਠੇ ਸੀ, ਐਂ ਬੈਠ ਰਿਹਾ, ਬਿਲਕੁਲ ਕੋਈ ਗੱਲ ਨਹੀਂ ਹੈ, ਕੋਈ ਫੇਸ ਇੰਪ੍ਰੈਸ਼ਨ ਨਹੀਂ, ਕਲਾਕਾਰ ਬੰਦੇ ਆ ਨਾ। ਹੁਣ ਕਲਾਕਾਰ ਨਹੀਂ, ਕਲਾਕਾਰ ਬੰਦਾ ਤੇ ਹੱਸ ਪੈਂਦਾ, ਸਿਆਸਤਦਾਨ ਹੋ ਗਿਆ ਐਨ ਕੋਈ ਗੱਲ ਨਹੀਂ, ਇੱਕ ਵਾਰੀ ਕਹਿ ਦੇ ਨਹੀਂ ਬਸ ਹਾਂ ਕੋਈ ਨਹੀਂ, ਗੱਲ ਸੁਣੋ। ਕੇਜਰੀਵਾਲ ਸਾਹਿਬ ਕਹਿੰਦੇ ਦੇਖੋ ਯਾਰ ਤੁਸੀਂ ਕਿਉਂ ਕਾਲੇ ਪੈਂਦੇ ਆ। ਉਹ ਕਹਿੰਦੇ ਕਾਂਗਰਸ 'ਚ ਕੋਈ ਪਤਾ ਨਹੀਂ, ਸਿੱਧੂ ਮੁੱਖ ਮੰਤਰੀ ਬਣਨਾ ਅਗਲੀ ਵਾਰੀ, ਦਾਅਵੇਦਾਰ ਰੰਧਾਵਾ ਸਾਹਿਬ ਬਣਨੇ ਆ, ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਲਿਆ ਤਾਂ ਉਹਨੇ, ਕਿ ਚੰਨੀ ਸਾਹਿਬ ਬਣਨੇ, ਕਹਿੰਦੇ ਉਹਨਾਂ ਦਾ ਪਤਾ ਨਹੀਂ, ਕੋਈ ਕਲੀਅਰ ਨਹੀਂ ਕੀਤਾ, ਸਾਡੇ ਮਗਰ ਯਾਰ ਐਵੇਂ ਪੈ ਜਾਂਦੇ ਆ। ਦੂਸਰਾ ਉਹ ਕਹਿੰਦੇ ਭਾਜਪਾ ਵਾਲਿਆਂ ਨੇ ਕੋਈ ਬੰਦਾ ਕਲੀਅਰ ਕੀਤਾ ਦੱਸੋ, ਨਹੀਂ ਜੀ, ਫਿਰ ਯਾਰ ਸਾਡੇ ਮਗਰ ਕਦੋਂ ਪੈਣੇ। ਕਹਿੰਦੇ ਇੱਕ ਹੋਰ ਐਗਜ਼ਾਮਪਲ ਸੁਣੋ, ਕਹਿੰਦੇ ਪਿਛਲੀ ਵਾਰ 4 ਫਰਵਰੀ ਨੂੰ ਵੋਟਾਂ ਪਈਆਂ 2017 'ਚ ਪੰਜਾਬ 'ਚ, ਤੇ ਵੋਟਾਂ ਪੈਣ ਤੋਂ 9 ਦਿਨ ਪਹਿਲਾਂ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਫੇਸ ਐਲਾਨਿਆ ਸੀ 9 ਦਿਨ ਪਹਿਲਾਂ। ਉਹ ਕਹਿੰਦੇ ਅਜੇ ਤਾਂ ਯਾਰ 3 ਮਹੀਨੇ ਪਏ ਆ, ਤੁਸੀਂ ਤਾਂ ਇਹ ਕਹਿੰਦੇ ਕਿ ਅਸੀਂ ਕੋਈ ਗੁਨਾਹ ਕਰ ਦਿੱਤਾ ਜੇ ਅਸੀਂ ਮੁੱਖ ਮੰਤਰੀ ਦੇ ਦਾਅਵੇਦਾਰ ਨਹੀਂ ਐਲਾਨਿਆ। ਤੇ ਨਾਲ ਇੱਕ ਗੱਲ ਹੋਰ ਕਹਿਤੀ, ਉਹ ਕਹਿੰਦੇ ਬਣਾਵਾਂਗੇ ਬੰਦਾ ਵਧੀਆ ਦਿਆਂਗੇ ਤੁਹਾਨੂੰ, ਘਬਰਾਉਣ ਵਾਲੀ ਗੱਲ ਕੋਈ ਨਹੀਂ, ਦੇ ਕੇ ਜਾਵਾਂਗੇ ਹਾਲ ਦੀ ਘੜੀ, ਤੁਸੀਂ ਮੇਰੀਆਂ ਗਰੰਟੀਆਂ ਸੁਣੋ। ਗਰੰਟੀਆਂ ਤੇ ਆਉਨੇ ਆ, ਪਰ ਇਹ ਬਿਆਨ ਉੱਥੇ ਨਹੀਂ ਸੀਗੇ, ਬਿਆਨ ਥੋੜੇ ਗਾਂਹ ਪਿਛਾਂ। ਉੱਥੇ ਤਾਰੀਫ ਸਿੱਧੂ ਸਾਹਿਬ ਦੀ ਕਰੀ ਗਏ, ਕਹਿੰਦੇ ਦੇਖੋ ਮੈਂ ਤੇ ਹੈਰਾਨ ਆ ਵੀ ਸਿੱਧੂ ਸਾਹਿਬ 'ਚ ਜਿਗਰਾ, ਹਿੰਮਤ ਦੇਖੋ ਉਹਨਾਂ ਦੀ ਬੰਦੇ ਦੀ। ਕਹਿੰਦੇ ਵੀ ਲਾਗੇ ਚੰਨੀ ਸਾਹਿਬ ਕਹਿੰਦੇ ਇਦਾਂ ਕਰਤਾ। ਉਹ ਕਹਿੰਦੇ ਕੱਖ ਨਹੀਂ ਕੀਤਾ, ਸਿਰਫ ਲਾਰੇ, ਤੇ ਲਾਰਿਆਂ ਨਾਲ ਨਹੀਂ ਇਹ ਗੱਡੀ ਚੱਲਣੀ। ਕਹਿੰਦੇ ਵੀ ਮੈਂ ਮਤਲਬ ਵਾਕਿਆ ਦੱਸ ਦਿੰਦਾ ਵੀ ਸਿੱਧੂ ਸਾਹਿਬ ਨੇ ਇੰਨੀ ਹਿੰਮਤ ਕੀਤੀ। ਨਾਲ ਫਿਰ ਟੀਕਾ ਇੱਕ ਹੋਰ ਲਾ ਗਏ, ਇੱਕ ਹੁੰਦਾ ਨਾ ਵੀ ਇੱਕ ਥੋੜਾ ਜਿਹਾ ਬੁਖਾਰ ਦਾ, ਇੱਕ ਨਾਲ ਦਰਦ ਦਾ ਵੀ ਲਾਉਣਾ, ਐ ਕਰਨਾ ਇੱਕ ਦੇ ਵਾਰੀ ਜਦ ਤੱਕ ਦੂਜਾ ਭਰ ਲੈਣੇ ਨਾ, ਬੜਾ ਦੇ ਨਾਲ ਲੱਗਦਾ ਦਰਦ ਵਾਲਾ ਟੀਕਾ ਉਹਨਾਂ ਨੇ ਇਹ ਲਾਇਆ। ਕਹਿੰਦੇ ਵੀ ਦੇਖੋ ਸਿੱਧੂ ਸਾਹਿਬ ਨਾਲ ਕੀਤੀ ਤੇ ਮਾੜੀ, ਪਹਿਲਾਂ ਕਹਿੰਦੇ ਕੈਪਟਨ ਸਾਹਿਬ ਦਬਾਉਣ ਨੂੰ ਫਿਰਦੇ ਸੀ, ਹੁਣ ਹੋਰ ਦਬਾਉਣ ਨੂੰ ਫਿਰਦੇ ਨੇ,
ਚਾਹੀਦਾ ਨਹੀਂ ਹੈ। ਹਾਂ ਮਤਲਬ ਇਹ ਜਿਸ ਹਿਸਾਬ ਨਾਲ ਉਹਨਾਂ ਨੇ ਸ਼ਰੀਕੇ ਦੇ ਵਿੱਚ ਹਮਦਰਦੀ ਕੀਤੀ ਹੈ ਨਾ, ਇਹ ਦੂਜਾ ਟੀਕਾ ਹੁਣ ਭਾਵੇਂ ਦਰਦ ਕਰੇ ਨਾ ਕਰੇ, ਬਾਅਦ ਚ ਕਰੂ। ਨਹੀਂ, ਮੈਂ ਬਹੁਤ ਹੈਰਾਨ ਆ ਕਿ ਇੱਕ ਲਾਈਨ ਦੇ ਵਿੱਚ ਇਹਦੀ ਗੱਲ ਨਿਬੜ ਸਕਦੀ ਸੀ। ਤੁਹਾਨੂੰ ਯਾਦ ਹੋਣਾ, ਅੰਮ੍ਰਿਤਸਰ ਦੀ ਧਰਤੀ ਸੀ ਐਤਕੀ। ਅੰਮ੍ਰਿਤਸਰ ਦੀ ਧਰਤੀ ਉਹ ਜਿੱਥੋਂ ਸਿੱਧੂ ਸਾਹਿਬ ਲੋਕ ਸਭਾ ਦੀ ਚੋਣ ਲੜ ਕੇ MP ਬਣਦੇ ਰਹੇ ਆ। ਅੰਮ੍ਰਿਤਸਰ ਦੀ ਧਰਤੀ ਉਹ ਜਿੱਥੋਂ MLA ਬਣੇ ਆ। ਤੇ ਅੰਮ੍ਰਿਤਸਰ ਦੀ ਧਰਤੀ ਉਹ ਜਿਹਦੇ ਕਰਕੇ ਨਵਜੋਤ ਸਿੰਘ ਸਿੱਧੂ ਦਾ BJP ਨਾਲ ਪੰਗਾ ਪੈ ਗਿਆ ਕਿ ਮੈਂ ਛੱਡ ਕੇ ਨਹੀਂ ਜਾਣਾ, ਤੇ ਹੁਣ ਵੀ ਉਹ ਬਾਰ-ਬਾਰ ਕਹਿੰਦੇ ਆ। ਉਸੇ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਨਵਜੋਤ ਸਿੰਘ ਸਿੱਧੂ ਦੇ ਬਾਬਤ ਅਰਵਿੰਦ ਕੇਜਰੀਵਾਲ ਦਾ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ 'ਚ ਇਹ ਕਹਿਣਾ, ਇੱਕ ਲਾਈਨ ਸਰ ਸਕਦਾ ਸੀ। 2 ਮਹੀਨੇ ਪਹਿਲਾਂ ਇਦਾਂ ਹੀ ਸਵਾਲ ਪੁੱਛਿਆ ਸੀ, ਉਹ ਕਹਿੰਦੇ ਯਾਰ ਮੈਂ ਕਹਾਂ ਦੂਸਰੀ ਪਾਰਟੀ ਦੇ ਸੂਬਾ ਪ੍ਰਧਾਨ ਆ, ਐਤਕੀ ਰੁਕੇ ਨਾ। ਪਹਿਲਾਂ ਤਾਂ ਆਹ ਗੱਲ ਕਹਿਤੀ ਕਿ ਬੜੇ ਹਿੰਮਤੀ ਬੰਦੇ ਨੇ, ਫਿਰ ਕਹਿੰਦੇ ਜੇ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਆ ਤੇ ਉਹਨਾਂ ਨੂੰ ਦਬਾਇਆ ਜਾ ਰਿਹਾ। ਤੇ ਇੱਕ ਹੋਰ ਪਤਾ ਕਹਿੰਦੇ ਇਹ ਜਿਹੜੇ ਲੀਡਰ ਨੇ ਨਾ, ਨਵਜੋਤ ਸਿੰਘ ਸਿੱਧੂ ਵਰਗੇ, ਇਹ ਲੀਡਰ ਹੋਣੇ ਚਾਹੀਦੇ ਇਦਾਂ ਦੇ, ਪਰ ਸਾਨੂੰ ਲੱਗਦਾ ਨਹੀਂਗਾ ਕਿ ਉਹਨਾਂ ਦੇ ਕਹੇ ਦੇ ਉੱਤੇ ਕਿਸੇ ਨੇ ਕੰਮ ਕਰਨਾ। ਹੁਣ ਬਹੁਤ ਸਾਰੇ ਲੋਕ ਤਾਂ ਇਹਨੂੰ ਇਦਾਂ ਦੇਖ ਰਹੇ ਆ ਕਿ ਸ਼ਾਇਦ CM ਦਾ ਫੇਸ ਵੀ ਇਸ ਕਰਕੇ ਡਿਕਲੇਅਰ ਨਹੀਂ ਕਰਦੇ ਕੇਜਰੀਵਾਲ ਸਾਹਿਬ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਉਡੀਕਦੇ ਆ। ਪਰ ਕਿਉਂਕਿ ਜਦੋਂ ਕੇਜਰੀਵਾਲ ਸਾਹਿਬ ਇਹ ਗੱਲਾਂ ਕਰਦੇ ਸੀ ਤਾਂ ਐਨ ਨਾਲ ਜਾਨੀ ਦੂਸਰੀ ਪਾਰਟੀ ਦੇ ਸੂਬਾ ਪ੍ਰਧਾਨ ਦੀਆਂ ਸਿਫਤਾਂ ਆਪਣੀ ਪਾਰਟੀ ਦੇ ਸੂਬਾ ਪ੍ਰਧਾਨ ਨੂੰ ਨਾਲ ਬਿਠਾ ਕਰਦੇ ਸੀ। ਤੇ ਉਸ ਲਈ ਬਹੁਤ ਸਾਰੇ ਨੂੰ ਲੱਗਦਾ ਸੀ ਕਿ ਅਸਲ ਦੇ ਵਿੱਚ ਗੱਲ ਇਹ ਨਹੀਂ ਹੈ, ਕਿਉਂਕਿ ਇੱਕ ਦਿਨ ਪਹਿਲਾਂ ਤਾਂ ਠੀਕ ਇੱਕ ਦਿਨ ਪਹਿਲਾਂ ਲੁਧਿਆਣੇ ਦੇ ਆਤਮਨਗਰ ਵਿਧਾਨ ਸਭਾ ਹਲਕੇ ਦੇ ਵਿੱਚ ਰੈਲੀ ਕਰਦੇ ਆ ਚੰਨੀ ਸਾਹਿਬ ਦੀ ਹਾਜ਼ਰੀ 'ਚ ਸਿੱਧੂ ਸਾਹਿਬ ਨੇ ਬੋਲਦਿਆਂ ਇਹ ਕਿਹਾ ਸੀ, ਕਹਿੰਦੇ ਦਿੱਲੀ ਮਾਡਲ ਕੁਛ ਨਹੀਂ। ਦਿੱਲੀ 'ਚ ਪੁੱਛੋ ਕੇਜਰੀਵਾਲ ਸਾਹਿਬ ਨੂੰ ਕਿਸੇ ਕਿਸਾਨ ਦਾ ਕਰਜ਼ਾ ਮਾਫ ਕੀਤਾ, ਕਿਸੇ ਕਿਸਾਨ ਦੀ ਬਿਜਲੀ ਮਾਫ ਕੀਤੀ? ਅਸੀਂ ਪੰਜਾਬ 'ਚ ਇੰਨੇ ਹਜ਼ਾਰ ਕਰੋੜ ਦੀ ਕੀਤੀ, ਦਿੱਲੀ ਦਾ ਮਾਡਲ ਕੁਛ ਨਹੀਂ। ਤੇ ਜੇ ਉਸੇ ਬੰਦੇ ਦੀ ਸਿਫਤ ਕੀਤੀ ਜਾ ਰਹੀ ਹੈ ਤਾਂ ਬਹੁਤੇ ਲੋਕ ਸਮਝਦੇ ਆ ਕਿ ਅਸਲ ਦੇ ਵਿੱਚ ਇਸ ਸਿਫਤ ਦਾ ਕਾਰਨ ਇਹ ਹੈ ਕਿ ਜੇ ਸਿੱਧੂ ਸਾਹਿਬ ਤੇ ਚੰਨੀ ਸਾਹਿਬ ਇਕੱਠੇ ਰਲ ਕੇ ਸਟੇਜ ਤੇ ਬਹਿੰਦੇ ਆ ਤਾਂ ਲੋਕਾਂ 'ਚ ਪ੍ਰਭਾਵ ਹੋਰ ਤਰ੍ਹਾਂ ਦਾ। ਇੱਕ ਬਿਆਨ ਇਦਾਂ ਦੇ ਦੋ, ਹੋ ਸਕਦਾ ਹਾਈ ਕਮਾਂਡ ਦੇ ਕੰਨਾਂ 'ਚ ਕੋਈ ਫੂਕ ਮਾਰੇ, ਯਾਰ ਸਿੱਧੂ ਸਾਹਿਬ ਦੀਆਂ ਸਿਫਤਾਂ ਦਾ ਕੇਜਰੀਵਾਲ ਸਾਹਿਬ ਵੀ ਕਰਦੇ ਆ, ਤੁਸੀਂ ਸਾਰੀਆਂ ਤਾਕਤਾਂ ਸਿੱਧੂ ਸਾਹਿਬ ਨੂੰ ਦੇਈ ਜਾਂਦੇ ਹੋ, ਆਹ ਦੇਖੋ ਇਦਾਂ ਜੇ ਕੰਮ ਚੱਲੀ ਗਿਆ ਤਾਂ ਆਪਣੇ ਵਰਕਰਾਂ ਦੇ ਵਿੱਚ ਭਰੋਸਾ ਕਿੱਥੋਂ ਰਹੂਗਾ। ਪਰ ਜੇ ਇਸ ਤਰੀਕੇ ਦੇ ਨਾਲ ਐਨ ਰਾਜਨੀਤਿਕ ਟੀਕਾ ਖਬੋ ਕੇ ਲਾਇਆ, ਭਾਵੇਂ ਪਾਣੀ ਵਾਲਾ ਹੀ ਲਾਇਆ, ਅਸਰ ਦੂਰ ਤੱਕ ਕਰੂਗਾ। ਨਹੀਂ ਪਾਣੀ ਵਾਲਾ ਨਹੀਂ, ਦਵਾਈ ਪੂਰੀ ਉਹਦੇ ਅਸਰ ਕਰੂ, ਅੱਜ ਕਰੇ 10 ਦਿਨਾਂ ਨੂੰ ਕਰੇ ਅਸਰ ਕਰੂ, ਇਹ ਗੱਲ ਪੱਕੀ। ਕਿਉਂਕਿ ਕੇਜਰੀਵਾਲ ਸਾਹਿਬ ਮੈਂ ਸਮਝਦਾ ਵੀ ਪਹਿਲਾਂ ਨਾਲੋਂ ਹੌਲੀ ਹੌਲੀ ਹੁਣ ਸਿਆਸਤਦਾਨ ਜ਼ਿਆਦਾ ਬਣ ਗਏ। ਪਹਿਲਾਂ ਸੀ ਉਹਨਾਂ 'ਚ ਅਫਸਰੀ ਭਾਰੀ, ਹੁਣ ਜਿਸ ਹਿਸਾਬ ਨਾਲ ਸਿਆਸਤਦਾਨ ਬਣ ਗਏ, ਉਹ ਮੈਨੂੰ ਲੱਗਦਾ ਵੀ ਹਰੇਕ ਚੀਜ਼ ਉਹਨਾਂ ਨੂੰ ਪਤਾ ਲੱਗ ਗਿਆ ਵੀ ਜ਼ਰੂਰੀ ਨਹੀਂ ਹੁੰਦਾ ਵੀ ਆਪਣਾ ਬਿਆਨ ਦੇ ਕੇ ਤੇ ਗਾਲਾਂ ਆਪਣੇ ਪਵਾ ਲਓ ਸਾਰਾ ਕੁਝ। ਬਿਆਨ ਇਦਾਂ ਦਾ ਦਿਓ ਵੀ ਉਦੋਂ ਬਾਅਦ ਪੱਤਰਕਾਰ ਭਾਈ ਜਿਹੜਾ ਦੂਜੇ ਨੂੰ ਸਵਾਲ ਪੁੱਛਦਾ ਉਹ ਇਦਾਂ ਕਹਿੰਦਾ ਜੀ ਤੁਹਾਡੇ ਬਾਰੇ, ਉਹ ਇਦਾਂ ਕਹਿੰਦਾ ਜੀ, ਹੈ ਨਾ। ਸੋ ਉਹ ਮੇਰੇ ਖਿਆਲ ਨਾਲ ਟੈਕਟ ਆ ਗਿਆ ਕੇਜਰੀਵਾਲ ਸਾਹਿਬ ਆ ਗਿਆ। ਸੰਧਾਲੀਆ ਸਾਹਿਬ 2 ਚੀਜ਼ਾਂ ਨੂੰ ਉਹਦੀ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਇੰਪੋਰਟੈਂਟ ਨੋਟ ਕਰਨ ਵਾਲੀਆਂ। ਉਹਨਾਂ ਦੇ ਨਾਲ ਰਾਘਵ ਚੱਡਾ ਸਾਹਿਬ ਬੈਠੇ ਸੀ। ਰਾਘਵ ਚੱਡਾ ਸਾਹਿਬ 2 ਦਿਨ ਪਹਿਲਾਂ ਕਹਿੰਦੇ ਸੀ ਸਿੱਧੂ ਸਾਹਿਬ ਜਦੋਂ ਬਿਆਨ ਦਿੱਤਾ ਸੀ ਪਾਕਿਸਤਾਨ ਵਾਲੇ ਮੁੱਦੇ ਤੇ, ਉਹ ਬਿਲਕੁਲ ਉਲਟ ਬੋਲਦੇ ਸੀ ਤਾਂ ਪ੍ਰਧਾਨ ਪਾਰਟੀ ਦਾ ਕੌਮੀ ਪ੍ਰਧਾਨ ਸਿਫਤਾਂ ਕਰ ਗਿਆ। ਦੂਸਰਾ, ਤੁਹਾਨੂੰ ਯਾਦ ਹੋਣਾ ਕਿ ਚਰਨਜੀਤ ਸਿੰਘ ਚੰਨੀ ਵੀ ਜਿੱਦਾਂ ਮਜੀਠੀਆ ਸਾਹਿਬ ਕੇਜਰੀਵਾਲ ਸਾਹਿਬ ਦੇ ਗੱਲ ਪਏ ਆ, ਇਹਦੇ ਚੰਨੀ ਸਾਹਿਬ ਵੀ ਪਏ। ਉਹ ਕਹਿੰਦੇ ਉਹ ਫਾਰਮ ਹੀ ਭਰਾਈ ਜਾਂਦਾ, ਮੈਂ ਕੰਮ ਕਰਕੇ ਵਿਖਾਣਾ। ਪਿਛਲੇ ਦਿਨਾਂ ਜੋ ਕਹਿੰਦੇ ਸੀ ਨਾ, ਪੁੱਛੋ ਜਾ ਕੇ ਮੈਸ ਚੋਣੀ ਆਉਂਦੀ ਆ ਕੇਜਰੀਵਾਲ ਨੂੰ, ਆਹ ਕੰਮ ਕਰਨਾ ਆਉਂਦਾ ਕੇਜਰੀਵਾਲ ਨੂੰ, ਮੈਂ ਆਮ ਆਦਮੀ ਆ, ਮੈਂ ਅਸਲੀ ਆਮ ਆਦਮੀ ਆ, ਮੈਨੂੰ ਕਰਨਾ ਆਉਂਦਾ ਹੀ। ਪੁੱਛੋ ਜਾ ਕੇਜਰੀਵਾਲ ਨੂੰ ਆਂਦਾ, ਉਹਨੂੰ ਕੀ ਪਤਾ ਆਮ ਆਦਮੀ ਪਾਰਟੀ ਦੇ ਬੰਦਿਆਂ ਦਾ ਕਿ ਕੀ ਹੁੰਦੇ ਆ। ਕੇਜਰੀਵਾਲ ਸਾਹਿਬ ਕਹਿੰਦੇ ਜੀ ਦੇਖੋ ਮੈਂ ਚੰਨੀ ਸਾਹਿਬ ਦੀ ਇਹ ਗੱਲ ਮੰਨਦਾ, ਮੈਂ ਗੱਲ ਮੰਨਦਾ ਕਿ ਮੈਨੂੰ ਸੱਚੀ ਮੱਝ ਨਹੀਂ ਚੋਣੀ ਆਉਂਦੀ, ਪਰ ਕਹਿੰਦੇ ਮੈਨੂੰ ਸਕੂਲ ਬਣਾਉਣੇ ਆਉਂਦੇ ਆ, ਮੈਨੂੰ ਸੱਚੀ ਕਹਿੰਦੇ ਗੁੱਲੀ ਡੰਡਾ ਨਹੀਂ ਖੇਲਣਾ ਆਉਂਦਾ, ਪਰ ਮੈਨੂੰ ਮਹੱਲਾ ਕਲੀਨਿਕ ਬਣਾਉਣੇ ਆਉਂਦੇ ਆ। ਮੈਂ ਕਹਿੰਦੇ ਫੇਰ ਕਹਿਣਾ ਮੈਨੂੰ ਸੱਚੀ ਨਹੀਂ ਰਿਕਸ਼ਾ ਚਲਾਉਣਾ ਆਉਂਦਾ, ਮੈਂ ਨਹੀਂ ਰੇਸ ਲਾ ਸਕਦਾ, ਪਰ ਮੈਨੂੰ ਇੰਨਾ ਪਤਾ ਕਿ ਬੱਚਿਆਂ ਦਾ ਸਕੂਲਾਂ ਦਾ ਐਜੂਕੇਸ਼ਨ ਪੱਧਰ ਉੱਚਾ ਚੁੱਕ ਕੇ ਉਹਨਾਂ ਨੂੰ ਹੁਨਰਮੰਦ ਬਣਾ ਕੇ ਨੌਕਰੀਆਂ ਕਿੱਦਾਂ ਦੇਣਾ। ਬਾਕੀ ਪੰਜਾਬ ਦੇ ਲੋਕੋ ਤੁਸੀਂ ਹਿਸਾਬ ਲਾ ਲਓ, ਤੁਸੀਂ ਮੱਝ ਚੋਣ ਵਾਲੇ ਨੂੰ ਮੁੱਖ ਮੰਤਰੀ ਬਣਾਉਣਾ ਹੈ, ਤੁਸੀਂ ਗੁੱਲੀ ਡੰਡਾ ਖੇਲਣ ਵਾਲੇ ਨੂੰ ਮੁੱਖ ਮੰਤਰੀ ਬਣਾਉਣਾ ਹੈ, ਜਾਂ ਤੁਸੀਂ ਸਰਕਾਰ ਉਹਨਾਂ ਦੀ ਬਣਾਉਣੀ ਹੈ ਜਿਹੜੇ ਸਕੂਲ ਖੋਲ੍ਹਦੇ ਆ, ਜਿਹੜੇ ਅਧਿਆਪਕ ਭਰਤੀ ਕਰਦੇ ਆ, ਜਾਂ ਜਿਹੜੇ ਫਿਰ ਲੋਕਾਂ ਨੂੰ ਕੰਮ ਦਿੰਦੇ ਆ। ਜਾਣੀ ਚੁੱਪ ਕਰਕੇ ਕਹਿ ਕੇ ਹੌਲੀ ਦੇਣੀ। ਨਹੀਂ ਵਧੀਆ, ਇਹ ਹੋ ਸਕਦਾ ਵੀ ਚੰਨੀ ਸਾਹਿਬ ਤੱਕ ਜਦੋਂ ਗੱਲ ਪਹੁੰਚ ਗਈ ਹੋਣੀ, ਖੈਰ ਹਨੇਰੇ ਜੇ ਜਦੋਂ ਇਕੱਲੇ ਹੋਣੇ ਨਾ ਕਮਰੇ, ਕਹਿੰਦੇ ਇੱਕ ਕੁੰਡਾ ਲਾ ਲਾ, ਕੀ ਕਰਨਾ ਕੀ, ਕਹਿੰਦਾ ਯਾਰ ਮੈਨੂੰ ਮੋਟੀਆਂ ਕੱਢਣ ਨੂੰ ਜੀ ਕਰਦੇ ਮੇਰੇ, ਕਿਸੇ ਪਾਸੇ ਵੀ ਲੱਗਣ ਦਿੰਦੇ ਯਾਰ। ਜੇ ਮੈਂ ਆਮ ਆਦਮੀ ਬਣਦਾ ਉਧਰ ਨਹੀਂ ਬਣ ਦਿੰਦੇ, ਜੇ ਮੈਂ ਕਦੇ ਹੈਲੀਕਾਪਟਰ ਤੇ ਚੜ੍ਹ ਜਾਂ ਜਹਾਜ਼ ਤੇ ਚੜ੍ਹ ਜਾਂ ਫੇਰ ਫੋਟੋਆਂ ਪਾ, ਆਹ ਵੇਖ ਲਓ ਆਮ ਆਦਮੀ ਜਾਵੇ ਤੇ ਜਾਵੇ ਕਿੱਥੇ ਬੰਦਾ। ਨਹੀਂ, ਇਹ 'ਚ ਕੋਈ ਸ਼ੱਕ ਨਹੀਂ, ਕੇਜਰੀਵਾਲ ਸਾਹਿਬ ਦੇ ਨਾ ਢੰਗ ਤਰੀਕੇ ਦੇਖਣੇ ਵਾਲੇ ਆ। ਅਸੀਂ ਨਹੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਬੇੜੀ ਏਦਾਂ ਪਾਰ ਲੱਗ ਜਾਣੀ ਹੈ, ਨਹੀਂ ਉਹ ਲੱਗਣੀ ਨਹੀਂ ਗੀ। ਕਿਉਂਕਿ ਦੇਖੋ ਆਪਾਂ ਇੱਕ ਗੱਲ ਨਾਲੋਂ ਨਾਲ ਕਰਦੇ ਜੇ ਇਹ ਨਾ ਕਿਸੇ ਨੂੰ ਲੱਗੇ ਵੀ ਯਾਰ ਉਹ ਕੇਜਰੀਵਾਲ ਆ ਗਿਆ ਤੇ ਆਪ ਨਹੀਂ ਪਤਾ ਨਹੀਂ ਕੀ ਹੋਣਾ। ਕੇਜਰੀਵਾਲ ਸਾਹਿਬ ਪੰਜਾਬ 'ਚ ਨੇ, ਜਦੋਂ ਉਹਨਾਂ ਦੇ ਮੌਜੂਦਾ MLA ਮੌਜੂਦਾ ਮੁੱਖ ਮੰਤਰੀ ਪੰਜਾਬ ਦੀ ਗੱਡੀ 'ਚ ਵੇਖੇ ਗਏ। ਅਸੀਂ ਨਹੀਂ ਨਾਂ ਲੈਂਦੇ, ਅਸੀਂ ਨਾਂ ਨਹੀਂ ਲੈਂਦੇ, ਹੁਣ ਤੁਸੀਂ ਆਪ ਪਤਾ ਕਰ ਲਓ ਕਿਹੜਾ ਬੰਦਾ ਸੀ, ਕਿਉਂ ਬੈਠਾ ਸੀ,
ਜਾਂ ਫਿਰ ਜਦੋਂ ਕੱਲ ਨੂੰ ਹਾਰ ਹੂਰ ਪਾ ਕੇ ਅਗਲਾ ਨਿੱਤਰ ਕੇ ਸਾਹਮਣੇ ਆ ਗਿਆ ਫੇਰ ਗੱਲ ਕਰ ਸਾਈਂ ਕਾਹਨੂੰ ਗੱਲ ਕਰ। ਬਾਕੀ ਸੰਧਾਲੀਆ ਸਾਹਿਬ ਤੁਹਾਡੇ ਕੋਲੋਂ ਮੈਂ ਬਹੁਤ ਕੁਝ ਸਿੱਖਿਆ। ਅੱਛਾ ਜੀ। ਆਉਣ ਵਾਲੇ ਸਮੇਂ 'ਚ ਸਿੱਖਾਂਗੇ। ਪਰ ਜਿਹੜੀ ਗੱਲ ਆ ਕੇਜਰੀਵਾਲ ਸਾਹਿਬ ਨੇ ਕਹਿਤੀ ਮੈਨੂੰ ਤੁਹਾਡਾ ਚੇਤਾ ਆ ਗਿਆ ਉਹ ਲਈ। ਆ ਲਓ, ਇਹਦਾ ਮਤਲਬ ਇਹ ਹੋਇਆ ਫਸਾ ਦੇਣਾ ਹੁਣ ਮੈਨੂੰ। ਨਹੀਂ ਫਸਾ ਨਹੀਂ ਦੇਣਾ, ਮੈਂ ਕਲੀਅਰ ਸਮਝ ਆਉਣਾ। ਤੁਸੀਂ ਦੇਖੋ ਆਹ ਰੱਖ ਲਿਆ ਮੇਰੇ ਧੌਣ ਤੇ ਕੁਝ ਨਾ ਕੁਝ ਹੈ ਗੋਡਾ। ਉਹ ਕਹਿੰਦੇ ਜੀ ਪੱਤਰਕਾਰ ਬੋਲਿਆ ਜੀ ਤੁਹਾਡੇ 2 MLA ਚਲ ਗਏ, ਉਹ ਕਾਂਗਰਸ ਚਲ ਗਿਆ, ਤੁਹਾਡੇ ਪੱਲੇ ਫੱਕਾ नहीं रहा। वो कहते सुनना चाहते हो विस्तार में बताता हूँ, कोई बात नहीं है, भगवंत बता दूं। वो कहते दसो दसो दसो। ਉਹ ਕਹਿੰਦੇ ਪਹਿਲੀ ਗੱਲ ਹੈ ਕਿ ਜਿਨ੍ਹਾਂ ਨੂੰ ਅਸੀਂ ਟਿਕਟਾਂ ਨਹੀਂ ਦੇਣੀਆਂ ਉਹਨਾਂ ਨੂੰ ਉਹ ਲਈ ਜਾਂਦੇ ਆ। ਦੂਸਰੀ ਗੱਲ ਉਹ ਕਹਿੰਦੇ 25 ਕਾਂਗਰਸ ਦੇ MLA 25-30% ਬਣਦੇ ਟੋਟਲ MLAs ਦੇ ਵਿੱਚੋਂ ਕਾਂਗਰਸੀਆਂ ਚੋਂ। ਕਹਿੰਦੇ ਕਾਂਗਰਸ ਦੇ 25 MLA ਤੇ 3 MP ਆਮ ਆਦਮੀ ਪਾਰਟੀ ਚੋਣ ਨੂੰ ਫਿਰਦੇ ਆ, ਪਰ ਅਸੀਂ ਕੂੜਾ ਇਕੱਠਾ ਨਹੀਂ ਕਰਨਾ। ਹਾਂ, ਤੁਸੀਂ ਦੇਖੋ ਕਿ ਪਹਿਲਾਂ 2 ਦੀ ਗੱਲ ਚੱਲਦੀ, ਹੁਣ 25 ਦੀ ਚੱਲਣ ਲੱਗ ਪਈ। ਕਹਿੰਦੇ ਆਪੇ ਲੱਭੀ ਹੋ ਜਾਗ ਜਿਹੜੇ ਹੈਗੇ ਆ। ਨਹੀਂ ਦੇਖੋ ਇਹੀ ਕਿਹੜਾ ਮੈਂ ਕਹਿ ਰਿਹਾ ਵੀ ਅੱਜ ਕੱਲ ਉਹ ਸਿਆਸਤਦਾਨ ਬਣ ਗਏ, ਉਹਨਾਂ ਨੂੰ ਪਤਾ ਲੱਗ ਗਿਆ। ਹੁਣ ਦੇਖੋ 25 ਦਾ ਨਾਂ ਉਹਨਾਂ ਲੈਣਾ ਨਹੀਂ, ਪਰ ਇਹਦੇ ਨਾਲ ਹੋਰ ਕੁਝ ਹੋਵੇ ਨਾ ਹੋਵੇ, ਕਾਂਗਰਸ ਪਾਰਟੀ ਤੇ ਲੱਭਦੇ ਫਿਰ ਕਿਹੜਾ ਉਹ ਫੋਨ ਕਰਦਾ ਉਹ ਕੇਜਰੀਵਾਲ ਨੂੰ, ਇੱਕ ਦੂਜੇ ਤੋਂ ਡਰ ਲੱਗੀ ਜਾਣਾ। ਹਾਂ ਹੈ ਨਾ ਯਾਰ, ਇਹਦੇ ਨਾਲ ਤਾਂ ਮੈਂ ਕਈ ਗੱਲਾਂ ਕੀਤੀਆਂ, ਕਿਤੇ ਇਹ ਤਾਂ ਨਹੀਂ ਉਧਰ ਕਿਤੇ। ਇੱਕ ਨਾ ਉਹਨਾਂ ਦੇ ਵਿੱਚੋਂ ਪੱਤਰਕਾਰ ਪੁੱਛਦਾ, ਕਹਿੰਦਾ ਉਹ 25 ਸਿੱਧੂ ਸਾਹਿਬ ਹੈਗਾ, ਕਹਿੰਦੇ ਕੇਜਰੀਵਾਲ ਸਾਹਿਬ। ਦੇਖੋ ਇਹ ਸਿਆਸਤ ਜਿੱਧਰ ਨੂੰ ਚੱਲ ਗਈ ਹੈ ਇਸ ਵੇਲੇ, ਇਹ ਸਾਰੇ ਕੁਝ ਦੇ ਵਿੱਚ ਇਹ ਤੇ ਚਲੋ ਜੇ ਮਤਲਬ ਮਜ਼ਾਈਆ ਗੱਲਾਂ ਚੱਲਦੀਆਂ ਪਈਆਂ। ਤੇ ਅੱਜ ਕੱਲ ਮੈਂ ਵੇਖਿਆ ਨਾਮਕਰਨ ਜੇ ਕਰਾਉਣਾ ਹੋਵੇ ਨਾ ਤੇ ਮਜੀਠੀਆ ਸਾਹਿਬ ਕਰ ਦਿੰਦੇ ਵਧੀਆ। ਉਹ ਕਿਵੇਂ? ਉਹਨੇ ਚੰਨੀ ਸਾਹਿਬ ਦਾ ਵੀ ਕੀਤਾ ਇੱਕ ਨਵਾਂ, ਕਹਿੰਦਾ ਉਹਦਾ ਨਾਂ ਐਲਾਨੀਆ ਜੀਤ ਸਿੰਘ ਚੰਨੀ। ਹਾਂਜੀ, ਉਹ ਕਹਿੰਦੇ ਐਲਾਨ ਕਰਦੇ ਆ, ਉਹ ਮਤਲਬ ਕੁਝ ਨਹੀਂ ਕਰਦੇ। ਮੈਨੂੰ ਸਮਝ ਨਹੀਂ ਆਈ ਵੀ ਮਜੀਠੀਆ ਸਾਹਿਬ ਉਹ ਇਹਦੇ ਨਾਲ ਵੀ ਯਾਰ ਬਾਕੀ ਕੁਝ ਹੋਵੇ ਨਾ ਹੋਵੇ, ਲੋਕ ਇਹੋ ਜਿਹੀ ਚੀਜ਼ ਵਾਵਾ ਚੁੱਕਦੇ ਆ। ਜਦੋਂ ਨਾ ਪਿਛਲੇ ਦਿਨੀ ਅਸਲੀ ਨਕਲੀ ਕੇਜਰੀਵਾਲ ਦੀ ਗੱਲ ਤੋਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ, ਕਹਿੰਦੇ ਤੁਹਾਡੇ ਇੱਥੇ ਨਕਲੀ ਕੇਜਰੀਵਾਲ ਤੁਰਿਆ ਫਿਰਦਾ। ਮਜੀਠੀਆ ਸਾਹਿਬ ਨੂੰ ਪੁੱਛ ਲਿਆ ਜੀ ਇਦਾਂ ਦੇ ਬਿਆਨ ਆਏ, ਉਹ ਕਹਿੰਦੇ ਇੱਕੋ ਹੀ ਸਕੂਲੋਂ ਪੜ੍ਹੇ ਯਾਰ, ਚੰਨੀ ਤੇ ਕੇਜਰੀਵਾਲ ਦੋਨੇ ਇੱਕੋ ਹੀ ਸਕੂਲੋਂ ਪੜ੍ਹੇ, ਛੱਡੋ ਪਰਾਂ ਤੁਸੀਂ ਉਹਨਾਂ ਦੀ ਗੱਲ। ਨਹੀਂ ਸੁਖਬੀਰ ਬਾਦਲ ਸਾਹਿਬ ਉਦੋਂ ਲੰਘੇ, ਉਹ ਕਹਿੰਦੇ ਜੀ ਕੋਈ ਨਕਲੀ ਹੈ ਜੀ, ਉਹ ਕਹਿੰਦਾ ਜੀ ਉਹ ਨਕਲੀ ਹੈ। ਕਹਿੰਦਾ ਮੈਨੂੰ ਪੁੱਛਦੇ ਕਹਿੰਦਾ ਜੀ ਪ੍ਰਧਾਨ ਜੀ ਤੁਸੀਂ ਦੱਸੋ, ਕਹਿੰਦਾ ਮੇਰੇ ਵੱਲ ਦੋਵੇਂ ਨਕਲੀ ਹੈ। ਤੂੰ ਵੋਟਾਂ ਬਹੁਤ ਠੋਕ ਕੇ ਪਹਿਲੇ ਹਫ਼ਤੇ ਜਾ ਕਰ ਦਾਂਗੇ, ਦੂਜੇ ਹਫ਼ਤੇ ਜਾ ਕਰ ਦਾਂਗੇ, ਤੀਜੇ ਹਫ਼ਤੇ ਜਾ ਕੇ ਖਜ਼ਾਨਾ ਭਰਿਆ ਰਹੂਗਾ। ਹੁਣ ਸੰਧਾਲੀਆ ਸਾਹਿਬ ਆਮ ਆਦਮੀ ਪਾਰਟੀ ਦਾ ਨਾ ਇੱਕ ਤਰੀਕਾ ਦੇਖਣ ਵਾਲਾ ਹੈ। ਆਟੋ ਰਿਕਸ਼ਾ ਵਾਲਿਆਂ ਨੇ ਪ੍ਰੋਗਰਾਮ ਰੱਖਿਆ ਤੇ ਉਹਨਾਂ ਨੂੰ ਕੇਜਰੀਵਾਲ ਸਾਹਿਬ ਨੇ ਇਹ ਨਹੀਂ ਕਿਹਾ ਕਿ ਵੋਟ ਪਾਇਓ। ਪਿਛਲੇ ਦਿਨ ਗੱਲ ਚੱਲਦੀ ਨਾ, ਨਾਲ ਤੁਰ ਫਲਾਨਾ ਸਿਆ, ਉਹ ਕਹਿੰਦੇ ਆਪਣੇ ਆਟੋ ਦੇ ਪਿੱਛੇ ਤੁਸੀਂ ਸਾਡਾ ਬੋਰਡ ਲਾਉਣਾ ਹੈ ਜਿੱਦਾਂ ਦਿੱਲੀ ਵਾਲਿਆਂ ਨੇ ਲਾਇਆ। ਹੁਣ ਤੁਹਾਨੂੰ ਪਤਾ ਕਿ ਆਟੋ ਰਿਕਸ਼ਾ ਸਭ ਤੋਂ ਭੀੜੇ ਥਾਵਾਂ ਵਾਲੇ ਦੇ ਚੱਲਦੇ ਆ, ਹੌਲੀ ਹੌਲੀ ਚੱਲਣੇ ਆ। ਪਿੱਛੇ ਇੱਕ ਆਟੋ ਦੇ ਪਿੱਛੇ 3 ਸਕੂਟਰ ਤਾਂ ਐ ਲਾਈਨ 'ਚ ਲੱਗੇ ਹੁੰਦੇ, 3 ਉਹਨਾਂ ਦੇ ਪਿੱਛੇ ਲੱਗੇ ਹੁੰਦੇ ਆ। ਉਹ ਪਿੱਛੋਂ ਚਲਾਉਣ ਵਾਲੇ ਨੇ ਦੇਖਣਾ ਤੇ ਪਿੱਛੇ ਬੀਬੀ ਜੀ ਉਹਨਾਂ ਨੇ ਵੀ ਐ, ਜਿਹੜੇ ਬੈਠੇ ਉਹਨਾਂ ਨੇ ਵੀ ਐ ਦੇਖਣਾ, ਅੱਛਾ ਕੇਜਰੀਵਾਲ ਦੀ ਫੋਟੋ ਲੱਗੀ ਹੈ, ਅੱਛਾ ਝਾੜੂ ਹੈ, ਉੱਤੇ ਨਾਂ ਲਿਖਿਆ ਦਿਓ ਮੌਕਾ ਕੇਜਰੀਵਾਲ ਨੂੰ, ਇਹ ਨਵਾਂ ਨਾਰਾ। ਹਾਂ, ਤੇ ਇਹ ਵੀ ਨਹੀਂ ਹੈਗਾ ਕਿ ਉੱਡ ਜਾਣਾ ਜਾਂ ਆਟੋ ਦੇ ਲਾਗੇ ਉਹ ਕਹਿੰਦੇ ਤੇਜ਼ ਲੰਘ ਜਾਣਾ, ਉਹਨੇ ਪੜ ਕੇ ਹੀ ਜਾਣਾ ਹੀ। ਉਹਦੇ ਤੋਂ ਬਾਅਦ ਅਗਲੀ ਗੱਲ ਦੇਖੋ, ਨਹੀਂ ਗੱਲ ਇਹ ਆ ਨਾ ਸਕੂਟਰ ਮਗਰ ਦੋਵੇਂ ਜੀ ਬੈਠੇ ਆ, ਸਾਹਮਣੇ ਲਿਖਿਆ ਦਿਓ ਮੌਕਾ ਕੇਜਰੀਵਾਲ ਨੂੰ। ਹੋ ਸਕਦਾ ਗੱਲਾਂ ਕਰਦੇ ਐਤਕੀ ਫਿਰ ਮੌਕਾ ਦੇ ਦਈਏ ਇਹਨੂੰ, ਕੀ ਕਹਿੰਦੇ ਆ ਤੁਸੀਂ, ਕੀ ਆਨੇ ਆ, ਕੀ ਆਂਦੇ ਕੱਲ ਤੇ ਠੀਕ ਹੀ ਲੱਗਦੀ ਚੱਲ ਕੋਈ ਨਹੀਂ ਸੋਚ ਲੈਨੇ ਤੁਸੀਂ। ਹੋਰ ਦੇਖੋ ਕਹਿੰਦੇ ਸਵਾਰੀਆਂ ਬੈਠੀਆਂ, ਗੱਲ ਕਰਿਓ ਤੁਸੀਂ ਉਹਨਾਂ ਨਾਲ। ਤੁਸੀਂ ਦੇਖੋ ਕਿ ਜੇ ਮੰਨ ਲਓ ਆਪਾਂ ਕਾਨੂੰਨੀ ਤਰੀਕੇ ਨਾਲ ਗੱਲ ਕਰਦੇ, ਇੱਕ ਵਾਰੀ ਆਟੋ 'ਚ 3 ਸਵਾਰੀਆਂ ਬਹਿੰਦੀਆਂ, ਮੈਂ ਕਾਨੂੰਨੀ ਤਰੀਕੇ ਤੁਸੀਂ 10 ਗੁਣਾ ਵਧਾ ਲਿਓ। ਜੇ ਮੰਨ ਲਓ ਦਿਹਾੜੀ ਦੇ ਵਿੱਚ 25 ਗੇੜੇ ਲਾਉਂਦਾ ਹੀ ਬੰਦਾ, 75 ਤਾਂ ਉਹ ਹੀ ਹੋ ਗਈਆਂ। ਤੇ ਜੇ ਆਪਾਂ ਪ੍ਰੈਕਟੀਕਲੀ ਦੇਖ ਲਈਏ ਤਾਂ 300 ਸਵਾਰੀ ਕਿਤੇ ਗਈ ਨਹੀਂ। ਹੁਣ ਉਹਦੇ ਹਿਸਾਬ ਦੇ ਨਾਲ ਜੇ 300 ਦੇ ਵਿੱਚੋਂ 100 ਬੰਦੇ ਨੇ ਵੀ ਗੱਲ ਸੁਣੀ, ਹੱਥੋਂ ਹੱਥੀ ਪ੍ਰਚਾਰ ਹੋਣ ਲੱਗ ਪਿਆ। ਫਿਰ ਹੋਰ ਦੇਖੋ, ਉਹ ਕਹਿੰਦੇ ਜੀ ਅਧਿਆਪਕਾਂ ਦੇ ਲਈ ਕਹਿੰਦੇ ਆ ਜੀ ਬਦਲੀਆਂ ਤੁਹਾਡੀਆਂ ਬਿਲਕੁਲ ਜਿੱਥੇ ਤੁਸੀਂ ਕਹੋਗੇ ਉੱਥੇ ਕਰਿਆ ਕਰਾਂਗੇ। ਆ ਸਭ BLO ਦੇ ਕੰਮ ਵੋਟਾਂ ਬਣਾਉਣ। ਮੈਨੂੰ ਇਹ ਵੀ ਟੀਚਰਾਂ ਦੇ ਜਾਣ ਤੋਂ ਪਹਿਲਾਂ ਨਾ ਮੈਨੂੰ ਫਿਰ ਚੰਨੀ ਸਾਹਿਬ ਚੇਤੇ ਆਇਆ। ਚੰਨੀ ਸਾਹਿਬ ਨੇ ਜ਼ਰੂਰ ਕਿਸੇ ਨਾ ਗੱਲ ਕਰਨੀ, ਯਾਰ ਇਹਨਾਂ ਦੇ ਚਲਾਨ ਮੈਂ ਮਾਫ ਕੀਤੇ, ਪੋਸਟਰ ਤੇ ਕੇਜਰੀਵਾਲ ਦਾ ਲਾਈ ਫਿਰਦੇ ਆ, ਜੇ ਮੈਂ ਉਹਨਾਂ ਦਾ ਪੋਰਟਲ ਚਲਾਨ ਕਰ ਦਿਓ ਇਹਨਾਂ ਦਾ। ਸੰਧਾਲੀਆ ਸਾਹਿਬ ਹੋ ਸਕਦਾ ਜਿੱਦਾਂ ਕੇਜਰੀਵਾਲ ਸਾਹਿਬ ਕਹਿੰਦੇ ਨੇ, ਜੋ ਯਾਰ ਮੈਂ ਅੱਜ ਕਹਿ ਕੇ ਜਾਣਾ ਪਰਸੋਂ ਨੂੰ ਚੰਨੀ ਕਰ ਦਿੰਦਾ ਹੀ ਵਧੀਆ, ਆਮ ਲੋਕਾਂ ਲਈ ਵਧੀਆ। ਆਹੀ ਤਾਂ ਹੈ। ਹੁਣ ਇੱਥੇ ਹੋ ਸਕਦਾ ਜਿੱਦਾਂ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਸਾਡੀ ਸਰਕਾਰ ਆ ਗਈ ਨਾ, ਅਸੀਂ ਅਧਿਆਪਕ ਤੰਗ ਨਹੀਂ ਕਰਨੇ, ਤੁਹਾਡੀ 200 ਕਿਲੋਮੀਟਰ ਦੇ ਉੱਤੇ ਬਦਲੀ ਹੋ ਜਾਂਦੀ ਹੈ, ਤੁਹਾਡਾ ਧਿਆਨ ਸਾਰਾ ਬਦਲੀ ਕਰਾਉਣ ਤੇ ਲੱਗਾ ਰਹਿੰਦਾ ਕਿ ਨੇੜੇ ਕਿੱਦਾਂ ਜਾਵਾਂ। ਉਹ ਕਹਿੰਦੇ ਅਸੀਂ ਤੁਹਾਨੂੰ ਘਰ ਦੇ ਨੇੜੇ ਦਾ ਸਟੇਸ਼ਨ ਦੇਵਾਂਗੇ। ਹੋ ਸਕਦਾ ਭਲਕੇ ਚੰਨੀ ਸਾਹਿਬ ਕਹਿ ਦੇਣ, ਉਹ ਯਾਰ ਅਸੀਂ ਨਿਆਣੇ ਤੁਹਾਡੇ ਘਰੇ ਲੈ ਆਇਆ ਕਰਨੇ ਪੜਾਉਣ ਨੂੰ, ਆਹੋ ਜਾਣਾ ਹੀ ਨਾ ਪਵੇ, ਲੋੜ ਹੀ ਨਹੀਂ ਜਾਂਦੀ ਕਿਤੇ। ਤੇ ਹੋ ਸਕਦਾ ਕੋਈ ਹੋਰ ਪਾਰਟੀ ਵਾਲੇ ਕਹਿਣ ਨਾ ਅਸੀਂ ਨਿਆਣੇ ਆਪ ਹੀ ਪੜ੍ਹਾ ਦੇ, ਕਹਿੰਦੇ ਤੈਨੂੰ ਤਨਖਾਹ ਦੇ ਜਾ ਕਰਨੀ ਆ, ਤੁਸੀਂ ਬਾਅਦ ਮੇਰੇ ਭਰਿਆ ਹੱਥ ਸਾਡੇ ਸਿਰ ਦੇ ਉੱਤੇ ਰੱਖਣਾ ਹੀ। ਨਹੀਂ ਐਤਕੀ ਤੇ ਵੈਸੇ ਚਲੋ ਕੁੱਲ ਮਿਲਾ ਕੇ ਜਿਵੇਂ ਵੀ ਆ ਕੜਮਾਸ ਜੇ ਹਿਸਾਬ ਦਾ ਪੈ ਗਿਆ ਨਾ, ਇਹ ਸਮਝੋਂ ਬਾਹਰ ਹੋਇਆ ਪਿਆ ਕੰਮ। ਮੈਨੂੰ ਤੇ ਇਹ ਵੀ ਲੱਗਦਾ ਵੀ ਜਿਹੜੇ ਵਿਚਾਰੇ, ਕਿਉਂਕਿ ਲੀਡਰ ਸਾਰਾ ਦਿਨ ਫਿਰਦੇ ਰਹਿੰਦੇ ਆ, ਸ਼ਾਮ ਨੂੰ ਜਿਹੜੇ ਬੰਦੇ ਉੱਥੇ ਲਿਖੇ ਹੋਣੇ ਵੀ ਤੁਸੀਂ ਆਹ ਚੀਜ਼ਾਂ ਲਿਖ ਕੇ ਰੱਖਿਓ ਜੋ ਪੜ੍ਹ ਦੇਣੇ
ਆਹ ਦੇਖੋ ਸਰ, ਤੁਸੀਂ ਕੱਲ ਆ ਕੇ ਅਸੀਂ ਬਣਾਤਾ, ਉਹ ਯਾਰ ਦਫਾ ਕਰ ਇਹਨੂੰ, ਅੱਜ ਉਹਨੇ ਕੁਝ ਹੋਰ ਕਹਿਤਾ ਜੀ ਨਵਾਂ ਬਣਾਓ ਯਾਰ, ਉਹ ਨਹੀਂ ਜੇ ਕਿਸੇ 'ਚ ਚੱਲਣਾ ਹੈ ਨਾ, ਉਹ ਕੋਲੋਂ ਆ ਕੇ ਤੇ ਇਹੋ ਕੁਝ ਚੱਲਣਾ ਨਾ ਕਾਗਜ਼ਾਂ ਦਾ ਮੇਰੇ ਖਿਆਲ। ਨਹੀਂ ਇਦਾਂ ਹੀ ਚੱਲਣਾ। ਮੈਨੂੰ ਵੈਸੇ ਸੰਧਾਲੀਆ ਸਾਹਿਬ ਇੱਕ ਗੱਲ ਲੱਗਦੀ ਹੈ ਕਿ ਚਾਹੇ ਅਰਵਿੰਦ ਕੇਜਰੀਵਾਲ ਨੇ ਕੀਤੀ, ਅਕਾਲੀ ਵੀ ਕਰਨ, ਕਾਂਗਰਸੀ ਕਰਨ, ਬੀਜੇਪੀ ਵਾਲੇ ਕਰਨ, ਸਿੱਖਿਆ ਦੀ ਗੱਲ ਚੱਲਣੀ ਚਾਹੀਦੀ ਹੈ। ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਜਿਹੜੇ ਲੋਕਾਂ ਨੂੰ ਪਤਾ ਹੈ, ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ, ਕੋਈ ਸੱਜਣ ਮਿੱਤਰ ਪੜ੍ਹਾਉਂਦਾ ਹੈ, ਉਨਾ ਟਾਈਮ ਪੜ੍ਹਾਉਣ ਤੇ ਨਹੀਂ ਲਾਇਆ ਜਾਂਦਾ ਜਿੰਨਾ ਚਿੱਠੀਆਂ ਦੇ ਜਵਾਬ ਬਣਾਉਣ ਤੇ ਲੱਗਦਾ, ਜਿੰਨਾ ਡਾਟਾ ਭੇਜਣ ਤੇ ਲੱਗਦਾ। BLO ਦੀ ਡਿਊਟੀ ਲੱਗਦੀ ਜੀ, ਵੋਟ ਕੱਟ ਦਿਓ ਜੀ, ਵੋਟ 'ਚ ਸੋਧ ਕਰ ਦਿਓ ਜੀ, ਵੋਟ ਬਣਾ ਦਿਓ ਜੀ, ਮੁੜ ਕੇ ਰਿਹਰਸਲ ਤੇ ਚਲ ਜਾਓ ਜੀ, ਮੁੜ ਕੇ ਵੋਟਾਂ ਪਾਉਣ ਚਲ ਜਾਓ ਜੀ, ਮੁੜ ਕੇ ਵੋਟਾਂ ਗਣਾਉਣ ਚਲ ਜਾਓ। ਅਰਵਿੰਦ ਕੇਜਰੀਵਾਲ ਨੇ ਇੱਕ ਦਾਅਵਾ ਕੀਤਾ ਹੈ, ਮੈਂ ਕਹਿੰਦਾ ਕਿ ਚੰਨੀ ਸਾਹਿਬ ਇਹ ਕੰਮ ਕਰ ਦੇਣ। ਉਹ ਕਹਿੰਦੇ ਦਿੱਲੀ ਦੇ ਵਿੱਚ ਜਦੋਂ ਦਾ ਮੈਂ ਮੁੱਖ ਮੰਤਰੀ ਬਣਿਆ, ਤੁਸੀਂ ਮੈਨੂੰ ਕੋਈ ਅਧਿਆਪਕ ਦਿਖਾ ਦਿਓ ਜਿਹਦੇ ਤੋਂ ਅਸੀਂ BLO ਦਾ ਕੰਮ ਲੈਂਦੇ ਹਾਂ, ਡਾਟਾ ਐਂਟਰੀ ਦਾ ਕੰਮ ਲੈਂਦੇ ਹਾਂ। ਕੋਵਿਡ 'ਚ ਜ਼ਰੂਰ ਲਿਆ ਕਹਿੰਦੇ, ਕਿਉਂਕਿ ਉਦੋਂ ਸਕੂਲ ਬੰਦ ਸੀ, ਉਹ ਵੀ ਕੋਵਿਡ ਦੇ ਕੰਮਾਂ 'ਚ। ਬਾਕੀ ਕੋਈ ਅਸੀਂ ਗੈਰ ਵਿਦਿਅਕ ਕੰਮ ਨਹੀਂ ਲੈਂਦੇ, ਅਧਿਆਪਕ ਦਾ ਕੰਮ ਆ ਪੜਾਉਣਾ, ਤੇ ਇਸੇ ਕਰਕੇ ਸਰਕਾਰੀ ਸਕੂਲਾਂ ਦਾ ਨਤੀਜਾ 99% ਤੋਂ ਉੱਪਰ ਆਇਆ ਤੇ ਪ੍ਰਾਈਵੇਟ ਸਕੂਲਾਂ ਤੋਂ ਵਧੀਆ ਨਤੀਜਾ ਆਇਆ। ਉਹ ਕਹਿੰਦੇ ਜੇ ਮੇਰੀ ਪੰਜਾਬ ਸਰਕਾਰ ਬਣ ਗਈ, ਗੈਰ ਵਿਦਿਅਕ ਕੰਮ ਵਾਪਸ ਲੈ ਲੈਣੇ ਆ, ਪ੍ਰਮੋਸ਼ਨਾਂ ਟਾਈਮ ਤੇ ਹੋਣਗੀਆਂ, ਹਾਈ ਕੋਰਟ ਜਾਣਾ ਨਹੀਂ ਪਊਗਾ, ਘਰ ਦੇ ਨੇੜੇ ਦੀ ਬਦਲੀ ਹੋਊਗੀ, ਸਾਰੀਆਂ ਖਾਲੀ ਅਸਾਮੀਆਂ ਭਰ ਦਾਂਗੇ। ਤੇ ਇੱਕ ਗੱਲ ਹੋਰ, ਇਹਦੇ ਠੇਕੇ ਠੂਕੇ ਤੇ ਕੋਈ ਭਰਤੀ ਨਹੀਂ ਕਰਨਾ, ਅਸੀਂ ਐਨ ਪੂਰੇ ਸੂਰੇ ਭਰਤੀ ਕਰਨੇ ਆ। ਤੇ ਕਹਿੰਦੇ ਇੱਥੇ 10,000 ਰੁਪਏ ਤੁਸੀਂ ਮਾਸਟਰ ਰੱਖਿਆ ਸੀ, ਉੱਥੇ 15,000 ਰੁਪਏ ਸਧਾਰਨ ਮਜ਼ਦੂਰ ਨੂੰ ਮਹੀਨੇ ਤਨਖਾਹ ਦਿੰਦੇ ਆ ਦਿੱਲੀ 'ਚ। ਨਹੀਂ ਕਿਹਾ ਉਹਨਾਂ ਨੇ, ਕਿਹਾ, ਪਰ ਕਾਰਨ ਪਤਾ ਕੀ ਆ, ਉਧਰੋਂ ਜੇ ਕਹਿ ਕੇ ਜਾਂਦੇ ਆ, ਇੱਧਰ ਪੱਤਰਕਾਰ ਆਪਣਾ ਭਾਈਚਾਰਾ ਉਹ ਪ੍ਰਧਾਨ ਜੀ ਨੂੰ ਘੇਰ ਲੈਂਦਾ, ਸੁਖਬੀਰ ਬਾਦਲ ਸਾਹਿਬ। ਉਹ ਕਹਿੰਦੇ ਪ੍ਰਧਾਨ ਜੀ, ਉਹ ਕਹਿੰਦੇ ਜੀ, ਉਹ ਕਹਿੰਦੇ ਸਾਰੇ ਪੱਕੇ ਕਰ ਦਿੰਦੇ, ਕੱਚਾ ਕੋ ਰਹਿਣ ਨਹੀਂ ਦਿੰਦੇ। ਕੀ ਕਹਿੰਦੇ ਨੇ ਉਹਨੂੰ? ਪਹਿਲਾਂ ਪੁੱਛੋ ਦਿੱਲੀ ਸਾਰੇ ਕਰਤੇ ਨੇ ਪੱਕੇ, ਪੁੱਛੋ ਪਹਿਲਾਂ ਉਹਨੂੰ, ਪੰਜਾਬ 'ਚ ਐਂ ਗੱਲਾਂ ਕਰੀ ਜਾਂਦੇ। ਮਤਲਬ ਇਹ ਮੈਨੂੰ ਇਹ ਜਾਪਦਾ ਵੀ ਜਿਸ ਹਿਸਾਬ ਨਾਲ ਸੁਖਬੀਰ ਬਾਦਲ ਸਾਹਿਬ ਗੱਲ ਵੀ ਨਹੀਂ ਕਰਨੀ ਚਾਹੁੰਦੇ ਨਾ ਉਹਨਾਂ ਦੀ, ਜਾਂ ਉਹ ਹਰੇਕ ਗੱਲ ਦੇ ਉੱਪਰ ਇਹ ਘੇਰਦੇ ਵੀ ਜਿਹੜੇ ਐਲਾਨ ਹੈ, ਮਜੀਠੀਆ ਸਾਹਿਬ ਨੇ ਇਹੋ ਗੱਲ ਕਹੀ, ਉਹ ਕਹਿੰਦੇ ਵੀ ਜਿਹੜੀ ਗੱਲ ਬੰਦਾ ਪੰਜਾਬ ਆ ਕੇ ਕਹਿੰਦਾ ਪਹਿਲਾਂ ਪੁੱਛ ਲਓ ਵੀ ਦਿੱਲੀ 'ਚ ਹੋ ਗਈ, ਜੇ ਦਿੱਲੀ 'ਚ ਹੋ ਗਈ ਤੇ ਫਿਰ ਤੇ ਉਹ ਪੰਜਾਬ ਬਾਰੇ ਕਹਿਣ, ਤੇ ਜੇ ਉੱਥੇ ਨਹੀਂ ਕੀਤੀ ਤੇ ਫਿਰ ਪੰਜਾਬ ਦੇ ਵਿੱਚ ਤੇ ਇੱਕ ਤਰ੍ਹਾਂ ਦਾ ਲਾਰਾ ਹੀ ਆ। ਨਹੀਂ ਬਿਲਕੁਲ, ਮਜੀਠੀਆ ਸਾਹਿਬ ਨੇ ਵੀ ਕਿਹਾ, ਉਹ ਕਹਿੰਦੇ ਜੀ ਦੇਖੋ ਸਭ ਤੋਂ ਮਾੜੀ ਸਥਿਤੀ ਕੱਚੇ ਮੁਲਾਜ਼ਮਾਂ ਦੀ ਦਿੱਲੀ 'ਚ ਹੈ। ਇਹ ਬੰਦਾ ਕਹਿੰਦੇ ਇੱਥੇ ਆ ਕੇ ਵਾਅਦੇ ਦਾਅਵੇ ਕਰਦਾ ਫਿਰਦਾ, ਗਰੰਟੀਆਂ ਦਿੰਦਾ ਫਿਰਦਾ। ਉਹ ਕਹਿੰਦੇ ਪਹਿਲਾਂ ਕੇਜਰੀਵਾਲ ਸਾਹਿਬ ਨੂੰ ਪੁੱਛ ਲਓ, ਆਪਣੇ MLA ਦੀ ਗਰੰਟੀ ਹੈਗੀ ਤੁਹਾਨੂੰ ਕਿਸੇ ਦੀ ਕਿ ਅਗਲੀ ਵਾਰ ਉਹ 5-7 ਘਟੇ ਹੋਈ ਨਾ ਹੁਣ? ਕੇਜਰੀਵਾਲ ਸਾਹਿਬ ਲੋਕਾਂ ਨੂੰ ਗਰੰਟੀਆਂ ਕਾਹਦੀਆਂ ਦੇਈ ਜਾਂਦੇ ਆ? ਵਾਏ ਮਜੀਠੀਆ ਸਾਹਿਬ ਦਾ ਕੋਈ ਪਤਾ ਨਹੀਂ ਕਦੋਂ ਉਹਨਾਂ ਨੇ ਮਾਫੀਨਾਮਾ ਕੱਢ ਕੇ ਬਾਹਰ ਫੜਾ ਦੇਣਾ। ਨਹੀਂ ਉਹ ਤਾਂ ਹੈ, ਪਰ ਵੈ ਮਜੀਠੀਆ ਸਾਹਿਬ ਦੀ ਗੱਲ ਜਿਹੜੀ ਸੀ ਨਾ, ਉਹ ਐਲਾਨੀਆ ਅਜੀਤ ਸਿੰਘ ਚੰਨੀ ਵਾਲੀ, ਉਹ ਉਹਨਾਂ ਨੇ ਕਹੀ ਮਗਰੋਂ, ਈਵਨ ਕੇਜਰੀਵਾਲ ਸਾਹਿਬ ਨੇ ਵੀ ਇਹੀ ਕਹੀ। ਇਸ ਤੋਂ ਪਹਿਲਾਂ ਵੀ ਮੇਰੇ ਖਿਆਲ ਨਾਲ ਬੜਾ ਇਸ ਚੀਜ਼ ਦਾ ਰੌਲਾ ਪੈ ਗਿਆ ਵੀ ਆਹ ਦੇਖੋ ਜੀ ਐਲਾਨ ਤਾਂ ਕਰੀ ਜਾਂਦੇ ਨੇ, ਉਸ ਤੋਂ ਬਾਅਦ ਇੰਪਲੀਮੈਂਟ ਕੁਛ ਨਹੀਂ ਹੁੰਦਾ। ਲੁਧਿਆਣੇ ਵਾਲੀ ਰੈਲੀ ਦੇ ਵਿੱਚ ਵੀ ਭਾਵੇਂ ਚਲੋ ਸਿੱਧੂ ਸਾਹਿਬ ਬੋਲੇ ਸੀ, ਉਹ ਬੋਲੇ ਤਾਂ ਰੇਤ ਬਜਰੀ ਦੇ ਹਿਸਾਬ ਨਾਲ ਸੀਗੇ, ਪਰ ਗੱਲ ਉੱਥੇ ਕਹਿੰਦੇ ਵੀ 3400 ਨੂੰ ਕੋਈ ਨਹੀਂ, 1000 ਨੂੰ ਟਰਾਲੀ ਚੱਲਣੀ ਆ, ਹੈ ਨਾ, 1000 ਨੂੰ ਹੀ। ਹਾਂ, ਉਹ ਮੈਨੂੰ ਲੱਗਦਾ ਵੀ ਹੁਣ ਚੰਨੀ ਸਾਹਿਬ ਨੇ ਵੀ ਸੋਚ ਲਿਆ ਵੀ ਇਹ ਨਾ ਹੋਵੇ ਆਪਣੇ ਕੰਮ ਐਲਾਨਾਂ ਵਾਲਾ ਹੀ ਰਹਿ ਜਾਵੇ, ਸਾਰੇ ਕੁਝ ਨੂੰ ਪ੍ਰੈਕਟੀਕਲ ਜਾਮਾ ਪਹਿਨਾਈਏ। ਹੁਣ ਕਹਿੰਦੇ ਆ ਵੀ ਜਦੋਂ ਇਹ ਸਾਰਾ ਕੁਝ ਕੱਲ੍ਹ ਦੇ ਦਿਨ 'ਚ ਦਗੜ ਹੁੰਦਾ ਰਿਹਾ ਵੀ ਭਾਈ ਸਾਹਿਬ ਐਲਾਨ ਕਰਦੇ ਨੇ, ਚੰਨੀ ਸਾਹਿਬ ਜ਼ਮੀਨ ਤੇ ਕੁਛ ਨਹੀਂ ਨਜ਼ਰ ਆਉਂਦਾ। ਕੇਜਰੀਵਾਲ ਸਾਹਿਬ ਨੇ ਕੱਲ੍ਹ ਵੀ ਕਿਹਾ, ਇਹ ਕੋਈ ਬहन है यहाँ जिसका जीरो बिल आया हो, पत्रकार बैठे हो आप, पत्रकार कोई तो बताए, है ना। ਉਹ ਮੈਨੂੰ ਲੱਗਦਾ ਵੀ ਉਹ ਪ੍ਰੈਸ਼ਰ ਲੈ ਗਏ ਚੰਨੀ ਸਾਹਿਬ ਤੇ। ਕੱਲ ਕਹਿੰਦੇ ਵੀ ਹਨੇਰੇ ਜੀ ਆੜੀ ਲੰਘੀ ਰਾਤ ਆ, ਹਨੇਰੇ ਜੀ ਉਹ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਤਾ ਵੀ ਜਿਹੜੇ ਬਿਜਲੀ ਦੇ ਘਟੇ ਰੇਟ ਸੀ 3 ਰੁਪਏ ਘਟਾ ਕੇ ਵਾਲੇ, ਉਹ ਪਹਿਲਾਂ 1 ਦਸੰਬਰ ਤੋਂ ਲਾਗੂ ਹੋਣੇ ਸੀ, ਹੁਣ 1 ਨਵੰਬਰ ਤੋਂ ਕਰਤੇ, ਤਾਂ ਜੋ ਹੁਣ ਜਿਹੜੇ ਲੋਕਾਂ ਨੂੰ ਵੀ ਬਿੱਲ ਜਾਣਾ ਉਹ ਘਟਾ ਕੇ ਜਾਵੇ। ਕਿਤੇ ਇਹ ਨਾ ਹੋਵੇ, ਨਹੀਂ ਤਾਂ ਲੋਕ ਤਾਂ ਆ ਦੇਖੋ, ਕਿਉਂਕਿ ਲੋਕਾਂ ਨੇ ਤਰੀਕ ਨਹੀਂ ਦੇਖਣੀ ਕਦੋਂ ਤੋਂ ਘਟਿਆ, ਉਹਨਾਂ ਨੇ ਕਹਿਣਾ ਜੀ ਸਾਨੂੰ ਦੇਣੇ ਪਏ ਆ। ਹਾਂ, ਤੇ ਉਹ ਪ੍ਰੈਸ਼ਰ ਤਾਂ ਕੰਮ ਕਰਦਾ ਨਾਲ। ਦੇਖੋ ਇਹਦਾ ਪੂਰਾ ਦਾ ਪੂਰਾ ਉਹਨਾਂ ਨੇ ਲਵਾ ਦਿੱਤਾ ਆਪਣਾ। ਮੈਂ ਗੱਲ ਕੀਤੀ ਨਾ ਸਟਾਰਟਿੰਗ ਵੀ 2 ਭਾਈ ਸਾਹਿਬ ਐਤਕੀ ਇਸ਼ਤਿਹਾਰ ਲੱਗੇ ਨੇ, ਇਹ ਦੂਜਾ ਇਸ਼ਤਿਹਾਰ ਇਸ ਚੀਜ਼ ਦਾ ਵੀ ਲਵਾਤਾ ਉਹਨਾਂ ਨੇ ਵੀ ਆਹ ਦੇਖੋ ਪੰਜਾਬ ਮੇਂ ਸਭ ਤੋਂ ਸਸਤੀ ਬਿਜਲੀ ਕਰੀਏ। ਹਾਂ, ਅਸੀਂ ਕਰੀ ਹੈ, ਅਸੀਂ ਭਵਿੱਖ 'ਚ ਵੀ ਕਰਾਂਗੇ। ਉਹ ਬੰਗੇ ਆਏ ਕਾਂਗਰਸ ਪਾਰਟੀ ਦਾ ਇਕੱਠ ਕੀਤਾ ਲੀਡਰ ਸਾਰੇ। ਉਹ ਕਹਿੰਦੇ ਜੀ ਮੈਂ ਆਦਮਪੁਰ ਗਿਆ, ਮੈਨੂੰ ਆਦਮਪੁਰ ਵਾਲੇ ਨੇ ਕਿਹਾ ਜੀ ਦੁਆਬੇ ਨਾਲ ਧੱਕਾ ਹੁੰਦਾ ਹੈ, ਦੁਆਬੇ ਨੂੰ ਪੈਸੇ ਨਹੀਂ ਆਉਂਦੇ, ਦੁਆਬੇ 'ਚ ਕੋਈ ਡਿਵੈਲਪਮੈਂਟ ਨਹੀਂ ਕਰਦਾ। ਇੱਥੇ ਵੀ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਬਾਕੀਆਂ ਨੇ ਤੁਹਾਡੀ ਬਾਂਹ ਨਹੀਂ ਨਾ ਫੜੀ, ਮੁੱਖ ਮੰਤਰੀਆਂ ਨੇ, ਮੈਨੂੰ ਤੁਸੀਂ ਗੋਦ ਲੈ ਲਓ। ਮੈਂ ਕਹਿੰਦੇ ਪਾਵਰਾਂ ਦਿੱਤੀਆਂ ਮੁੱਖ ਮੰਤਰੀ, ਸਾਰੇ ਮੁੱਖ ਮੰਤਰੀ, ਦੱਸੋ ਸੇ ਕਰਨਾ ਕਿਆ, ਜੋ ਵੀ ਕੁਝ ਕਰਨਾ ਹੈ ਮੈਂ ਪੈਸੇ ਦੇਣਾ ਹੈ। ਯਾਰ ਮੈਂ ਨਾ ਚੰਨੀ ਸਾਹਿਬ ਸਲਾਹਕਾਰ ਬਦਲ ਲੈਣ ਯਾਰ। ਕਿਵੇਂ? ਕੱਲ ਕੇਜਰੀਵਾਲ ਕਹਿੰਦੇ ਲੋਕਾਂ ਨੂੰ ਉਹ ਮੈਨੂੰ ਭਰਾ ਬਣਾ ਲਓ, ਇਹ ਕਹਿੰਦੇ ਮੈਨੂੰ ਗੋਦ ਲੈ ਲਓ, ਹੈ ਨਾ। ਉਹ ਨਹੀਂ ਕਿਉਂਕਿ ਦੇਖੋ ਕਾਰਨ ਹੈ ਵੀ ਜੇ ਇਦਾਂ ਚੱਲਦਾ ਰਿਹਾ ਨਾ ਤੇ ਉਹਨਾਂ ਦੀ ਉਸ ਗੱਲ ਨੂੰ ਵਾਹਵਾ ਬਲ ਮਿਲਣਾ ਇਸ ਚੀਜ਼ ਦਾ ਵੀ ਯਾਰ ਅਸੀਂ ਐਲਾਨ ਕਰਦੇ, ਬੰਦਾ ਉਸੇ ਪਾਸੇ ਤੁਰ ਪੈਂਦਾ। ਨਹੀਂ ਦੇਖੋ ਮੈਂ ਕਹਿੰਦਾ ਚੰਨੀ ਸਾਹਿਬ ਲੋਕਾਂ ਨੂੰ ਮਿਲਦੇ ਆ, ਬਹੁਤ ਵਧੀਆ। ਜਦੋਂ ਚੰਨੀ ਸਾਹਿਬ ਨੇ ਪਹਿਲਾਂ ਕਿਹਾ ਸੀ ਮੈਂ ਪਟਾਕੇ ਲਾਉਂਦਾ ਰਿਹਾ, ਠੀਕ ਹੈ, ਟੈਂਟ ਸੀਗਾ ਲਾਉਂਦੇ ਰਹੇ ਹੋਣੇ ਆ। ਉਹ ਤੋਂ ਬਾਅਦ ਕਹਿੰਦੇ ਮੈਨੂੰ ਟੈਂਟ ਵਾਲੀ ਦੀ ਸਮੱਸਿਆ ਦਾ ਪਤਾ,
ਮੈਂ ਫਿਰ ਕਹਿੰਦੇ ਮੈਂ ਰਿਕਸ਼ਾ ਲੈ ਕੇ ਜਾਂਦਾ ਰਿਹਾ ਵੀ ਜਾਣੀ ਟੈਂਟ ਵਾਲਿਆਂ ਦੇ ਕੋਲ ਹੁੰਦਾ ਹੀ ਆ, ਜਦੋਂ ਛੋਟੀ ਦੁਕਾਨ ਹੋਵੇ ਕਰਨੇ ਪੈਂਦੇ। ਕੱਲ ਦੀਆਂ ਇਹ ਸਕੀਮਾਂ ਆਈ ਜਾਂਦੀਆਂ ਕਿ ਯਾਰ ਬਾਕੀ ਸਾਰੇ ਰਿਕਸ਼ਿਆਂ ਵਾਲੇ ਤਾਂ ਉੱਥੇ ਹੀ ਖੜੇ ਆ ਜਿਹੜੇ ਚੰਨੀ ਸਾਹਿਬ ਦੀ ਉਮਰ ਦੇ ਵਿੱਚ। ਚੰਨੀ ਸਾਹਿਬ ਇੱਕ ਬੜੇ ਗਾਂਹ ਵੱਧ ਗਿਆ ਛੇਤੀ ਛੇਤੀ। ਇਹ ਕਿੱਦਾਂ ਹੋਈ ਫਿਰ? ਹਾਂ, ਕਈ ਤਾਂ ਇਹ ਵੀ ਕਹਿੰਦੇ ਜੀ ਉਹਨਾਂ ਨੂੰ ਅਜੇ ਇੰਨਾ ਨਹੀਂ ਪਤਾ ਕਿ ਰਿਕਸ਼ਾ ਸਮਾਨ ਢੋਣ ਹੁੰਦਾ, ਰੇਸ ਲਾਉਣ ਨੂੰ ਨਹੀਂ ਹੁੰਦਾ। ਜਾਣੀ ਰੌਲਾ ਹੀ ਆ ਸੋਸ਼ਲ ਮੀਡੀਆ ਤੇ। ਉਹ ਰੌਲਾ ਇੱਕ ਇਹ ਵੀ ਹੈ ਨਾ, ਜਿਹੜੀ ਪਿਛਲੇ ਦਿਨੀ ਫੋਟੋ ਨਹੀਂ ਵਾਇਰਲ ਹੋ ਗਈ ਸੀ ਜਿੱਥੇ ਫੋਟੋ ਖਿਚਾਉਂਦਿਆਂ ਦੀ ਜੀ, ਉਦੋਂ ਬਾਅਦ ਲੋਕੀ ਮੋਦੀ ਸਾਹਿਬ ਨਾਲ ਜੁੜੀ ਜਾਂਦੇ, ਕਹਿੰਦੇ ਯਾਰ ਉਹ ਵੀ ਜਿੱਥੇ ਜਾਂਦੇ ਕਹਿੰਦਾ ਮੈਂ ਭਾਈਓ ਚਾਹ ਵੀ ਵੇਚਤਾ ਰਹਾ ਹੂੰ, ਮੈਂ ਭਾਈਓ ਇਹ ਵੀ ਕਰਤਾ ਰਹਾ, ਮੁਝੇ ਪਤਾ ਮੈਂ ਯਾਰ ਰਹਾ ਹੂੰ। ਕਹਿੰਦੇ ਉਦਾਂ ਹੀ ਚੰਨੀ ਸਾਹਿਬ ਕਰ ਲੈ ਵੀ ਕਿਤੇ ਉਦਾਂ ਤਾਂ ਨਹੀਂ, ਆਪਾਂ ਨਹੀਂ ਆਂਦੇ ਚਰਚਾ। ਦੇਖੋ ਉਹ ਕਹਿੰਦੇ ਹੁੰਦੇ ਵੀ ਜਿਹੜੀ ਚਰਚਾ ਨਾ, ਖਾਸ ਕਰਕੇ ਜਿਹੜੀ ਦੰਦ ਕਥਿਆ ਬੀਬੀਆਂ ਕਹਿੰਦੀਆਂ ਦੰਦ ਕਥਿਆ ਬਹੁਤ ਮਾੜੀ ਆ ਪੁੱਤ, ਦੰਦ ਕਥਿਆ ਨਹੀਂ ਹੋਣੀ ਚਾਹੀਦੀ, ਥੋੜਾ ਜਿਹਾ ਬਚ ਕੇ ਰਹਿਣਾ। ਹੁਣ ਉਹ ਵੈਸੇ ਰਿਕਸ਼ਾ ਹੈ ਚਾਹੇ ਕੁਛ ਵੀ ਹੈ, ਚਾਹੇ ਟੈਂਟ ਹੈ, ਲੋਹਾ ਮਾੜਾ ਨਾ ਹੋਵੇ। ਅਸੀਂ ਤਾਂ ਕਹਿੰਦੇ ਨਾ ਕਈ ਵਾਰੀ ਲੋਹਾ ਤਾਰ ਦਿੰਦਾ, ਕਈ ਵਾਰੀ ਤਾਰ ਹੀ ਦਿੰਦਾ। ਫਿਰ ਹੁਣ ਸੰਧਾਲੀਆ ਸਾਹਿਬ ਦੇਖੋ, ਅਮਰਿੰਦਰ ਸਿੰਘ ਰਾਜਾ ਵੜਿੰਗ, ਮੈਨੂੰ ਇਹ ਸੀ ਬੰਗਿਆਂ ਦੇ ਉਹਨਾਂ ਨੇ ਕੈਪਟਨ ਸਾਹਿਬ ਦੀ ਗੱਲ ਕੀਤੀ, ਉਹਦੇ ਨਿਬੇੜ ਜੋ। ਨਹੀਂ ਦੱਸੋ ਨਹੀਂ ਥੋੜੀ ਬਣਦੀ ਹੈ। ਨਹੀਂ ਦੱਸੋ ਇਦਾਂ ਕਹਿੰਦੇ ਜੀ ਲਲੇ ਆ। ਆਹੋ ਤੇ ਹੁਣ ਉਹ ਕਹਿ ਕੇ ਤੇ ਗਏ ਵੀ ਰਲੇ ਆ, ਤੇ ਫਿਰ ਰਲੇ ਆ, ਕਹਿੰਦੇ ਰਲੇ ਆ। ਉਹ ਕਹਿੰਦੇ ਜੀ ਬਾਦਲਾਂ ਨਾਲ ਕੈਪਟਨ ਸਾਹਿਬ ਰਲੇ ਆ, ਉਹਨਾਂ ਨੇ ਬਹੁਤ ਮਾੜਾ ਕੰਮ ਕੀਤਾ, ਪੰਜਾਬ ਡੋਬ ਦਿੱਤਾ, ਅਸੀਂ ਹੁਣ ਹੌਲੀ ਹੌਲੀ ਉੱਪਰ ਲਿਆ ਰਹੇ ਹਾਂ, ਘਬਰਾਉਣਾ ਨਹੀਂ ਤੁਸੀਂ, ਅਸੀਂ ਕਰ ਦਿਆਂਗੇ ਸਾਰਾ ਕੁਝ, ਭਾਵੇਂ ਸਮਾਂ ਥੋੜਾ ਮਿਲਿਆ। ਹਾਂ ਨਹੀਂ, ਉਹ ਕਹਿੰਦੇ ਵੀ ਦੇਖੋ ਮੋਦੀ ਸਾਹਿਬ ਬੀਜੇਪੀ ਤੇ ਅਕਾਲੀ ਦਲ ਦੇ ਵਿੱਚ ਕਹਿੰਦੇ ਤੇ ਵਿਚੋਲੇ ਇੱਕ ਤਰ੍ਹਾਂ ਦੇ ਸਾਰਾ ਕੁਝ, ਸਾਰੀ ਗੱਲਬਾਤ ਗਿੱਟ ਮਿੱਟ ਇਹੀ ਕਰਾਉਂਦੇ ਆ, ਇਸੇ ਕਰਕੇ ਬਹੁਤੇ ਕੰਮ ਹੋਏ ਨਹੀਂ। ਪਰ ਕੈਪਟਨ ਸਾਹਿਬ ਕਿਹੜਾ ਚੁੱਪ ਕੀਤੇ। ਉਹ ਕਹਿੰਦੇ ਸਿਟੀ ਸੈਂਟਰ ਵਾਲੇ ਘਟਾਲੇ ਚੰਨੀ ਸਾਹਿਬ ਦੇ ਭਰਾ ਦਾ ਨਾਂ ਆਉਂਦਾ, ਉਹਦੇ ਚੱਕਰ ਦੇ ਵਿੱਚ ਮਤਲਬ ਯਾਰੀਆਂ ਪਕਾਉਣ ਦਾ ਆ, ਇਹਦੇ ਕੋਈ ਗੱਲ ਨਾ ਮੇਰਾ ਲਾਈ ਜਾਂਦੇ, ਏਡੀ ਕਿਹੜੀ ਗੱਲ ਚੰਨੀ ਸਾਹਿਬ, ਮੈਨੂੰ ਕਿਹੜਾ ਪਤਾ ਨਹੀਂ ਯਾਰ। ਇਹ ਵੈਸੇ ਗੱਲ ਪਿਛਲੇ ਦਿਨਾਂ 'ਚ ਵੀ ਰੌਲਾ ਰੱਪਾ ਪਿਆ ਸੀ ਨਾ, ਉਹ ਮਜੀਠੀਆ ਸਾਹਿਬ ਵੀ ਕਹਿੰਦੇ ਸੀ ਕਿ ਮੇਰੇ ਨਾਲ ਹੀ ਜਾਂਦੇ ਹੁੰਦੇ ਸੀ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਕੋਲੇ, ਭਰਾ ਆਪਣੇ ਨਾਲ ਲੈ ਕੇ, ਜਿੰਨੇ ਵਾਰੀ ਮੈਂ ਐਮਐਲਏ ਬਣਿਆ ਉਨੀ ਵਾਰੀ ਚੰਨੀ ਸਾਹਿਬ ਬਣਿਆ, ਇਕੱਠੇ ਤਾਂ ਜਾਂਦੇ ਰਹੇ ਕਹਿੰਦੇ। ਹੁਣ ਇਦਾਂ ਕਰਦੇ, ਇਦਾਂ ਨਾ ਚੰਨੀ ਸਾਹਿਬ ਤੁਸੀਂ ਕਰੋ, ਐ ਚੰਗਾ ਥੋੜੀ ਲੱਗਦਾ ਜੀ, ਕੱਲ ਨੂੰ ਕੋਈ ਗੱਲ ਨਿਕਲਿਓ। ਨਹੀਂ ਫਿਰ ਮੈਂ ਇੱਕ ਗੱਲੋਂ ਹੈਰਾਨ ਹੋਇਆ, ਕੈਪਟਨ ਸਾਹਿਬ ਮੋਸਟਲੀ ਜਵਾਬ ਨਹੀਂ ਦਿੰਦੇ ਹੁੰਦੇ, ਪਰ ਹੁਣ ਉਹ ਕੱਲੀ ਗੱਲ ਦਾ ਜਵਾਬ ਦੇਣ ਲੱਗ ਪਏ। ਐਂਡ ਈਵਨ ਇਹ ਹੈ ਤੇ ਵੀ ਮਿਹਣਿਓ ਮਿਹਣੀ ਹੋਣ ਵਾਲੀ ਗੱਲ ਹੀ, ਉਹਨੇ ਕਿਹਾ ਵੀ ਤੂੰ ਐਂ ਕੀਤਾ, ਕਹਿੰਦਾ ਤੂੰ ਐਂ ਨਹੀਂ ਕੀਤਾ। ਫਿਰ ਉਦੋਂ ਉਹ ਨਹੀਂ ਸਮਝ ਆਈ ਗੱਲ ਦੀ। ਨਹੀਂ ਦੇਖੋ, ਕੈਪਟਨ ਸਾਹਿਬ ਦੀ ਪਾਰਟੀ ਦੀ ਮੈਂਬਰਸ਼ਿਪ ਸ਼ੁਰੂ ਹੋ ਗਈ, ਮੈਂ ਤੁਹਾਨੂੰ ਦੱਸਾਂ। ਜਦੋਂ ਦਾ ਬੀਬੀ ਪ੍ਰਨੀਤ ਕੌਰ ਨੇ ਕਿਹਾ ਨਾ ਕਿ ਮੈਂ ਪਰਿਵਾਰ ਦੇ ਨਾਲ ਹੀ ਖੜੇ ਹਾਂ, ਉਹਦਾ ਮਤਲਬ ਕੀ ਹੈ ਕਿ ਇੱਕ ਐਮਐਲਏ ਤੇ ਇੱਕ ਐਮਪੀ, ਦੋ ਜਣੇ ਪੱਕੇ ਹੋ ਗਏ। ਉਹ ਐਮਐਲਏ ਆਪ ਨੇ ਕੈਪਟਨ ਸਾਹਿਬ, ਐਮਪੀ ਬੀਬੀ ਜੀ ਨੇ। ਯਾਨੀ ਪੰਜਾਬ ਲੋਕ ਕਾਂਗਰਸ ਦੇ ਵਿੱਚ ਦੋ ਵੱਡੇ ਲੀਡਰ ਦਾ ਹੈਗੇ, ਇੱਕ ਵਿਧਾਨ ਸਭਾ 'ਚ ਰਿਪਰੈਜ਼ੈਂਟ ਕਰਨਗੇ, ਇੱਕ ਲੋਕ ਸਭਾ 'ਚ ਰਿਪਰੈਜ਼ੈਂਟ ਕਰਨਗੇ। ਇਹ ਗੱਲ ਕਲੀਅਰ ਹੋ ਗਈ। ਹੁਣ ਵੱਖ-ਵੱਖ ਥਾਵਾਂ ਤੋਂ ਜਿਹੜੇ ਬੰਦੇ ਨੂੰ ਲੱਗਦਾ ਕਿ ਬਾਈ ਮੇਰਾ ਦਾ ਨਹੀਂ ਲੱਗਣਾ, ਉਹ ਨਾਲ ਹੀ ਕਹਿੰਦੇ ਜੀ। ਇੱਕ ਜੱਸਾ ਸਾਹਿਬ ਨੇ ਆਦਮਪੁਰ ਵਿਧਾਨ ਸਭਾ ਹਲਕੇ ਤੋਂ, ਉਹ ਪਹਿਲਾਂ ਹੋਰ ਪਾਰਟੀ 'ਚ ਹੁੰਦੇ ਸੀ, ਪੀਪਲ ਪਾਰਟੀ ਆ ਪੰਜਾਬ 'ਚ, ਬਾਅਦ 'ਚ ਕਾਂਗਰਸ ਪਾਰਟੀ ਦੇ ਵਿੱਚ ਆ ਗਏ, ਤੇ ਹੁਣ ਉਹ ਕਾਂਗਰਸ ਪਾਰਟੀ ਸਿੱਧੇ ਪੰਜਾਬ ਲੋਕ ਕਾਂਗਰਸ 'ਚ ਆ ਗਏ। ਉਹ ਕਹਿੰਦੇ ਆ ਜਿਹੜਾ ਖੇਤਾਂ ਕਾਨੂੰਨਾਂ ਵਾਲਾ ਕੰਮ ਨਿਬੜਨਾ ਥੋੜੀ, ਇਹ ਤਾਂ ਕੈਪਟਨ ਸਾਹਿਬ ਵਿੱਚ ਪੈ ਗਏ, ਇਹਨਾਂ ਨੇ ਕਰਾਇਆ, ਇਹਨਾਂ ਤੋਂ ਵੱਡਾ ਪੰਜਾਬ ਦਾ ਦਰਦੀ ਕੋਈ ਨਹੀਂ, ਮੈਂ ਪੰਜਾਬ ਲੋਕ ਕਾਂਗਰਸ ਚੱਲੇ। ਹਾਂ ਨਹੀਂ, ਇਹ ਤੇ ਗੱਲ ਹੈਗੀ, ਪਰ ਮੈਨੂੰ ਸਮਝ ਨਹੀਂ ਲੱਗੀ ਸਾਰੇ ਪੰਜਾਬ 'ਚੋਂ ਕੈਪਟਨ ਸਾਹਿਬ ਨੇ ਕੱਲ ਉਹਨਾਂ ਨੂੰ ਦੱਸਿਆ ਯਾਰ ਮੈਂ ਵਿੱਚ ਪਿਆ ਤੇ ਫੇਰ ਮਸਲਾ ਹੱਲ ਹੋਇਆ। ਉਹ ਇਹ ਨਹੀਂ ਸਮਝ ਆਏਗਾ। ਤੁਸੀਂ ਹੋਰ ਦੇਖੋ, ਰੌਲਾ ਹੁਣ ਇੱਥੇ ਤੱਕ ਆ ਕਿ 3-4 ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪਾਰਟੀ ਦਾ ਝੰਡਾ, ਪਾਰਟੀ ਦਾ ਚੋਣ ਨਿਸ਼ਾਨ, ਸਾਰਾ ਕੁਝ ਜਾਰੀ ਕਰ ਦੇਣਗੇ, ਤੇ ਹੋ ਸਕਦਾ ਕਿ ਉਦਣ 5 ਮੁੱਢਲੇ ਜਿਹੜੇ ਵੱਡੇ ਲੀਡਰ ਨੇ, ਜਿਹੜੇ ਇਸ ਲਈ ਕਿਸੇ ਸੀਟ ਦੇ ਉੱਤੇ ਨਹੀਂ ਹੈਗੇ, ਉਹਨਾਂ ਨੂੰ ਵੀ ਕਹਿ ਦੇਣਗੇ ਕਿ ਭਾਈ ਆ ਮੇਰੇ ਬੰਦੇ ਨੇ, ਤੇ ਅੱਗੇ ਹੋ ਕੇ ਕੰਮ ਕਰਨਗੇ। ਵੈਸੇ ਹੁਣ ਟਵੀਟੋ ਰੋਜ਼ ਹੁੰਦੇ ਆ। ਨਹੀਂ ਹੁੰਦੇ ਆ, ਤੇ ਹੋਣਾ ਬਣਦਾ ਵੀ ਉਹਨਾਂ ਦਾ। ਰਾਜਾ ਵੜਿੰਗ ਸਾਹਿਬ ਦੀ ਗੱਲ ਤੁਸੀਂ ਛੇੜੀ ਸੀ। ਹਾਂਜੀ, ਰਾਜਾ ਵੜਿੰਗ ਸਾਹਿਬ ਵੀ ਗਰਮ ਹੋ ਗਏ। ਉਹ ਕਹਿੰਦੇ ਠੀਕ ਆ ਹਾਈ ਕੋਰਟ ਚੱਲ ਗਿਆ, ਤੇ ਠੀਕ ਆ ਹਾਈ ਕੋਰਟ ਨੇ ਕੀ ਮੈਨੂੰ ਨੋਟਿਸ ਹੀ ਕੱਢਿਆ, ਮੈਨੂੰ ਕਿਹੜਾ ਜੇਲ੍ਹ 'ਚ ਆਪਾਂ ਘਲਤਾ, ਤੇ ਨੋਟਿਸ ਦਾ ਆਪਾਂ ਜਵਾਬ ਦੇ ਦੇਵਾਂਗੇ, ਪਰ ਕੁੱਲ ਮਿਲਾ ਕਹਿੰਦੇ 14 ਕਰੋੜ ਲਿਆ ਕਿ ਨਹੀਂ ਲਿਆ। ਗੱਲ ਤੇ ਸਿਰਫ ਕਹਿੰਦੇ ਮੈਂ ਕਿਹੜਾ ਵੀ ਘਰੇ ਖਾਣਾ, ਜਾਂ ਇਹਨਾਂ ਦੀਆਂ ਬੱਸਾਂ ਰੋਕ ਕੇ ਆਪ ਪਾ ਲਈਆਂ, ਉੱਤੇ ਮੈਂ ਰਾਜਾ ਵੜਿੰਗ ਲਿਖਾਤਾ ਬੱਸਾਂ। ਕਹਿੰਦੇ ਵੀ ਭਾਈ ਸਾਹਿਬ ਇਹਨਾਂ ਦੀਆਂ ਹੀ, ਇਹਨਾਂ ਨੇ ਉੱਤੇ ਟੈਕਸ ਨਹੀਂ ਭਰਿਆ, ਮੈਂ ਚੁੱਕ ਕੇ ਅੰਦਰ ਕਰਤੀਆਂ, ਹੁਣ ਇਹ ਅਦਾਲਤੋਂ ਆਇਆ, ਠੀਕ ਆ, ਇਹ ਅਦਾਲਤੋਂ ਆਇਆ, ਮੈਂ ਉਤਲੀ ਅਦਾਲਤ ਚੱਲ ਜਾਊਂਗਾ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਪੱਕੀ ਹੈ, ਜਿੰਨੀ ਵਾਰ ਵੀ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰੈਸ ਕਾਨਫਰੰਸ ਕੀਤੀ, ਉਹ ਹਮੇਸ਼ਾ ਕਹਿੰਦੇ ਸੀ ਟਰਾਂਸਪੋਰਟ ਮਾਫੀਆ ਇਹ ਟੱਬਰਾਂ ਉਂਗਲ ਕਰਦੇ। ਉਹ ਕਹਿੰਦੇ ਮੈਂ ਨਹੀਂ ਚੱਲਣ ਦੇਣਾ ਕੰਮ, ਮੈਂ ਤਾਂ ਇਹਨਾਂ ਦਾ ਨੱਪ ਕੇ ਰਹੂੰ ਕੀਲੀ, ਮੈਂ ਬੰਦ ਕਰਕੇ ਰਹੂੰ। ਆ 50 ਲੱਖ ਵਧਾਤਾ, 60 ਲੱਖ ਵਧਾਤਾ, 70 ਵਧਾਤਾ, ਕਰੋੜ ਰੁਪਈਆ ਰੋਜ਼ ਦੀ ਆਮਦਨ ਵਧਾਤੀ, ਬੱਸਾਂ ਫੜ ਕੇ ਅੰਦਰ ਕਰਤੀਆਂ। ਤੁਹਾਨੂੰ ਯਾਦ ਹੋਣਾ 2 ਸਟੇਟਮੈਂਟ ਆਈਆਂ ਸੀ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਸੀ ਕਿ ਸਿਆਸੀ ਬਦਲਾਖੋਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਕਰਦਾ, 1 ਰੁਪਈਆ ਵੀ ਟੈਕਸ ਸਾਡਾ ਬਕਾਇਆ ਨਹੀਂ ਹੈ, ਸਾਰਾ ਦੇਤਾ। ਡੈਂਪੀ ਢਿੱਲੋਂ ਸਾਹਿਬ ਜਿਹੜੇ ਗਿੱਦੜਬਾਹੇ ਉਹ ਰਾਜਾ ਵੜਿੰਗ ਸਾਹਿਬ ਦੇ ਖਿਲਾਫ ਇਲੈਕਸ਼ਨ ਲੜਦੇ ਆ, ਉਹ ਕਹਿੰਦੇ ਸੀ ਕਿ ਸਾਨੂੰ ਤਾਂ ਅਫਸਰਾਂ ਨੇ 4 ਕਿਸ਼ਤਾਂ ਕਰਤੀਆਂ ਸੀ ਟੈਕਸ ਦੀਆਂ, ਅਸੀਂ ਪਹਿਲੀ ਕਿਸ਼ਤ ਜਮ੍ਹਾਂ ਵੀ ਕਰਾਤੀ ਸੀ, ਇਹਨਾਂ ਨੇ ਪ੍ਰੈਸ਼ਰ ਪਵਾ ਕੇ ਸਾਡੀਆਂ ਬੱਸਾਂ ਫਿਰ ਬੰਦ ਕਰਤੀਆਂ, ਉਹ ਵੀ ਅਦਾਲਤ ਗਏ ਹੋਆ। ਤੇ ਮੋਹਰਿਓਂ
ਰਾਜਾ ਵੜਿੰਗ ਕਹਿੰਦੇ ਅਜੇ ਤਾਂ ਕੁਝ ਵੀ ਨਹੀਂ ਹੋਇਆ, ਅਜੇ ਤਾਂ ਟਾਈਮ ਟੇਬਲ 'ਚ ਸੁਧਾਰ ਹੋਣੇ ਆ। ਸਾਡੀ ਬੱਸ ਨੂੰ ਮਿੰਟ ਮਿਲਦਾ, ਇੱਕ ਸਰਕਾਰੀ ਯੂਨੀਅਨ ਦੀਆਂ 10-10 ਮਿਲਦੇ ਆ। ਤੁਸੀਂ ਦੇਖੀ ਜਾਓ ਹੁੰਦਾ ਕੀ ਹੈ। ਔਰਬਿਟ ਬੱਸਾਂ ਵਾਲੇ ਬਾਦਲ ਸਾਹਿਬ ਦੇ ਜਿਹੜੇ ਨੇੜਲੇ ਬੰਦੇ ਨੇ, ਪ੍ਰਬੰਧਕ ਨੇ, ਉਹ ਹਾਈਕੋਰਟ ਚਲੇ ਗਏ। ਉਹਨਾਂ ਨੇ ਜਾ ਕੇ ਕਿਹਾ ਜੀ ਆਹ ਦੇਖੋ ਅਸੀਂ ਸਾਰਾ ਟੈਕਸ ਪੇ ਕੀਤਾ, ਨਿਊ ਡਿਊ ਸਰਟੀਫਿਕੇਟ ਸਾਡੇ ਕੋਲੇ ਹੈਗਾ। ਜਿਹੜੇ ਬੰਦੇ ਹੋਸਟਲ 'ਚ ਰਹਿੰਦੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ, ਕੰਟੀਨ 'ਚੋਂ ਵੀ ਕਿਹਾ ਜਿਹੜੇ ਕਾਲਜਾਂ ਕੁਲਜਾਂ ਯੂਨੀਵਰਸਿਟੀਆਂ ਪੜ੍ਹਦੇ, ਨੋ ਡਿਊ ਸਾਡੇ ਕੋਲ ਲਿਆਓ ਜੀ, ਰੂਲ ਨੰਬਰ ਲੈਣਾ ਦਾ ਸਾਰਿਆਂ ਤੋਂ ਲਿਆਓ ਜੀ, ਉੱਧਰਲੇ ਪਾਸੇ ਕੰਟੀਨ ਤੋਂ, ਇੱਧਰਲੇ ਪਾਸਿਓਂ। ਉਹ ਕਹਿੰਦੇ ਜੀ ਆਹ ਦੇਖੋ ਸਾਡਾ ਕੋਈ ਬਕਾਇਆ ਨਹੀਂ, ਸਰਟੀਫਿਕੇਟ ਸਾਡੇ ਕੋਲ ਪਿਆ, ਨੋਟਿਸ ਸਾਨੂੰ ਦਿੱਤਾ ਕੋਈ ਨਹੀਂ, ਬੱਸਾਂ ਫੜ ਕੇ ਸਾਡੀਆਂ ਜ਼ਬਤ ਕਰ ਦਿੱਤੀਆਂ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਧੱਕਾ ਕੀਤਾ। ਹਾਈ ਕੋਰਟ ਤੋਂ ਇੰਨੀ ਸਖਤੀ ਦੀ ਆਸ ਨਹੀਂ ਸੀ ਵੜਿੰਗ ਸਾਹਿਬ ਨੂੰ ਵੀ। ਉਹ ਕਹਿੰਦੇ ਮੇਰਾ ਦਿਲ ਦੁਖਿਆ। ਹਾਈ ਕੋਰਟ ਨੇ ਕਹਤਾ 1 ਘੰਟੇ ਦੀਆਂ ਬੱਸਾਂ ਛੱਡੋ। 1 ਘੰਟੇ 60 ਮਿੰਟ ਦਿੱਤੇ, 1 ਘੰਟੇ 'ਚ ਬੱਸਾਂ ਛੱਡ ਦਿਓ ਤੇ ਅਗਲੀ ਇੰਨੀ ਤਰੀਕ ਨੂੰ ਜਵਾਬ ਦੇ ਦਿਓ ਆ ਕੇ, ਤੇ ਉਦੋਂ ਨੂੰ ਫੈਸਲਾ ਕਰਾਂਗੇ। ਪਰ ਜੇ ਇਸ ਕੜਕ ਕਰਕੇ ਇੱਕ ਝਟਕੇ ਦੇ ਵਿੱਚ ਉਹਨਾਂ ਦੀਆਂ ਬੱਸਾਂ ਬਾਹਰ ਆਈਆਂ ਨੇ, ਉਹ ਤੋਂ ਬਾਅਦ ਵੜਿੰਗ ਸਾਹਿਬ ਕਹਿੰਦੇ ਦਿਲ ਦੁਖਿਆ ਜ਼ਰੂਰ ਹੈ, ਆਸ ਨਹੀਂ ਸੀ, ਪਰ ਅਸੀਂ ਹਾਈ ਕੋਰਟ ਤੋਂ ਵੱਡੇ ਥੋੜ੍ਹੀ ਹਾਂ। ਸੁਪਰੀਮ ਕੋਰਟ ਜਾਵਾਂਗੇ, ਉੱਥੇ ਆ ਕੇ ਆਪਣਾ ਪੱਖ ਰੱਖ ਦਾਂਗੇ, ਹਾਈ ਕੋਰਟ 'ਚ ਵੀ ਰੱਖ ਦਾਂਗੇ। ਗੱਲ ਕਿਹੜੀ ਹੈ? ਕਹਿੰਦੀ ਚਲੋ, ਪਰ ਇੰਨਾ ਜ਼ਰੂਰ ਹੈ ਵੀ ਮੇਰੇ ਖਿਆਲ ਨਾਲ ਇਸ ਕੇਸ ਤੋਂ ਬਾਅਦ ਅਗਲੇ ਹੁਣ ਜਿਹੜਾ 2 ਦਿਨ ਹੋਏ ਮੁੱਛ ਤੇ ਘਟ ਜਾਂਦਾ ਸੀ ਹੱਥ, ਹੁਣ ਇੱਕ ਨਾ ਫੇਰ ਫਿਕਸ ਉਹ ਲਾ ਕੇ ਕੁੰਡੀਆਂ ਦੇ ਕਰਨਗੇ ਕਿ ਨਹੀਂ ਸਰਦਾਰ? ਨਹੀਂ, ਮੈਂ ਇਸ ਗੱਲੋਂ ਸੰਧਾਲੀਆ ਸਾਹਿਬ ਹੈਰਾਨ ਆ ਕਿ ਜਦੋਂ ਕੋਈ ਬੱਸ ਜ਼ਬਤ ਕੀਤੀ ਜਾਂਦੀ ਹੈ ਉਦੋਂ ਉਹਨਾਂ ਨੂੰ ਕਾਗਜ਼ ਦਿੱਤਾ ਜਾਂਦਾ, ਕੋਈ ਉੱਥੇ ਲਿਖਿਆ ਜਾਂਦਾ ਕਿ ਭਾਈ ਇਹਦੇ ਵਿੱਚ ਆਹ ਘਾਟ ਕਮੀ ਪਾਈ ਗਈ ਹੈ, ਟੈਕਸ ਨਹੀਂ ਦਿੱਤਾ ਜਾਂ ਪਰਮਿਟ ਹੈ ਨਹੀਂ ਜਾਂ ਆਹ ਕੁਛ ਵੀ ਇੱਕ ਘਾਟ। ਮੰਤਰੀ ਨੇ ਆਪਣੇ ਦਸਤਖਤ ਕਰਕੇ ਤਾਂ ਜ਼ਬਤ ਨਹੀਂ ਕੀਤੀ ਹੋਣੀ, ਉਹ ਜ਼ਬਤ ਕੀਤੀ ਹੋਣੀ ਹੈ ਕਿਸੇ ਅਫਸਰ ਨੇ। ਹੁਣ ਜਦੋਂ ਹਾਈ ਕੋਰਟ ਦੇ ਵਿੱਚ ਉਹ ਕੇਸ ਗਿਆ ਤੇ ਉੱਥੇ ਅਫਸਰਾਂ ਨੇ ਦਲੀਲਾਂ ਵੀ ਦਿੱਤੀਆਂ ਹੋਣੀਆਂ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਦੋਨਾਂ ਧਿਰਾਂ 'ਚੋਂ ਇੱਕ ਧਿਰ ਤਾਂ ਗਲਤ ਹੈਗੀ ਹੈ, ਜਾਂ ਮੰਤਰੀ ਸਾਹਿਬ ਤੇ ਉਹਨਾਂ ਦੇ ਸਮਰਥਕ ਅਫਸਰ ਗਲਤ ਨੇ, ਜਾਂ ਦੂਜੇ ਪਾਸੇ ਵਾਲੇ ਗਲਤ ਨੇ। ਤੇ ਉਹ ਗਲਤ ਕਿਹੜੇ ਨੇ? ਅਗਲੀ ਤਰੀਕ ਤੇ ਫੈਸਲਾ, ਤੀਜੀ ਤਰੀਕ ਨਹੀਂ ਪੈਣੀ ਇੱਥੇ। ਹੁਣ ਜਦੋਂ ਅਗਲੀ ਤਰੀਕ ਤੇ ਫੈਸਲਾ ਹੋਊਗਾ ਤਾਂ ਆਪੇ ਪਤਾ ਲੱਗ ਜੂ ਕਿ ਸਿਆਸੀ ਕਿਹੜ ਕੱਢੀ ਸੀ, ਤੇ ਜਾਂ ਫਿਰ ਅਗਲਿਆਂ ਨੇ ਕੋਈ ਗੋਲ ਜਿਹਾ ਕਰਕੇ ਇਧਰਲੇ ਪਾਸੇ ਉਹ ਕੰਮ ਇੱਕ ਵਾਰੀ ਬੱਸਾਂ ਛਡਾ ਲਈਆਂ, ਐਸੇ ਵੀ ਨਿਕਲੀ ਰੁਜੂਗਾ। ਉਹ ਠੀਕ ਹੈ, ਪਰ ਮੈਨੂੰ ਸਿਰਫ ਇਹੋ ਹੀ ਚਿੰਤਾ ਵੀ ਡੀਐਸ ਪਟਵਾਲੀਆ ਸਾਹਿਬ ਅਜੇ ਤੇ ਕੁਰਸੀ ਨਵੀਂ ਤਾਜੀ ਤਤੀ ਮਿਲੀ ਏ ਜੀ, ਇਹ ਨਾ ਹੋਏ ਰੌਲਾ ਫਿਰ ਪੈ ਜਾਵੇ ਵੀ ਯਾਰ ਆਪਾਂ ਪਹਿਲਾਂ ਕੋਈ ਕੇਸ ਜਿੱਤਦੇ ਹਾਂ ਨਾ ਆਪਾਂ ਹੁਣੇ ਕੋਈ ਕੇਸ ਜਿੱਤਦੇ ਆ, ਵੀ ਇਹ ਚੱਕਰ ਕੀ ਕਿਸੇ ਨੂੰ ਹੱਥ ਹੁੱਥੀ ਵਿਖਾ ਲਈਏ, ਹੋਰ ਕੁਝ ਨਹੀਂ। ਤੇ ਨਹੀਂ, ਬਹੁਤ ਜ਼ਰੂਰੀ ਹੈ, ਜੇ ਨਹੀਂ ਦਿਖਾਉਂਦੇ ਤਾਂ ਔਖਾ ਹੋ ਜਾਊਗਾ। ਤੇ ਇਹ ਵੀ ਗੱਲ ਹੈਗੀ ਨਾ ਸਰਦਾਰ ਸਾਹਿਬ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਵੀ ਨੇੜੇ ਹੈ, ਉਧਰਲੇ ਪਾਸੇ ਵੀ ਚਰਚਾ ਮਾੜੀ ਮੋਟੀ ਕਰ ਲਓ, ਕਿਉਂਕਿ ਆਮ ਹੀ ਮੰਨਿਆ ਜਾਂਦਾ ਕਿ ਜਿਹੜੀ ਧਿਰ ਦੇ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 'ਚ ਥੋੜਾ ਜਿਹਾ ਹੱਥੋਂ ਦਾ ਐਵੇਂ ਉੱਪਰ ਹੋ ਜਾਂਦਾ ਹੈ। ਉਹ ਤਾਂ ਚਰਚਾ 'ਚ ਹੈਗੀ ਆ। ਦੇਖੋ 29 ਤਰੀਕ ਤੱਕ ਮਸਲਾ ਹੱਲ ਹੋ ਜਾਣਾ। ਕੁੱਲ ਮਿਲਾ ਕੇ ਅਸਾਰ ਤੇ ਇਹ ਜਾਪਦੇ ਵੀ ਸ਼ਾਇਦ ਇਸ ਵਾਰੀ ਫਿਰ ਬੀਬੀ ਜਗੀਰ ਕੌਰ ਹੋਰਾਂ ਨੂੰ ਅੱਗੇ ਹੀ ਆਖਣ ਵੀ ਨਹੀਂ ਤੁਸੀਂ ਵਧੀਆ ਚਲਾ ਰਹੇ ਹੋ, ਚਲਾਓ। ਨਹੀਂ ਹੋ ਸਕਦਾ, ਤੇ ਪਰ ਵਿੱਚ ਵਿਚਾਲੇ ਚਰਚਾ ਇਹ ਵੀ ਚੱਲਦੀ ਹੈ ਕਿ ਇਸ ਵੇਲੇ ਅਨੁਸੂਚਿਤ ਜਾਤੀ ਭਾਈਚਾਰੇ ਦਾ ਜਿਹੜਾ ਇਸ ਵੇਲੇ ਪੱਤਾ ਖੇਡਿਆ ਜਾ ਰਿਹਾ ਕਿ ਕਾਂਗਰਸ ਪਾਰਟੀ ਨੇ ਤਾਂ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਤਾ, ਆਪਣੇ ਵੱਲੋਂ ਗੇਮ ਕਰਤੀ ਪੂਰੀ। ਉਧਰਲੇ ਪਾਸੇ ਹਰਪਾਲ ਸਿੰਘ ਚੀਮਾ ਸਾਹਿਬ ਨੂੰ ਆਮ ਆਦਮੀ ਪਾਰਟੀ ਨੇ ਕੈਬਨਿਟ ਦਾ ਰੈਂਕ ਦਵਾਇਆ, ਇੱਕੋ ਹੀ ਰੈਂਕ ਆ ਉਹਨਾਂ ਦੇ ਕੋਲੇ ਪੰਜਾਬ 'ਚ ਕੈਬਨਿਟ ਦਾ, ਉਹ ਚੀਮਾ ਸਾਹਿਬ ਨੂੰ ਦਵਾਇਆ। ਤੀਸਰੇ ਪਾਸੇ ਭਾਰਤੀ ਜਨਤਾ ਪਾਰਟੀ ਕਹੀ ਜਾਂਦੀ ਸਾਡੇ ਵੱਲੋਂ ਤਾਂ ਮੁੱਖ ਮੰਤਰੀ ਭਾਈਚਾਰੇ 'ਚ ਹੋਏਗਾ। ਹੁਣ ਚਰਚਾ ਇਹ ਚੱਲਦੀ ਹੈ ਕਿ ਹੋ ਸਕਦਾ, ਵੈਸੇ ਤਾਂ ਅਕਾਲੀ ਦਲ ਦਾ ਕੋਈ ਦਖਲ ਨਹੀਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ। ਸੁਖਬੀਰ ਸਿੰਘ ਬਾਦਲ ਸਾਹਿਬ ਵੀ ਕਹਿੰਦੇ ਹੁੰਦੇ ਆ ਕਿ ਸਾਡਾ ਥੋੜੇ ਉੱਤੇ ਐਸਜੀਪੀਸੀ ਦੇ ਮੈਂਬਰਾਂ ਦੀ ਮਰਜ਼ੀ ਚੱਲਦੀ ਹੈ। ਨਹੀਂ ਚੱਲਦੀ, ਉਹਨਾਂ ਦੀ ਮਰਜ਼ੀ, ਉਹ ਗੱਲ ਵੱਖਰੀ ਵੀ ਐਸਜੀਪੀਸੀ ਮੈਂਬਰ ਵੀ ਕਮਲੇ ਆ, ਉਹ ਐਵੇਂ ਸਾਰੀਆਂ ਤਾਕਤਾਂ ਪ੍ਰਧਾਨ ਜੀ ਦੇ ਦਿੰਦੇ ਆ। ਹਾਂ, ਇਹ ਗੱਲ ਹੈਗੀ, ਉਹ ਨਹੀਂ ਦਖਲ ਦਿੰਦੇ। ਹੁਣ ਚਰਚਾ ਇਹ ਚੱਲਦੀ ਹੈ ਕਿ ਹੋ ਸਕਦਾ ਕਿ ਬਲਵੀਰ ਸਿੰਘ ਘੁੰਨਸ ਸਾਹਿਬ ਜਿਹੜੇ ਆ, ਜੇ ਇਧਰਲੇ ਪਾਸੇ ਨੂੰ ਧਿਆਨ ਰੱਖ ਕੇ ਕੀਤਾ ਗਿਆ ਤਾਂ ਹੋ ਸਕਦਾ ਕਿ ਬਲਵੀਰ ਸਿੰਘ ਘੁੰਨਸ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਦਿੱਤੀ ਜਾਵੇ। ਉਹਦੇ ਪਿੱਛੇ 2 ਕਾਰਨ ਹੋ ਸਕਦੇ ਆ। ਇੱਕ ਉਸ ਇਲਾਕੇ ਦੇ ਨਾਲ ਸੰਬੰਧ ਰੱਖਦੇ ਆ ਜਿੱਥੋਂ ਢੀਂਡਸਾ ਸਾਹਿਬ ਸੰਬੰਧ ਰੱਖਦੇ ਆ ਕਿ ਭਾਈ ਇੱਕ ਬਰਾਬਰ ਦੀ ਘੱਟੋ ਘੱਟ ਤਾਕਤ ਖੜੀ ਕਰੀਏ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਜਿੰਨਾ ਵੱਟਾ ਲਾਉਣਾ ਤਾਂ ਅਕਾਲੀ ਦਲ ਨੂੰ ਹੀ ਹੈ ਨਾ, ਚਾਹੇ ਉਹ ਜਿਹਦੇ ਇਕੱਲੇ ਲਾਉਣ ਤੇ ਚਾਹੇ ਇਕੱਠੇ ਹੋ ਕੇ ਲਾਉਣ, ਚਾਹੇ ਜਿੱਤਣ ਤੇ ਚਾਹੇ ਹਾਰਨ। ਪਰ ਬਹੁਤੀਆਂ ਵੋਟਾਂ ਜਿਹੜੀਆਂ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਨੇ ਤੋੜਨੀਆਂ, ਉਧਰੋਂ ਤੋੜਨੀਆਂ। ਸੋ ਉਹਨਾਂ ਦੇ ਇਲਾਕੇ ਦੇ ਵਿੱਚ ਇੱਕ ਵੱਡਾ ਚਿਹਰਾ ਖੜਾ ਕਰਨ ਦੀ ਕੋਸ਼ਿਸ਼ ਹੋ ਸਕਦੀ। ਦੂਸਰਾ, ਆਹ ਜਿਹੜਾ ਵੋਟ ਬੈਂਕ ਵਾਲਾ ਚੱਕਰ ਹੈ, ਹੋ ਸਕਦਾ ਕਿ ਉਹਨੂੰ ਸਾਧਣ ਦਾ ਵੀ ਯਤਨ ਕੀਤਾ ਜਾਵੇ। ਹਾਂ, ਬੀਬੀ ਜਗੀਰ ਕੌਰ ਦਾ ਪਲੜਾ ਜੇ ਸਧਾਰਨ ਤੌਰ ਦੇ ਉੱਤੇ ਦੇਖੀਏ ਥੋੜਾ ਜਿਹਾ ਭਾਰੀ ਲੱਗਦਾ ਹੈ। ਨਹੀਂ, ਉਹ ਗੱਲ ਹੈਗੀ ਆ। ਇੱਕ ਆਪਾਂ ਜ਼ਰੂਰ ਅੱਜ ਯਾਦ ਕਰਾਈਏ ਵੀ ਤਰੀਕ ਅੱਜ ਹੋ ਗਈ 24 ਤੇ ਅੱਜ 24 ਤਰੀਕ ਨੂੰ ਮਤਲਬ ਦੇਸ਼ ਦੀ ਜਿਹੜੀ ਵੱਡੀ ਕੈਬਨਿਟ ਹੈ ਮੋਦੀ ਸਾਹਿਬ ਵਾਲੀ ਜੀ, ਉਹਨੇ ਬੈਠਣਾ ਤੇ ਉਹਦੇ ਵਿੱਚ ਸ਼ਾਇਦ ਅੱਜ ਜਿਹੜਾ ਪਿਛਲੇ ਦਿਨੀ ਉਹਨਾਂ ਨੇ ਐਲਾਨ ਕੀਤਾ ਸੀ ਵੀ ਆਪਾਂ ਖੇਤੀ ਕਾਨੂੰਨ ਰੱਦ ਕਰਤੇ ਜੀ, ਆਪਾਂ ਹੁਣ ਗਾਂਹ ਜਿਹੜੀਆਂ ਬਾਕੀ ਦੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਵੀ ਕਰ ਲਵਾਂਗੇ, ਉਹਦਾ ਸ਼ਾਇਦ ਕੋਈ ਨਾ ਕੋਈ ਫੈਸਲਾ ਆਉਣ ਦੀ ਆਸ ਹੈ। ਸੰਧਾਲੀਆ ਸਾਹਿਬ, ਬਹੁਤ ਮਹੱਤਵਪੂਰਨ ਦਿਨ ਹੈ। ਅੱਜ ਦੀ ਮੀਟਿੰਗ ਦੇ ਉੱਤੇ ਨਿਰਭਰ ਕਰਨਾ ਕਿ 29 ਤਰੀਕ ਨੂੰ ਪਾਰਲੀਮੈਂਟ ਦੇ ਸੈਸ਼ਨ ਦੇ ਮੌਕੇ ਕਿਸਾਨ ਜਥੇਬੰਦੀਆਂ ਪਾਰਲੀਮੈਂਟ ਤੱਕ ਜਾਣਗੀਆਂ ਕਿ ਨਹੀਂ। ਹੋ ਸਕਦਾ ਕਿ ਪਾਰਲੀਮੈਂਟ ਦੇ ਸੈਸ਼ਨ ਤੋਂ ਪਹਿਲਾਂ ਆਖਰੀ ਮੀਟਿੰਗ ਹੀ ਹੋਵੇ ਕੈਬਨਿਟ ਦੀ। ਜੇ ਇੱਕ ਵਾਰੀ 28 ਨੂੰ ਸੱਦ ਲੈਣ ਹੋਰ ਪਤਾ ਨਹੀਂ, ਪਰ ਔਖਾ ਹੋ ਜਾਂਦਾ।
ਅੱਜ ਇੱਕ ਤਾਂ ਜਿਹੜੇ 3 ਖੇਤੀਬਾੜੀ ਕਾਨੂੰਨ ਵਾਪਸ ਲੈਣੇ ਆ, ਉਹਨਾਂ ਦੇ ਉੱਤੇ ਕੈਬਨਿਟ ਵੱਲੋਂ ਜਿਹੜੀ ਪ੍ਰਕਿਰਿਆ ਕਾਨੂੰਨੀ ਤੌਰ ਤੇ ਰਸਮੀ ਤੌਰ ਤੇ ਚਲਾਉਣੀ ਹੋ ਸਕਦਾ ਕਿ ਉਹ ਚੱਲ ਜਾਏ। ਇੱਕ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਅਸੀਂ MSP ਤੇ ਕਮੇਟੀ ਬਣਾ ਦਾਂਗੇ, ਕਿਉਂਕਿ ਉਹਦੇ ਲਈ ਪਾਰਲੀਮੈਂਟ ਦੀ ਲੋੜ ਨਹੀਂ ਹਾਲ ਦੀ ਘੜੀ, ਉਹਦੇ ਲਈ ਕੈਬਨਿਟ ਦੀ ਲੋੜ ਹੈ ਕਿ ਕੈਬਨਿਟ ਦੇ ਵਿੱਚ ਵਿਚਾਰ ਚਰਚਾ ਕਰਕੇ ਕਿ ਭਾਈ ਠੀਕ ਹੈ ਆ ਸਾਡੇ 2 ਜਾਂ 3 ਮੰਤਰੀ ਹੋਣਗੇ, ਹੋ ਸਕਦਾ ਉਹਦੇ ਵਿੱਚ ਹੀ ਫੈਸਲਾ ਕਰ ਦਿੱਤਾ ਜਾਵੇ ਕਿ ਇੰਨੇ ਮੈਂਬਰ ਕਿਸਾਨ ਦੇ ਦੇਣ, ਸੂਬਿਆਂ ਦੇ ਵਿੱਚੋਂ ਅਸੀਂ ਇੰਨੇ ਮੈਂਬਰ ਲੈਣੇ ਆ। ਉਹ ਬਹੁਤ ਜ਼ਰੂਰੀ ਹੈ ਜੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਕਰ ਰਹੇ ਜਿਹੜੇ ਲੋਕ ਨੇ ਉਹਨਾਂ ਨੂੰ ਘਰਾਂ ਨੂੰ ਤੋਰਨਾ, ਕਿਉਂਕਿ ਜਥੇਬੰਦੀਆਂ ਤੇ ਇਹੀ ਕਹਿੰਦੀਆਂ ਨਾ ਕਿ ਠੀਕ ਹੈ ਤੁਸੀਂ 3 ਖੇਤੀਬਾੜੀ ਕਾਨੂੰਨ ਵਾਪਸ ਲੈ ਲਓਗੇ, ਪਰ MSP ਦਾ ਕੀ, ਜਿਹੜੇ ਪਰਚੇ ਵਾਪਸ ਲੈਣੇ ਆ ਉਹਨਾਂ ਦਾ ਕੀ, ਸਿੰਘੂ ਬਾਰਡਰ ਦੇ ਉੱਤੇ ਯਾਦਗਾਰ ਬਣਾਉਣ ਲਈ ਜਗ੍ਹਾ ਮੰਗਦੇ ਆ ਉਹਦਾ ਕੀ, ਇਹਦੇ ਤੋਂ ਇਲਾਵਾ ਜਿਨ੍ਹਾਂ ਦੇ ਟਰੈਕਟਰ ਅਜੇ ਵੀ ਉਹ ਮੁਕੱਦਮਿਆਂ 'ਚ ਫਸੇ ਆ ਉਹਦਾ ਕੀ, ਇਹਦੇ ਤੋਂ ਇਲਾਵਾ ਬਿਜਲੀ ਵਾਲੇ ਸੋਧ ਬਿੱਲ ਦਾ ਕੀ, ਪ੍ਰਦੂਸ਼ਣ ਵਾਲੇ ਦਾ ਕੀ, ਉਹ ਸਾਰੀਆਂ ਮੰਗਾਂ ਜੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅੱਜ ਦੀ ਕੈਬਨਿਟ ਦੇ ਵਿੱਚ ਸੁਹਿਰਦਤਾ ਦੇ ਨਾਲ ਸੋਚੇ ਤਾਂ ਹੋ ਸਕਦਾ ਕਿ ਬਹੁਤ ਛੇਤੀ ਸਾਰਾ ਕੰਮ ਨਿਬੜ ਨੂੰ ਪੜ ਜਾਵੇ। ਨਹੀਂ, ਪਰ ਨਿਬੜਨ ਦੇ ਨਾਲ ਨਾਲ ਆਪਾਂ ਅਨਿਲ ਘਣਵੱਤ ਸਾਹਿਬ ਦਾ ਜ਼ਿਕਰ ਜਾਂਦੇ ਜਾਂਦੇ ਕਰ ਜੀਏ। ਸਮਝ ਨਹੀਂ ਆਏ ਵੀ ਉਦੋਂ ਦੇ ਬੰਦੇ ਕਿਤੇ ਨਹੀਂ ਆਏ ਬਾਹਰ। ਆਪਾਂ ਦੱਸਦੀ ਅਨਿਲ ਘਣਵੱਤ ਸਾਹਿਬ ਉਹੀ ਨੇ ਜਿਨ੍ਹਾਂ ਨੂੰ ਮਤਲਬ ਕਮੇਟੀ ਦੇ ਵਿੱਚ ਪਾਇਆ ਗਿਆ ਸੀ ਸੁਪਰੀਮ ਕੋਰਟ ਵੱਲੋਂ ਵੀ ਤੁਸੀਂ ਸਲਾਹਾਂ ਦਿਓ ਵੀ ਇਹਨਾਂ ਖੇਤੀ ਕਾਨੂੰਨਾਂ ਦਾ ਕੀ ਹੋਣਾ ਚਾਹੀਦਾ ਜੀ, ਹੱਲ ਕੀ ਹੈ ਕੋਈ ਵਿਚਲਾ। ਉਹਨਾਂ ਨੂੰ ਇਤਰਾਜ਼ ਬੜਾ ਹੋਇਆ, ਕਹਿੰਦੇ ਵੀ ਮੋਦੀ ਸਾਹਿਬ ਨੇ ਐਵੇਂ ਹੀ ਦੇਖੋ ਇੰਨੇ ਸੋਹਣੇ ਮਤਲਬ ਖੇਤੀ ਸੁਧਾਰ ਕਾਨੂੰਨ ਸੀਗੇ ਉਹ ਰੱਦ ਕਰਤੇ, ਪਰ ਜਿਹੜੀਆਂ ਅਸੀਂ ਸਿਫਾਰਸ਼ਾਂ ਕੀਤੀਆਂ ਨਾ ਉਹ ਬੜੀਆਂ ਅੱਤ ਨੇ ਜੱਜ ਸਾਹਿਬ, ਜਾਂ ਤਾਂ ਤੁਸੀਂ ਨਸ਼ਰ ਕਰ ਦਿਓ ਸਾਡੇ ਵਾਲੀ ਰਿਪੋਰਟ ਜਾਂ ਸਾਨੂੰ ਹੁਕਮ ਕਰ ਦਿਓ ਅਸੀਂ ਲੋਕਾਂ ਸਾਹਮਣੇ ਲਿਆਈ। ਨਹੀਂ, ਘਣਵੱਤ ਸਾਹਿਬ ਜਿਹੜੇ ਪਹਿਲਾਂ ਵੀ ਲਿਖਦੇ ਰਹਿ ਕੇ ਕਾਨੂੰਨ ਬੜੇ ਚੰਗੇ ਨੇ, ਐਤਕੀ ਉਹਨਾਂ ਨੇ 2 ਗੱਲਾਂ ਹੋਰ ਕਹੀਆਂ। ਉਹ ਕਹਿੰਦੇ 1 ਲੱਖ ਕਿਸਾਨਾਂ ਦਾ ਇਕੱਠ ਕਰਾਂਗੇ ਕਿਉਂਕਿ ਸੁਧਾਰ ਬਹੁਤ ਲੋੜੀਂਦੇ ਆ ਜਿਹੜੇ ਕਾਨੂੰਨਾਂ 'ਚ ਕੀਤੇ ਸੀ। 1 ਲੱਖ ਕਿਸਾਨਾਂ ਦਾ ਦਿੱਲੀ 'ਚ ਇਕੱਠ ਕਰਾਂਗੇ। ਨਹੀਂ, ਇਹ ਗੱਲ ਮੈਂ ਵੀ ਵੇਖੀ ਪੜ੍ਹੀ, ਪਰ ਮੈਨੂੰ 1 ਲੱਖ ਬੜਾ ਥੋੜਾ ਲੱਗਿਆ ਕਿਉਂਕਿ ਸਾਲ ਸਵਾ ਸਾਲ ਹੋ ਗਿਆ, 4-5 ਲੱਖ ਤੋਂ ਤੇ ਵਿਆਹ ਹੀ ਤੁਰਿਆ ਫਿਰਦਾ। ਹੋਰ ਦੇਖੋ ਉਹਨਾਂ ਨੇ ਇੱਕ ਹੋਰ ਗੱਲ ਕਹਿ ਦਿੱਤੀ, ਉਹ ਕਹਿੰਦੇ ਜੀ ਦੇਖੋ ਗੱਲ ਬੜੀ ਕਲੀਅਰ ਕੱਟ ਜੀ ਹੈ ਕਿ MSP ਸਾਰੀਆਂ ਫਸਲਾਂ ਤੇ ਸਾਰੇ ਕਿਸਾਨਾਂ ਦੇ ਲਈ ਉਹ ਪ੍ਰੈਕਟੀਕਲੀ ਸੰਭਵ ਹੀ ਨਹੀਂ ਕਿ ਕਿਸਾਨ ਫਸਲ ਬੀਜਦਾ, ਉਹ ਕਿਸਾਨ ਜਥੇਬੰਦੀਆਂ ਦੇ ਨੇਤਾ ਕਹਿੰਦੇ ਆ ਕਿ ਕਿਸਾਨ ਫਸਲ ਬੀਜਦਾ ਤੇ ਉਹਨੂੰ ਉਹਦੀ ਫਸਲ ਦੇ ਉੱਤੇ ਸਰਕਾਰੀ ਗਰੰਟੀ MSP ਦੀ ਦਿੱਤੀ ਨਹੀਂ ਜਾ ਰਹੀ, ਪ੍ਰੈਕਟੀਕਲੀ ਸੰਭਵ ਨਹੀਂ। ਵੈਸੇ ਤਾਂ ਘਣਵੱਤ ਸਾਹਿਬ ਫਾਹਾ ਲੈਣਾ ਕਿਹੜਾ ਪ੍ਰੈਕਟੀਕਲੀ ਸੰਭਵ ਆ, ਨਹਿਰ 'ਚ ਛਾਲ ਮਾਰਨੀ ਕਿਹੜਾ ਪ੍ਰੈਕਟੀਕਲੀ ਸੰਭਵ ਆ, 1 ਸਾਲ ਦੇ ਵਿੱਚ 700 ਕਿਸਾਨਾਂ ਦੀ ਸ਼ਹਾਦਤ ਕਿਹੜਾ ਪ੍ਰੈਕਟੀਕਲੀ ਸੰਭਵ ਹੈ। ਸਾਰੀਆਂ ਜੂਨ ਜੁਲਾਈ ਦੀਆਂ ਗਰਮੀਆਂ ਉਹ ਜਿਹੜੀਆਂ ਨੇ ਉਹ ਆਪਣੇ ਉੱਪਰ ਕੱਟ ਲੈਣੀਆਂ, ਸਰਦੀਆਂ ਉੱਪਰ ਕੱਟ ਲੈਣੀਆਂ, ਟਰਾਲੀਆਂ 'ਚ ਬਹਿ ਕੇ ਕੱਟ ਲੈਣੀਆਂ, ਰੋੜੇ ਖਾ ਲੈਣੇ, ਟੈਂਟਾਂ ਨੂੰ ਅੱਗਾਂ ਲਵਾਉਣੀ, ਉਹ ਕਿਹੜਾ ਪ੍ਰੈਕਟੀਕਲੀ ਸੰਭਵ ਹੈ। ਸੰਭਵ ਨਹੀਂ। ਇਹ ਗੱਲ ਠੀਕ ਹੈ, ਤੁਸੀਂ ਸਿਆਣੇ ਹੋ, ਤੁਸੀਂ ਵਿਦਵਾਨ ਸੱਜਣ ਹੋ ਘਣਵੱਤ ਸਾਹਿਬ, ਤੁਸੀਂ ਤਾਂ ਲੇਖ ਲਿਖਦੇ ਹੋ ਵੱਡੇ ਵੱਡੇ। ਸੰਭਵ ਤਾਂ ਹੈ ਨਹੀਂ, ਪਰ ਕੀ ਜ਼ਰੂਰੀ ਹੈ ਕਿ ਨਹੀਂ ਉਹ ਦੱਸੋ, ਕਿਉਂਕਿ ਸੰਭਵ ਤਾਂ ਹੋਰ ਵੀ ਬਹੁਤ ਕੁਛ ਹੈ ਨਹੀਂ ਜਿਹੜਾ ਹੋਈ ਜਾਂਦਾ। ਬਿਲਕੁਲ ਸਹੀ। ਨਹੀਂ, ਆਪਾਂ ਇਹ ਵੀ ਸੁਣਨ ਵਾਲੇ ਇਹ ਨਾ ਅੰਦਾਜ਼ਾ ਲਾ ਲੈਣ ਵੀ ਯਾਰ ਉਹ ਬੰਦੇ ਕਿੱਥੋਂ ਨਿਕਲ ਆਏ। 4 ਸੀਗੇ, 4 ਚੋਂ 1 ਤਾਂ ਪਹਿਲਾਂ ਅਸਤੀਫਾ ਦੇ ਗਏ ਸੀ, 3 ਰਹਿ ਗਏ ਸੀ, 3 ਚੋਂ ਦੂਜੇ 2 ਅਜੇ ਬੋਲੇ ਨੇ, ਸਿਰਫ ਇੱਕ ਅਨਿਲ ਘਣਵੱਤ ਸਾਹਿਬ ਆਏ ਨੇ ਸਾਹਮਣੇ। ਸੋ ਇਸ ਕਰਕੇ ਉਹਨਾਂ ਨੇ ਵੀ ਇਹ ਨਹੀਂ ਕਿਹਾ ਵੀ ਹਾਂਜੀ ਇੱਦਾਂ ਕਿਉਂ ਕੀਤਾ ਉੱਦਾਂ ਕੀਤਾ, ਉਹ ਕਹਿੰਦੇ ਵੀ ਸਾਡੇ ਵਾਲੇ ਸੁਧਾਰ ਜ਼ਰੂਰ ਦੱਸੋ ਜੀ। ਚਲੋ 2-4 ਦਿਨਾਂ ਤੱਕ ਉਹ ਵੀ ਪਤਾ ਲੱਗ ਜੂਗੀ ਕਹਾਣੀ। ਆਪਾਂ ਚੱਲੀਏ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ, ਤੁਸੀਂ ਭੇਜਦੇ ਵੀ ਹੋ, ਪਿਆਰ ਕਰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਉਹ ਲਾਈਕ ਵਾਲਾ ਬਟਨ ਦੱਬ ਦਿੰਦੇ ਹੋ, ਉਹਦੇ ਲਈ ਬੜਾ ਸ਼ੁਕਰੀਆ ਜੀ। ਸੋ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।